Hello everyone, welcome back to Chetan Bharat Learning. ਆਪਾਂ ਜੋਗ੍ਰਾਫੀ ਐਂਡ এনवायरमेंट ਵਾਲਾ ਪੋਰਸ਼ਨ ਕਵਰ ਕਰ ਰਹੇ ਹਾਂ ਪੀਪੀਐਸਸੀ ਪੀਸੀਐਸ ਐਗਜ਼ਾਮ ਲਈ। ਕੱਲ੍ਹ ਦੀ ਕਲਾਸ 'ਚ ਆਪਾਂ ਕਲਾਈਮੇਟੋਲੋਜੀ ਵਾਲਾ ਪੋਰਸ਼ਨ ਸਟਾਰਟ ਕੀਤਾ ਸੀ, ਜਿਸ 'ਚ ਆਪਾਂ ਡਿਫਰੈਂਟ ਲੇਅਰਸ ਆਫ ਐਟਮੋਸਫੇਅਰ ਡਿਸਕਸ ਕੀਤੀਆਂ, ਆਪਾਂ ਡਿਫਰੈਂਟ ਗੈਸਿਸ ਦੈਟ ਕੌਨਸਟੀਟਿਊਟ ਐਟਮੋਸਫੇਅਰ ਡਿਸਕਸ ਕੀਤੀਆਂ, ਉਹਨਾਂ ਦੀ ਪਰਸੈਂਟੇਜ ਵਗੈਰਾ ਜਾਂ ਲੇਅਰਸ ਦੀ ਹਾਈਟ ਵਗੈਰਾ ਆਪਾਂ ਡਿਸਕਸ ਕੀਤੀ, ਕੁਛ ਇੰਪੋਰਟੈਂਟ ਕਰੈਕਟਰਿਸਟਿਕਸ ਡਿਸਕਸ ਕੀਤੇ। ਦੈਨ ਆਪਾਂ ਹੀਟ ਬੈਲੈਂਸ ਐਂਡ ਟੈਂਪਰੇਚਰ ਡਿਸਟਰੀਬਿਊਸ਼ਨ ਵਾਲਾ ਟੌਪਿਕ ਸਟਾਰਟ ਕੀਤਾ ਸੀਗਾ, ਲੇਕਿਨ ਉਸ ਦੀ ਉਸਨੂੰ ਸਮਝਣ ਲਈ ਜਿਹੜੀ ਪਿੱਛੇ ਬੇਸਿਕ ਸਾਇੰਸ ਰਿਕੁਆਇਰਡ ਸੀ, ਆਪਾਂ ਉਹ ਕੁਛ ਚੀਜ਼ਾਂ ਦੇਖੀਆਂ। ਡਿਫਰੈਂਟ ਮੋਡਸ ਆਫ ਟਰਾਂਸਫਰ ਆਫ ਹੀਟ ਐਨਰਜੀ, ਕੰਡਕਸ਼ਨ, ਕਨਵੈਕਸ਼ਨ, ਰੇਡੀਏਸ਼ਨ। ਦੈਨ ਆਪਾਂ ਇੱਕ ਐਡਵੈਕਸ਼ਨ ਟਰਮ ਬਾਰੇ ਪੜ੍ਹਿਆ ਸੀਗਾ। ਦੈਨ ਵੀ ਸਟੱਡੀਡ ਅਬਾਊਟ ਦੀ ਇਲੈਕਟ੍ਰੋਮੈਗਨੈਟਿਕ ਸਪੈਕਟਰਮ, ਕਿ ਜਿਹੜੀ ਸੋਲਰ ਐਨਰਜੀ ਆਪਣੇ ਤੱਕ ਆ ਰਹੀ ਹੈ ਕਿਸ ਫਾਰਮ 'ਚ ਆ ਰਹੀ ਹੈ, ਵਾਟ ਆਰ ਦੀ ਡਿਫਰੈਂਟ ਕੌਨਸਟੀਟਿਊਐਂਟਸ ਆਫ ਸੋਲਰ ਐਨਰਜੀ। ਦੈਨ ਆਪਾਂ ਪੜ੍ਹਿਆ ਸੀਗਾ ਕਿ ਕਿਸ ਤਰ੍ਹਾਂ ਇਨਸੋਲੇਸ਼ਨ ਅਤੇ ਟੈਰੈਸਟਰੀਅਲ ਰੇਡੀਏਸ਼ਨ ਇੱਕ ਦੂਸਰੇ ਤੋਂ ਡਿਫਰੈਂਟ ਹੈ। ਇਨਕਮਿੰਗ ਸੋਲਰ ਰੇਡੀਏਸ਼ਨ ਐਂਡ ਉਹ ਰੇਡੀਏਸ਼ਨ ਜਿਹੜੀ ਅਰਥ ਰੇਡੀਏਟ ਬੈਕ ਕਰਦੀ ਹੈ। ਐਂਡ ਟੂਵਰਡਸ ਦੀ ਲਾਸਟ ਆਫ ਦੀ ਚੈਪਟਰ ਆਪਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਸਿੱਖੀ ਸੀਗੀ ਕਿ ਜਿਹੜਾ ਐਟਮੋਸਫੇਅਰ ਦੀ ਹੀਟਿੰਗ ਹੈ, ਜਿਹੜਾ ਆਪਣਾ ਬੇਸਿਕ ਟੌਪਿਕ ਹੈ, ਦੀ ਹੀਟਿੰਗ ਆਫ ਦੀ ਐਟਮੋਸਫੇਅਰ ਇਜ਼ ਡਨ ਮੋਰ ਬਾਏ ਟੈਰੈਸਟਰੀਅਲ ਰੇਡੀਏਸ਼ਨ। ਜਿਹੜੀ ਅਰਥ ਰੇਡੀਏਸ਼ਨ ਰਿਲੀਜ਼ ਕਰਦੀ ਹੈ, ਉਸ ਹੀਟ ਨਾਲ ਐਟਮੋਸਫੇਅਰ ਦੀ ਹੀਟਿੰਗ ਹੁੰਦੀ ਹੈ, ਨਾ ਕਿ ਡਾਇਰੈਕਟ ਰੇਜ਼ ਆਫ ਦੀ ਸਨ ਨਾਲ। ਇਹਨੂੰ ਆਪਾਂ ਲੌਂਗ ਵੇਵ, ਸ਼ਾਰਟ ਵੇਵਸ ਦੀ ਟਰਮ 'ਚ ਯਾਦ ਰੱਖਿਆ ਸੀਗਾ ਕਿ ਇਟ ਇਜ਼ ਦੀ ਲੌਂਗ ਵੇਵਸ, ਇਟ ਇਜ਼ ਦੀ ਲੌਂਗ ਵੇਵਲੈਂਥ ਰੇਡੀਏਸ਼ਨ, ਇਟ ਇਜ਼ ਦੀ ਟੈਰੈਸਟਰੀਅਲ ਰੇਡੀਏਸ਼ਨ ਦੈਟ ਹੀਟਸ ਅਪ ਦੀ ਐਟਮੋਸਫੇਅਰ ਪ੍ਰਾਈਮੈਰੀਲੀ। ਮਤਲਬ ਉੱਪਰੋਂ ਵੀ ਡਾਇਰੈਕਟ ਹੀਟਿੰਗ ਵੀ ਹੁੰਦੀ ਹੈ, ਲੇਕਿਨ ਜ਼ਿਆਦਾ ਜਿਹੜਾ ਮੇਨ ਫੈਕਟਰ ਹੈ ਉਹ ਟੈਰੈਸਟਰੀਅਲ ਹੀਟਿੰਗ ਵਾਲਾ ਹੈ। ਤਾਂ ਉਸੇ ਹੀ ਟੌਪਿਕ ਨੂੰ ਅੱਜ ਆਪਾਂ ਕੰਟੀਨਿਊ ਕਰਾਂਗੇ। ਇਹ ਜਿਹੜਾ ਆਪਣਾ ਚੱਲ ਰਿਹਾ ਸੀਗਾ ਹੀਟ ਬੈਲੈਂਸ ਐਂਡ ਟੈਂਪਰੇਚਰ ਵਾਲਾ। ਦੈਨ ਅੱਜ ਆਪਾਂ ਐਟਮੋਸਫੇਰਿਕ ਸਰਕੂਲੇਸ਼ਨ ਵੀ ਸਟਾਰਟ ਕਰਾਂਗੇ। ਸੋ ਵਾਟ ਇਜ਼ ਹੀਟ ਬੈਲੈਂਸ? ਆਪਾਂ ਕੱਲ੍ਹ ਦੀ ਕਲਾਸ 'ਚ ਜਿਵੇਂ ਕਿ ਮੈਂ ਹੁਣੇ ਦੱਸਿਆ, ਆਪਾਂ ਹੀਟਿੰਗ ਆਫ ਐਟਮੋਸਫੇਅਰ ਬਾਰੇ ਪੜ੍ਹਿਆ, that it is primarily by terrestrial radiation. It is like the heat of the earth, heat radiated back from earth, ਜਿਹੜਾ ਕਿ ਐਟਮੋਸਫੇਅਰ ਨੂੰ ਹੀਟ ਅਪ ਕਰਦੀ ਹੈ। ਹੁਣ ਅੱਜ ਦੀ ਕਲਾਸ 'ਚ ਆਪਣਾ ਜਿਹੜਾ ਫਸਟ ਟੌਪਿਕ, ਹੁਣ ਇਹਦੇ ਬੇਸਿਸ 'ਤੇ ਜਿਹੜਾ ਆਪਾਂ ਕੱਲ੍ਹ ਆਪਾਂ ਪੜ੍ਹਾਈ ਕੀਤੀ, ਇਹਦੇ ਬੇਸਿਸ 'ਤੇ ਜਿਹੜਾ ਆਪਾਂ ਬਿਲਡ ਔਨ ਕਰਨਾ ਅੱਜ ਫਸਟ ਟੌਪਿਕ, ਦੈਟ ਇਜ਼ ਹੀਟ ਬੈਲੈਂਸ। ਪਹਿਲਾਂ ਆਪਾਂ ਹੀਟ ਬੈਲੈਂਸ ਹੀ ਦੇਖਦੇ ਹਾਂ। ਹੁਣ ਰੈਗੂਲਰਲੀ ਅਰਥ ਹੀਟ ਰਿਸੀਵ ਕਰ ਰਹੀ ਹੈ ਸਨ ਦੀ, ਐਂਡ ਆਪਾਂ ਪੜ੍ਹਿਆ ਕਿ ਅਰਥ ਦੇ ਐਟਮੋਸਫੇਅਰ 'ਚ ਕੁਛ ਗੈਸਿਸ ਹੈ ਜਿਹੜੀ ਸੋਲਰ ਹੀਟ ਨੂੰ ਟਰੈਪ ਕਰ ਲੈਂਦੀਆਂ, ਗ੍ਰੀਨ ਹਾਊਸ ਗੈਸਿਸ ਆਪਾਂ ਇਹਨਾਂ ਨੂੰ ਕਹਿੰਦੇ ਹਾਂ। ਤਾਂ ਹੁੰਦਾ ਕੀ ਹੈ, ਲਾਈਕ ਹਾਊ ਡਜ਼ ਦਿਸ ਹੀਟਿੰਗ ਵਰਕ? ਐਟਮੋਸਫੇਅਰ, ਸੋਲਰ ਐਨਰਜੀ ਆਈ, ਇਨਸੋਲੇਸ਼ਨ ਆਈ, ਇਹਨੇ ਆਪਣੇ ਪਲੈਨਟ ਨੂੰ ਗਰਮ ਕੀਤਾ। ਫਿਰ ਇਹ ਪਲੈਨਟ ਗਰਮ ਹੋ ਕੇ ਕੀ ਕਰਦਾ ਹੈ? ਟੈਰੈਸਟਰੀਅਲ ਰੇਡੀਏਸ਼ਨ ਰਿਲੀਜ਼ ਕਰਦਾ ਹੈ। ਅਲਟੀਮੇਟਲੀ ਇਹ ਜਿਹੜੀ ਟੈਰੈਸਟਰੀਅਲ ਰੇਡੀਏਸ਼ਨ ਵੀ ਹੈ, ਇਹਦਾ ਹੁੰਦਾ ਕੀ ਹੈ? ਟੈਰੈਸਟਰੀਅਲ ਰੇਡੀਏਸ਼ਨ ਨਾਲ ਐਟਮੋਸਫੇਅਰ ਹੀਟ ਅਪ ਹੋ ਜਾਂਦਾ ਹੈ। ਐਟਮੋਸਫੇਅਰ ਹੀਟ ਅਪ ਹੋ ਕੇ ਕੀ ਕਰਦਾ ਹੈ? ਐਟਮੋਸਫੇਅਰ ਹੀਟ ਅਪ ਹੋ ਕੇ ਅੱਗੇ ਇਹ ਰੇਡੀਏਟ ਕਰ ਦਿੰਦਾ। ਆਪਾਂ ਕੱਲ੍ਹ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਪੜ੍ਹਿਆ ਸੀਗਾ ਕਿ ਐਵਰੀ ਹੌਟ ਆਬਜੈਕਟ ਰੇਡੀਏਟਸ ਐਨਰਜੀ, ਰੇਡੀਏਟਸ ਹੀਟ। ਉਸ ਲਾਈਕ ਆਪਾਂ ਉਹਨੂੰ ਕਹਿੰਦੇ ਹਾਂ ਰੇਡੀਏਟਿਡ ਐਨਰਜੀ ਆਪਾਂ ਕਹਿੰਦੇ ਹਾਂ। ਜਿੰਨਾ ਜ਼ਿਆਦਾ ਹੌਟ ਆਬਜੈਕਟ ਹੋਊਗਾ ਉਨੀ ਜ਼ਿਆਦਾ ਰੇਡੀਏਸ਼ਨ ਕਰੂਗਾ, ਜਿੰਨਾ ਠੰਡਾ ਆਬਜੈਕਟ ਹੋਊਗਾ ਉਨੀ ਘੱਟ ਰੇਡੀਏਸ਼ਨ ਕਰੂਗਾ। ਹੁਣ ਸਰਫੇਸ ਆਫ ਦੀ ਅਰਥ ਹੀਟ ਹੋਈ ਕਿਉਂਕਿ ਇਨਸੋਲੇਸ਼ਨ ਨੇ ਉਹਨੂੰ ਹੀਟ ਕਰਤਾ। ਉਹਦਾ ਰਿਸਪੌਂਸ ਕੀ ਹੋਇਆ ਕਿ ਉਹਨੇ ਟੈਰੈਸਟਰੀਅਲ ਰੇਡੀਏਸ਼ਨ ਰਿਲੀਜ਼ ਕਰਤੀ। ਟੈਰੈਸਟਰੀਅਲ ਰੇਡੀਏਸ਼ਨ ਨਾਲ ਕੀ ਹੋਇਆ? ਐਟਮੋਸਫੇਅਰ ਦੀ ਹੀਟਿੰਗ ਹੋ ਗਈ। ਹੁਣ ਐਟਮੋਸਫੇਅਰ ਹੀਟ ਹੋ ਕੇ ਕੀ ਕਰੂਗਾ? ਅੱਗੇ ਉਹ ਵੀ ਰਿਲੀਜ਼ ਕਰ ਦੂਗਾ। ਅਲਟੀਮੇਟਲੀ ਤਾਂ ਜਿੰਨੀ ਐਨਰਜੀ ਅਰਥ ਨੇ ਰਿਸੀਵ ਕੀਤੀ ਹੈ ਓਨੀ ਐਨਰਜੀ ਅਰਥ ਰੇਡੀਏਟ ਬੈਕ ਕਰ ਦਿੰਦੀ ਹੈ, ਭਾਵੇਂ ਸਰਫੇਸ ਰੇਡੀਏਟ ਬੈਕ ਕਰੇ ਪਹਿਲਾਂ, ਐਂਡ ਦੂਜੇ ਸਟੈਪ 'ਚ ਐਟਮੋਸਫੇਅਰ ਉਹਨੂੰ ਰੇਡੀਏਟ ਬੈਕ ਕਰੇ। ਲੇਕਿਨ ਅਲਟੀਮੇਟਲੀ ਇੱਦਾਂ ਦਾ ਨਹੀਂ ਨਾ ਹੋ ਸਕਦਾ ਕਿ ਸਨ ਤੋਂ ਹੀਟ ਆ ਗਈ, ਅਰਥ ਨੇ ਉਹ ਹੀਟ ਪਰਮਾਨੈਂਟਲੀ ਟਰੈਪ ਕਰਕੇ ਰੱਖ ਲਈ। had that been the case ਕਿ ਸੋਲਰ ਐਨਰਜੀ ਆਈ, ਅਰਥ ਨੇ ਪਰਮਾਨੈਂਟਲੀ ਸੋਲਰ ਐਨਰਜੀ ਨੂੰ ਟਰੈਪ ਕਰਕੇ ਰੱਖ ਲਿਆ, ਉਸ ਹਿਸਾਬ ਨਾਲ ਤਾਂ ਅਰਥ ਦਾ ਟੈਂਪਰੇਚਰ ਹਮੇਸ਼ਾ ਇਨਕਰੀਜ਼ ਹੀ ਕਰਦਾ ਰਹੇ। ਜਿੰਨਾ ਵੀ ਆਪਣੇ ਅੱਜ ਦੀ ਡੇਟ 'ਚ ਐਵਰੇਜ ਟੈਂਪਰੇਚਰ ਹੈ, ਸੇ ਕਿ ਲਾਈਕ 30 ਡਿਗਰੀ ਸੈਲਸੀਅਸ, 25 ਡਿਗਰੀ ਸੈਲਸੀਅਸ, ਜੇ ਹਮੇਸ਼ਾ ਅਰਥ ਹੀਟ ਟਰੈਪ ਹੀ ਕਰ ਰਹੀ ਹੈ ਤੇ ਟੈਂਪਰੇਚਰ ਤਾਂ ਇਨਕਰੀਜ਼ ਕਰਦਾ ਰਹਿਣਾ ਚਾਹੀਦਾ। ਪਰ ਇੱਦਾਂ ਆਪਾਂ ਯੂਜਲੀ ਓਬਜ਼ਰਵ ਨਹੀਂ ਕਰਦੇ। ਹੁਣ ਕਲਾਈਮੇਟ ਚੇਂਜ ਕਰਕੇ ਇਸ 'ਚ ਕੁਛ ਚੇਂਜਿਸ ਵਗੈਰਾ ਆ ਰਹੀਆਂ, ਬਟ ਮੋਸਟਲੀ ਜਿਹੜਾ ਇੰਨੇ ਟਾਈਮ ਤੋਂ
अर्थ इज 4.6 बिलियन ईयर्स ओल्ड, बहुत पुराने टाइम तो चली आ रही है, लेकिन मोटा मोटा जो सिस्टम अपने इत्थे चल रहा है कि जिन्नी हीट सन तो आप रिसीव करते हैं उन्नी ही हीट मोर और लैस आप रेडिएट बैक करते हैं। कोई इत्थे अक्यूमुलेशन ऑफ हीट नहीं हो रही, कोई इत्थे आप हीट बैंक नहीं खोलिया होया कि इत्थे पैसा जमा हो रहा बाद चो रिलीज़ करांगे, इदां दा यूजली नहीं हुंदा। मोर और लैस जिन्नी हीट आ रही है उन्नी आप रिलीज़ कर रहे हैं। ये रिलीज़ लेकिन तुहानूं हुण पता लग गया कल दी क्लास तो बाद कि ये 2 स्टैप्स च हुंदी है। पहला सरफेस एटमोसफेयर नूं हीट करती है, फिर एटमोसफेयर स्पेस नूं हीट करता है, मतलब स्पेस च हीट रिलीज़ कर दिंदा है। ठीक है जी, आही जिहड़ा चीज़ है आपां उहदे लई आपां वर्ड यूज़ करते हैं हीट बजट, हीट बैलेंस कह लो या हीट बजट ऑफ द अर्थ। बजट आपां कदों वर्ड यूज़ करते हैं इकोनॉमी च, आपां कहंदे इनकम एक्सपेंडिचर दा हिसाब किताब कि तुहानूं पैसा आया किन्ना, थोड़ा पैसा लग्या किन्ना, कित्थों कित्थों तुहानूं पैसा आया, कित्थे कित्थे तुसीं पैसा स्पेंड कीता, इहदा जिहड़ा हिसाब किताब है इहनूं ही आपां बजट कहंदे हैं। अकाउंट ऑफ revenues and expenditures, receipts and expenses is known as budget। ਹੁਣ अर्थ ਦੇ ਕੇਸ 'ਚ ਹੀਟ ਦੇ ਕੰਟੈਕਸਟ 'ਚ ਕੀ ਬਜਟ ਹੋ ਸਕਦਾ ਹੈ ਕਿ ਸਰਫੇਸ ਆਫ ਦੀ ਅਰਥ, ਐਟਮੋਸਫੇਅਰ ਆਫ ਦੀ ਅਰਥ, ਡਿਫਰੈਂਟ ਆਸਪੈਕਟਸ ਆਫ ਦੀ ਅਰਥ ਕਿਸ ਤਰ੍ਹਾਂ ਕਿੰਨਾ ਚੈਨਲਸ ਤੋਂ ਹੀਟ ਰਿਸੀਵ ਕਰ ਰਹੇ ਹੈ, ਕਿੰਨੀ ਹੀਟ ਰਿਸੀਵ ਕਰ ਰਹੇ ਹੈ, ਐਂਡ ਕਿੱਦਾਂ ਹੀਟ ਰੇਡੀਏਟ ਬੈਕ ਕਰ ਰਹੇ ਹੈ, ਵਾਪਸ ਕਿਵੇਂ ਭੇਜ ਰਹੇ ਹੈ। ਉਹਦਾ ਜਿਹੜਾ ਅਕਾਊਂਟ ਆ ਨੂੰ ਉਹਦੇ ਲਈ ਆਪਾਂ ਟਰਮ ਯੂਜ਼ ਕਰਦੇ ਹਾਂ ਹੀਟ ਬਜਟ ਜਾਂ ਹੀਟ ਬੈਲੈਂਸ। ठीक है जी, तो ये अपना टॉपिक है। ਹੁਣ इस ਕੰਟੈਕਸਟ 'ਚ ਆ ਇੱਕ ਫੇਮਸ ਜੀ ਡਾਇਗਰਾਮ ਹੈ, NCERT ਵਗੈਰਾ 'ਚ ਵੀ ਦਿੱਤੀ ਹੋਈ ਹੈ ਐਂਡ ਬੁੱਕਸ ਵਗੈਰਾ 'ਚ ਵੀ ਤੁਹਾਨੂੰ ਇਹ ਮਿਲ ਜੂਗੀ। ਹਾਲਾਂਕਿ मतलब कि डायग्राम ईजी है, बल जिन्ना इस फिगर्स फुगर्स ਦੀਆਂ ਲਿਖੀਆਂ। ਪਹਿਲਾਂ ਤਾਂ मैं एक चीज़ कहना चाहूँगा, ਸਾਰੀਆਂ ਇਹ वैल्यूज़ इंपॉर्टेंट नहीं हैगियाँ। दूसरी गल मैं कहना चाहूँगा कि इस डायग्राम तो ज़्यादा कुछ समझ भी नहीं आता कि मतलब जिस्ट ਜਾਂ पता नहीं चलता भी ये कहना की चाह रहे इस कॉम्प्लीकेटेड डायग्राम तो मैं ਤੁਹਾਨੂੰ कुछ वैल्यूज़ दसूँगा। अगेन वैल्यूज़ ਜਿਹੜੀਆਂ मैं भी दसूँगा वो इन्हों का ही सम है, मतलब दिस प्लस दिस करके मैं एक इकट्ठी वैल्यू दस दूँगा। वैल्यूज़ मैं ਜਿਹੜੀਆਂ दसूँगा वैल्यूज़ वो भी नहीं इंपॉर्टेंट, पर थोड़ा जा लाइक ਆਪਾਂ ਨੂੰ एक आइडिया मिले कि लाइक वॉट आई एम टॉकिंग कि जो ਆਪਾਂ बजट की गल करते हैं वॉट ऑल चैनल्स मतलब की आ रहा है, कितों आ रहा है, एंड जो एक्सपेंडिचर हो रहा है की रेडिएट बैक हो रहा है, कितों रेडिएट बैक हो रहा है, वो अपन चीज़ समझ आऊगी। वैल्यूज़ इंपॉर्टेंट नहीं हैगी, एक वैल्यू इंपॉर्टेंट है वो मैं एम्फेसाइज करूँगा, तुसीं याद रखनी है। आप ये डायग्राम थोड़ा पिद्दू जा कर देंगे हैं, तुसीं इस डायग्राम से हुण जिहड़े मैं वैल्यूज़ लिखा रहे हैं उस पर बस ध्यान ही देना, रट्टा नहीं मारना उन्होंने, कोई वैल्यू नहीं याद रहती, टेंशन वाली गल नहीं गी। से कि 100% अपनी इंसोलेशन है, लेट अस से कि 100 यूनिट्स है एनर्जी दे जेडे अर्थ ने टोटल रिसीव किए, सन कोलों चले सीगे अर्थ तक पहुँचे है। हुण इस 100 यूनिट्स ऑफ एनर्जी 100% ऑफ एनर्जी का की हुंदा है, इस 6% दा जिहड़ी एनर्जी है दैट इज डायरैक्टली स्कैटर्ड, directly scattered to space। हजे अर्थ ते आई नहीं ना, एटमोसफेयर अब्जॉर्ब कर पाता है, सरफेस तक तो आना ही की है, मतलब एटमोसफेयर ते भी हजे पहुंची नहीं गई। बिफोर लाइक एक्चुअली स्ट्राइकिंग द सरफेस ऑफ द अर्थ दिस हीट इज डायरेक्टली, दिस एनर्जी इज डायरेक्टली स्कैटर्ड बैक, मतलब नॉट इवन अब्जॉर्ब्ड, नॉट इवन रीचिंग द एटमोसफेयर ऑफ द अर्थ। 6% आहा हो गया जी। 27% हीट है, मैं बारी बारी परसेंटेज नहीं लिखूंगा, मैं क्लैरिटी जी घटती है। 27% जी हीट है ये एटमोसफेयर तक पहुँचती है, लेकिन एटमोसफेयर इस हीट नू रिफ्लैक्ट बैक कर दिंदा है। कोई भी एनर्जी है जिवें आपां कहने हैं कि कोई इंसीडेंट चीज़ है, कुछ पोर्शन इहदा इत्थे अब्जॉर्ब हो जाता है, कुछ पोर्शन इहदा रिफ्लैक्ट बैक हो जाता है। हुण आपां वो गल कर रहे हैं रिफ्लैक्ट बैक की होया। 6% तो बिना एटमोसफेयर नू लाइक बिना एटमोसफेयर चाहे बिना सरफेस ते आए, उपरों बारों बार ही बाईपास होगी, डायरेक्टली स्कैटर्ड टू स्पेस। 27% रिफ्लैक्ट करती, एब्जॉर्ब नहीं हुई, रिफ्लैक्ट करती एटमोसफेयर ने। ठीक है जी।
2% ਹੀਟ ਇਦਾਂ ਦੀ ਸੀ ਜਿਹੜੀ ਐਟਮੋਸਫੇਅਰ ਨੂੰ ਚੀਰਦੀ ਹੋਈ ਸਰਫੇਸ ਤੱਕ ਆਈ, ਲੇਕਿਨ ਸਰਫੇਸ ਨੇ ਰਿਫਲੈਕਟ ਬੈਕ ਕਰਤੀ, रिफ्लेक्टेड बैक बाय सरफेस ऑफ द अर्थ। सरफेस ਹੁਣ ਓਸ਼ੀਐਨਿਕ ਸਰਫੇਸ ਵੀ ਹੋ ਸਕਦੀ ਹੈ, ਲੈਂਡ ਸਰਫੇਸ ਵੀ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਸਰਫੇਸ ਹੋਵੇ, ਸਰਫੇਸ ਆਫ ਦੀ ਅਰਥ ਨੇ ਉਹਨੂੰ ਰਿਫਲੈਕਟ ਬੈਕ ਕਰਤਾ। ਹੁਣ ਇਹ ਉਹ ਹੀਟ ਹੋ ਗਈ, ਇਹ ਉਸ ਹੀਟ ਦਾ ਹਿਸਾਬ ਹੋ ਗਿਆ ਜਿਹੜੀ ਸਨ ਤੋਂ ਅਰਥ ਵੱਲ ਤਾਂ ਆਉਂਦੀ ਹੈ ਲੇਕਿਨ ਅਰਥ ਅਬਜ਼ੋਰਬ ਨਹੀਂ ਕਰਦੀ। ਜਾਂ ਤਾਂ ਅਰਥ ਉਹਨੂੰ ਡਾਇਰੈਕਟਲੀ ਸਕੈਟਰਡ ਟੂ ਸਪੇਸ ਕਰ ਦਿੰਦੀ ਹੈ, ਜਾਂ ਅਰਥ ਦਾ ਐਟਮੋਸਫੇਅਰ ਉਹਨੂੰ ਰਿਫਲੈਕਟ ਬੈਕ ਕਰ ਦਿੰਦਾ ਹੈ, ਜਾਂ ਅਰਥ ਦੀ ਸਰਫੇਸ ਉਹਨੂੰ ਰਿਫਲੈਕਟ ਬੈਕ ਕਰ ਦਿੰਦੀ ਹੈ। ਯਾਨੀ ਕਿ ਇਸ ਹੀਟ ਨੂੰ ਬਿਲਕੁਲ ਆਪਾਂ ਯੂਜ਼ ਹੀ ਨਹੀਂ ਕੀਤਾ, ਯੂਜ਼ਲੈਸ ਹੀਟ ਹੈ ਜਿਹੜੀ ਬਾਹਰੋਂ ਬਾਹਰ ਹੀ ਆਪਾਂ ਭੇਜਤੀ। ਇਹ ਟੋਟਲ ਕਿੰਨੀ ਹੋਈ? 35%। ਹੁਣ ਤੁਸੀਂ ਇੱਕ ਹੀ ਵੈਲਿਊ ਪੂਰੇ, ਇਸ ਤੋਂ ਬਾਅਦ ਵੀ ਮੈਂ ਕੁਝ ਵੈਲਿਊਜ਼ ਵਗੈਰਾ ਲਿਖੂੰਗਾ, ਇੱਕ ਵੈਲਿਊ ਤੁਸੀਂ ਯਾਦ ਰੱਖਣੀ ਹੈ, ਉਹ ਆ 35%। this value of 35% ਤੁਸੀਂ ਰਿਅਲਾਈਜ਼ ਕਰ ਰਹੇ ਹੋ ਕਿ what is this value? ਉਹ percentage of heat ਜਿਹੜੀ ਅਰਥ ਨੇ ਅਬਜ਼ੋਰਬ ਹੀ ਨਹੀਂ ਕੀਤੀ, ਡਾਇਰੈਕਟਲੀ ਅਸੀਂ ਵਾਪਸ ਭੇਜਤੀ। ਸਨ ਤੋਂ ਆਈ, ਭਾਵੇਂ ਅਸੀਂ ਸਕੈਟਰ ਕਰਕੇ ਵਾਪਸ ਭੇਜਤੀ, ਭਾਵੇਂ ਐਟਮੋਸਫੇਅਰ ਨੇ ਰਿਫਲੈਕਟ ਕਰਤੀ, ਭਾਵੇਂ ਸਰਫੇਸ ਨੇ ਰਿਫਲੈਕਟ ਕਰਤੀ, ਬਿਨਾਂ ਐਬਜ਼ੋਰਬ ਕੀਤੇ ਅਸੀਂ ਵਾਪਸ ਭੇਜਤੀ। this is known as, ਹੁਣ ਇਹ ਤੁਸੀਂ ਟਰਮ ਵੀ ਯਾਦ ਰੱਖਣਾ ਹੈ, albedo of the earth। This is the average albedo of the earth। albedo ਕੀ ਹੁੰਦਾ ਹੈ? albedo is that percentage of heat energy या that percentage of energy that is directly reflected or scattered back without getting absorbed। ठीक है जी, without getting absorbed is important, क्योंकि ਆਪਾਂ ਲਾਈਕ डिस्कशन ही ਆਪਾਂ इदां स्टार्ट की, जे हीट आई है अल्टीमेटली उस हीट ने वापस भी जाना है, ਭਾਵੇਂ ਉਹ ਰਿਫਲੈਕਟ ਹੋ ਕੇ ਜਾਵੇ, ਭਾਵੇਂ ਉਹ ਅਬਜ਼ੋਰਬ ਹੋ ਕੇ ਜਾਵੇ, ਭਾਵੇਂ ਰੇਡੀਏਟ ਹੋ ਕੇ ਜਾਵੇ, ਜਿਵੇਂ ਮਰਜ਼ੀ ਜਾਵੇ, ਜੇ ਹੀਟ ਆਈ ਹੈ ਉਹਨੇ ਵਾਪਸ ਵੀ ਜਾਣਾ ਹੈ। अल्टीमेटली ਦਾ ਜਿੰਨਾ ਆਇਆ ਉਨਾ ਵਾਪਸ ਜਾਊਗਾ, ਜੋ ਆਇਆ है वो जाएगा, तुम क्या लेकर आए थे क्या लेकर जाओगे। ਲੇਕਿਨ ਐਲਬੀਡੋ ਕੀ ਹੈ? ਐਲਬੀਡੋ ਉਹ ਹੈ ਜਿਹੜਾ ਕੰਮ ਵੀ ਨਹੀਂ ਆਇਆ ਬਟ ਆਪਾਂ ਡਾਇਰੈਕਟਲੀ ਬਿਨਾਂ ਅਬਜ਼ੋਰਪਸ਼ਨ ਤੋਂ ਹੀ ਉਹਨੂੰ ਸਕੈਟਰ ਬੈਕ ਕਰਤਾ ਜਾਂ ਰਿਫਲੈਕਟ ਬੈਕ ਕਰਤਾ। ਤੇ ਅਰਥ ਦੇ ਐਲਬੀਡੋ ਦੀ ਤੁਸੀਂ ਵੈਲਿਊ ਯਾਦ ਰੱਖਣੀ ਹੈ, ਇਟ ਇਜ਼ ਅਪਰੋਕਸੀਮੇਟਲੀ 35%। ਐਵਰੇਜ ਐਲਬੀਡੋ ਆਫ ਦੀ ਅਰਥ ਇਜ਼ 35%। ਠੀਕ ਹੈ ਜੀ। ਹੁਣ ਗੱਲ ਆਉਂਦੀ ਹੈ ਕਿ ਬਾਕੀ ਮਤਲਬ ਇਹ ਤਾਂ ਸਿਰਫ ਇਹਦਾ ਬਿਨਾਂ ਯੂਜ਼ ਕੀਤੇ ਆਪਾਂ ਰਿਫਲੈਕਟ ਬੈਕ ਕਰਤੀ, ਬਾਕੀ ਦੀ ਹੀਟ ਐਨਰਜੀ ਦਾ ਕੀ? ਉਹਦੇ ਲਈ now like you please note it down if you want to, I'm gonna like shift to other values। now ਆਪਣੇ ਕੋਲ ਪਿੱਛੇ ਕਿੰਨਾ ਬਚਿਆ? ਪਿੱਛੇ ਆਪਣੇ ਕੋਲ ਬਚਿਆ 65%। 100% ਇਨਸੋਲੇਸ਼ਨ ਸੀ, 65% ਬਚਿਆ। ਇਸ 65% ਚ 14% ਤਾਂ ਐਟਮੋਸਫੇਅਰ ਐਬਜ਼ੋਰਬ ਕਰ ਲੈਂਦਾ ਹੈ। 14% is absorbed by atmosphere। बचा कितना? 51%। 51% is absorbed by surface of the earth। जिन्ना 65% अपना बचा सी, 35% आप कढ़ता, 65 चो सी सेट का क्वेश्चन बन गया। 14% इज एब्जॉर्ब्ड बाय एटमॉस्फेयर, 51% इज एब्जॉर्ब्ड बाय सरफेस ऑफ द अर्थ। इत्थे एब्जॉर्ब लिखना, एब्जॉर्ब्ड बाय द सरफेस ऑफ द अर्थ। ये बन गया अपना 65%। हुण क्योंकि ਤੁਹਾਨੂੰ ਹੁਣ ਤੱਕ ਤਾਂ ਪਤਾ ਹੀ ਹੈ ਕਿ ਜੋ ਐਬਜ਼ੋਰਬ ਕੀਤਾ ਜਾਊਗਾ ਉਸਦਾ ਅਰਥ ਇੱਦਾਂ ਦਾ ਹੈ ਨਹੀਂਗਾ ਕਿ ਹੀਟ ਹੋਣ 'ਚ ਲਾਈਕ ਹੀਟ ਹੁੰਦੀ ਰਹੂਗੀ। ਜੋ ਸਰਫੇਸ ਆਫ ਦੀ ਅਰਥ ਐਬਜ਼ੋਰਬ ਕਰ ਰਹੀ ਹੈ ਅਲਟੀਮੇਟਲੀ ਉਹ ਰੇਡੀਏਟ ਬੈਕ ਕਰ ਦੂਗੀ। ਸੋ ਆ 65% ਦਾ ਹਿਸਾਬ ਕਿਤਾਬ ਆਪਣਾ ਇੱਥੇ ਪੂਰਾ ਹੁੰਦਾ। ਹੁਣ ਆਪਾਂ ਰੇਡੀਏਟਡ ਬੈਕ ਦਾ ਹਿਸਾਬ ਕਿਤਾਬ ਕਰ ਲਈਏ। ਸਰਫੇਸ ਆਫ ਦੀ ਅਰਥ ਨੇ 51% ਐਬਜ਼ੋਰਬ ਕੀਤਾ ਸੀ। ਸਰਫੇਸ ਆਫ ਦੀ ਅਰਥ ਰੇਡੀਏਟ ਬੈਕ ਕਿੰਨਾ ਕਰੂਗੀ? ਜਿੰਨਾ ਐਬਜ਼ੋਰਬ ਉਨਾ ਹੀ ਰੇਡੀਏਟਡ ਬੈਕ ਇਜ਼ ਇਕੁਅਲ ਟੂ 51%। ਇਹ ਕੀ ਹੈ? ਸਰਫੇਸ radiated back।
ਸਰਫੇਸ ਰੇਡੀਏਸ਼ਨ ਹੈ ਇਹ। ਲੇਕਿਨ ਹੁਣ ਇਸ 'ਚ ਇੱਕ ਅੱਗੇ ਫਰਦਰ ਸਬ ਡਿਵੀਜ਼ਨ ਹੈ। ਜੇ ਸਰਫੇਸ ਆਫ ਦੀ ਅਰਥ ਹੀਟ ਰੇਡੀਏਟ ਕਰਨਾ ਸਟਾਰਟ ਕਰੂਗੀ ਬਿਫੋਰ ਹੀਟ ਰੀਚਿਸ ਦੀ ਸਪੇਸ, ਰਸਤੇ 'ਚ ਪਹਿਲਾਂ ਕੀ ਆਉਂਦਾ ਐਟਮੋਸਫੇਅਰ, ਤਾਂ ਕੁਛ ਹੀਟ ਐਟਮੋਸਫੇਅਰ ਐਬਜ਼ੌਰਬ ਕਰ ਲੂਗਾ। ਠੀਕ ਹੈ ਜੀ। ਤਾਂ ਆਪਾਂ ਉਹੀ ਕਹਿੰਦੇ ਆ ਨਾ ਕਿ ਐਟਮੋਸਫੇਅਰ ਦੀ ਹੀਟਿੰਗ ਕਿਵੇਂ ਹੁੰਦੀ ਹੈ। ਜਿਵੇਂ ਕੱਲ੍ਹ ਦੀ ਕਲਾਸ 'ਚ ਐਂਡ 'ਚ ਤੁਹਾਨੂੰ ਮੈਂ ਲਾਸਟ ਜਿਹੜੀ ਚੀਜ਼ ਦੱਸੀ ਸੀ ਕਿ ਐਟਮੋਸਫੇਅਰ ਦੀ ਸੋਲਰ ਐਨਰਜੀ ਨਾਲ ਨਹੀਂ ਹੀਟ ਹੁੰਦਾ, ਐਟਮੋਸਫੇਅਰ ਤਾਂ ਥੱਲੋਂ ਆਈ ਹੋਈ ਹੀਟ ਨਾਲ ਹੀਟ ਅਪ ਹੁੰਦਾ। ਜਿਹੜੀ ਟੈਰੈਸਟਰੀਅਲ ਰੇਡੀਏਸ਼ਨ ਆ ਉਹਦੇ ਨਾਲ ਹੀਟ ਅਪ ਹੁੰਦਾ। ਹੁਣ ਇਹ ਟੈਰੈਸਟਰੀਅਲ ਰੇਡੀਏਸ਼ਨ ਦੀ ਤਾਂ ਆਪਾਂ ਗੱਲ ਕਰ ਰਹੇ ਹਾਂ। ਸਰਫੇਸ ਆਫ ਦੀ ਅਰਥ ਗਰਮ ਹੋ ਗਈ, ਗਰਮ ਹੋਣ ਤੋਂ ਬਾਅਦ ਉਹਨੇ ਹੀਟ ਰੇਡੀਏਟ ਬੈਕ ਕੀਤੀ। ਹੁਣ ਇਹ ਹੀਟ ਸਰਫੇਸ ਆਫ ਦੀ ਅਰਥ ਤੋਂ ਉੱਪਰ ਸਪੇਸ ਵੱਲ ਜਾ ਰਹੀ ਹੈ, ਲੇਕਿਨ ਬਿਫੋਰ ਇਟ ਰੀਚਿਸ ਸਪੇਸ, ਰਸਤੇ 'ਚ ਪਹਿਲਾਂ ਇਹ ਐਟਮੋਸਫੇਅਰ ਨੂੰ ਗਰਮ ਕਰੂਗੀ। ਹੁਣ ਇਹ 51% ਦਾ ਕੀ ਹਿਸਾਬ ਕਿਤਾਬ ਹੈ, ਇਸ 'ਚ 34% ਇਸ 'ਚ 34% ਪਹਿਲਾਂ ਐਟਮੋਸਫੇਅਰ ਐਬਜ਼ੌਰਬ ਕਰ ਲੈਂਦਾ ਹੈ, ਪਰ 17% ਡਾਇਰੈਕਟਲੀ ਰੇਡੀਏਟ ਟੂ ਸਪੇਸ ਹੋ ਜਾਂਦੀ ਹੈ। ਡਾਇਰੈਕਟਲੀ ਰੇਡੀਏਟਡ ਬੈਕ ਟੂ ਸਪੇਸ। ਠੀਕ ਹੈ ਜੀ। ਆ 51% ਸੀ ਜਿਹੜੀ ਅਰਥ ਨੇ ਰੇਡੀਏਟ ਕਰਨੀ ਸਟਾਰਟ ਕੀਤੀ। 34% this is the heat that is absorbed by atmosphere। ਆ ਜਿਹੜੀ 17% ਹੈ ਡਾਇਰੈਕਟਲੀ ਸਪੇਸ 'ਚ ਚਲੀ ਜਾਂਦੀ ਹੈ। ਹੁਣ ਤੁਸੀਂ ਐਟਮੋਸਫੇਅਰ ਦੀ ਗੱਲ ਕਰੋ ਮੇਰੇ ਨਾਲ। ਐਟਮੋਸਫੇਅਰ ਵਿਚਾਰੇ ਨਾਲ ਕੀ ਪਾਣਾ ਵਰਤਿਆ। ਐਟਮੋਸਫੇਅਰ ਨੇ ਜੋ ਰਿਫਲੈਕਟ ਕੀਤਾ ਸੀਗਾ ਉਹ ਤਾਂ ਤੁਸੀਂ ਕਰ ਦਿਓ ਇਗਨੋਰ, ਉਹ ਤੁਸੀਂ ਪਹਿਲਾਂ ਹੀ ਉਹਦਾ ਹਿਸਾਬ ਕਿਤਾਬ ਮੈਨੂੰ ਦੇਤਾ ਹੋਇਆ ਕਿ 27% ਐਟਮੋਸਫੇਅਰ ਨੇ ਰਿਫਲੈਕਟ ਬੈਕ ਕਰਤਾ, ਕਲਾਊਡਸ ਨੇ ਰਿਫਲੈਕਟ ਬੈਕ ਕਰਤਾ। ਉਹਦਾ ਤੁਸੀਂ ਆਲਰੇਡੀ ਮੈਨੂੰ ਹਿਸਾਬ ਦੇ ਚੁੱਕੇ ਹੋ। ਹੁਣ ਆਪਾਂ ਅਬਜ਼ੌਰਬਡ ਹੀਟ ਦੀ ਗੱਲ ਕਰੀਏ। ਅਬਜ਼ੌਰਪਸ਼ਨ 'ਚ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਇੱਥੇ 14% ਵਾਸ ਅਬਜ਼ੌਰਬਡ ਬਾਈ ਐਟਮੋਸਫੇਅਰ। ਹੁਣ ਐਟਮੋਸਫੇਅਰ ਕੋਲ ਇੱਕ ਦਾ ਕੀ ਹੈ, 14% ਉਹ ਹੀਟ ਹੈ ਜਿਹੜੀ ਉਹਨੇ ਡਾਇਰੈਕਟਲੀ ਇਨਸੋਲੇਸ਼ਨ ਤੋਂ ਅਬਜ਼ੌਰਬ ਕੀਤੀ ਹੈ। डायरेक्ट absorb, ऊपरों आई सी 65% से 14% was absorbed by atmosphere। on the other hand ਇੱਥੇ ਤੁਸੀਂ 34% ਲਿਖਿਆ ਵੀ ਟੈਰੈਸਟਰੀਅਲ ਰੇਡੀਏਸ਼ਨ ਜਿਹੜੀ ਰਿਲੀਜ਼ ਹੋਈ ਸੀ ਉਸ 'ਚ ਵੀ ਜਿਹੜਾ 34 ਯੂਨਿਟਸ ਹੈ, 34% ਹੈ, ਉਹ ਤਾਂ ਐਟਮੋਸਫੇਅਰ ਨੇ ਅਬਜ਼ੌਰਬ ਕਰ ਲਏ ਸੀ। ਐਟਮੋਸਫੇਅਰ ਦੋ ਤਰ੍ਹਾਂ ਗਰਮ ਹੋ ਰਿਹਾ। there are two ways atmosphere is getting heated। ਇੱਕ ਤਾਂ ਜਿਹੜੀ ਡਾਇਰੈਕਟ એનર્ਜੀ ਆਈ ਸੀ 14 ਯੂਨਿਟਸ ਤਾਂ ਉਹ ਐਟਮੋਸਫੇਅਰ ਨੇ ਅਬਜ਼ੌਰਬ ਕਰ ਲਏ। ਇੱਕ ਟੈਰੈਸਟਰੀਅਲ ਰੇਡੀਏਸ਼ਨ ਰਿਲੀਜ਼ ਹੋਈ ਸੀ 34 ਯੂਨਿਟਸ ਉੱਥੇ ਐਟਮੋਸਫੇਅਰ ਨੇ ਅਬਜ਼ੌਰਬ ਕਰ ਲਏ। 34% ਕਿੱਥੋਂ ਆਏ ਹੈ, ਟੈਰੈਸਟਰੀਅਲ ਰੇਡੀਏਸ਼ਨ ਤੋਂ ਆਏ ਹੈ। absorbed from the heat radiated by the earth। ਹੁਣ ਤੁਸੀਂ ਪਹਿਲਾਂ ਤਾਂ ਇੱਥੇ ਹੀ ਫੋਕਸ ਕਰੋ। ਮੈਂ ਕਿਉਂ ਕਹਿ ਰਿਹਾ, ਮੈਂ ਕਹਿ ਰਿਹਾ ਨਾ ਕਿ ਐਟਮੋਸਫੇਅਰ ਡਾਇਰੈਕਟ ਹੀਟਿੰਗ ਨਾਲ ਨਹੀਂ, ਡਾਇਰੈਕਟ ਰੇਜ਼ ਆਫ ਸਨ ਨਾਲ ਨਹੀਂ ਹੀਟ ਹੋ ਰਿਹਾ, ਟੈਰੈਸਟਰੀਅਲ ਰੇਡੀਏਸ਼ਨ ਨਾਲ ਹੀਟ ਹੋ ਰਿਹਾ। ਕੀ ਇਹ ਗੱਲ ਇੱਥੋਂ ਪਤਾ ਵੀ ਚੱਲ ਰਹੀ ਹੈ ਆਪਾਂ ਨੂੰ ਕਿ ਟੈਰੈਸਟਰੀਅਲ ਰੇਡੀਏਸ਼ਨ ਨਾਲ 34 ਯੂਨਿਟਸ ਅਬਜ਼ੌਰਬ ਕੀਤੇ ਹੈ, ਡਾਇਰੈਕਟ ਅਬਜ਼ੌਰਪਸ਼ਨ ਨਾਲ ਸਿਰਫ 14 ਯੂਨਿਟਸ ਅਬਜ਼ੌਰਬ ਕੀਤੇ ਹੈ। ਤਾਂ ਮੋਰ ਪ੍ਰੋਮੀਨੈਂਟ ਮੈਥਡ ਕਿਹੜਾ ਹੀਟਿੰਗ ਦਾ, ਟੈਰੈਸਟਰੀਅਲ ਰੇਡੀਏਸ਼ਨ ਵਾਲਾ ਮੈਥਡ ਮੋਰ ਪ੍ਰੋਮੀਨੈਂਟ ਮੈਥਡ ਹੈ। ਪਰ ਚਲੋ ਭਾਵੇਂ ਇੱਦਾਂ ਅਬਜ਼ੌਰਬ ਕੀਤੇ ਭਾਵੇਂ ਇੱਦਾਂ ਅਬਜ਼ੌਰਬ ਕੀਤੇ, ਟੋਟਲ ਕਿੰਨਾ ਆ ਗਿਆ ਐਟਮੋਸਫੇਅਰ ਕੋਲੇ 48%। ਹੁਣ ਇਸ 48% ਦਾ ਐਟਮੋਸਫੇਅਰ ਕੀ ਅਚਾਰ ਪਾਊਗਾ। ਐਟਮੋਸਫੇਅਰ ਨੇ ਇੰਨੀ ਹੀਟ ਅਬਜ਼ੌਰਬ ਕਰਕੇ ਕਰਨਾ ਕੀ ਹੈ, ਪਰਮਾਨੈਂਟਲੀ ਤਾਂ ਅਬਜ਼ੌਰਬ ਕਰੂਗਾ ਨਹੀਂ, ਜੋ ਆਇਆ ਹੈ ਉਹ ਜਾਏਗਾ। ਹੀਟ ਜੇ 48% ਐਟਮੋਸਫੇਅਰ ਨੇ ਅਬਜ਼ੌਰਬ ਕੀਤੀ ਹੈ ਭਾਵੇਂ ਕਿਵੇਂ ਵੀ ਕੀਤੀ ਹੋਵੇ, ਅਲਟੀਮੇਟਲੀ ਇਸ ਹੀਟ ਦਾ ਕੀ ਹੋਊਗਾ, ਰੇਡੀਏਟਡ ਬੈਕ ਟੂ ਸਪੇਸ। ਇਹ 48% ਵੀ ਅਲਟੀਮੇਟਲੀ ਰੇਡੀਏਟਡ ਬੈਕ ਟੂ ਸਪੇਸ। ਸੋ ਜੇ ਆਪਾਂ ਰੇਡੀਏਟਡ ਹੀਟ ਦਾ ਹਿਸਾਬ ਦੇਣਾ ਹੈ, ਟੈਰੈਸਟਰੀਅਲ ਰੇਡੀਏਸ਼ਨ ਦਾ ਟੋਟਲ ਹਿਸਾਬ ਕਿਤਾਬ ਦੇਣਾ ਹੈ, ਸਰਫੇਸ ਇਸ ਤਰ੍ਹਾਂ ਰੇਡੀਏਟ ਬੈਕ ਕਰਦੀ ਹੈ। ਟੋਟਲ 51% ਅਬਜ਼ੌਰਬ ਕੀਤਾ ਸੀ, 51 ਚੋਂ 34 ਐਟਮੋਸਫੇਅਰ ਨੇ ਅਬਜ਼ੌਰਬ ਕਰ ਲਿਆ ਐਂਡ 17% ਡਾਇਰੈਕਟਲੀ ਟੂ ਸਪੇਸ।
ਐਟਮੋਸਫੇਅਰ ਨੇ 14% ਡਾਇਰੈਕਟਲੀ ਅਬਜ਼ੌਰਬ ਕੀਤਾ ਸੀ, 34% ਇਹਨੇ ਟੈਰੈਸਟਰੀਅਲ ਰੇਡੀਏਸ਼ਨ ਤੋਂ ਅਬਜ਼ੌਰਬ ਕਰ ਲੈਂਦਾ, ਟੋਟਲ ਇਹਦੇ ਕੋਲ 48% ਆਉਂਦਾ ਹੈ। ਇਹ 48 ਦਾ 48% ਹੁਣ ਐਟਮੋਸਫੇਅਰ ਤੋਂ ਉੱਪਰ ਤਾਂ ਕੁਛ ਨਹੀਂ ਹੈ। ਐਟਮੋਸਫੇਅਰ ਜੇ ਰੇਡੀਏਟ ਬੈਕ ਕਰੂਗਾ ਤਾਂ ਸਿੱਧਾ ਸਪੇਸ 'ਚ ਹੀ ਜਾਊਗਾ, ਰੇਡੀਏਟਡ ਬੈਕ ਟੂ ਸਪੇਸ। ਇਹ ਹਿਸਾਬ ਕਿਤਾਬ ਹੈ ਸਾਰੇ 100% ਆਫ ਦੀ ਇਨਕਮਿੰਗ ਸੋਲਰ એનર્ਜੀ ਦਾ, ਕਿ ਉਹਦੇ ਨਾਲ ਹੁੰਦਾ ਕੀ ਹੈ, ਕਿੱਦਾਂ ਕਿੱਦਾਂ ਆਈ, ਕਿਹਨੇ ਅਬਜ਼ੌਰਬ ਕੀਤਾ, ਕਿਹਨੇ ਰਿਫਲੈਕਟ ਕੀਤਾ, ਕਿਹਨੇ ਸਕੈਟਰ ਕੀਤਾ, ਕਿੱਦਾਂ ਰੇਡੀਏਟ ਬੈਕ ਹੋਈ, ਕਿਸਨੇ ਕਿੰਨਾ ਰੇਡੀਏਟ ਕੀਤਾ। ਇਹ ਆਪਾਂ ਕਰ ਲਿਆ ਹੀਟ ਅਰਥ ਦਾ ਹੀਟ ਬਜਟ। ਇਸ 'ਚ ਜਿਹੜੀ ਤੁਸੀਂ ਫਿਗਰ ਇੱਕ ਯਾਦ ਰੱਖਣੀ ਹੈ, what is the albedo of the earth? Albedo of the earth is 35%, and albedo hunda ki hai, the percentage of heat that is directly reflected or scattered back without getting absorbed is important here, ठीक है। and albedo इदा नहीं है कि like earth ਦੇ ਕੇਸ 'ਚ ਹੀ ਹੁੰਦਾ। albedo एक जनरल ਜਿਹਾ ਟਰਮ ਹੈ, like ਐਲਬੀਡੋ ਆਫ ਦੀ ਅਰਥ ਜੇ ਆਪਾਂ ਕਵਾਂਗੇ ਤਾਂ ਫਿਰ ਆਪਾਂ ਐਵਰੇਜ ਐਲਬੀਡੋ ਆਫ ਦੀ ਅਰਥ ਦੀ ਗੱਲ ਕਰਦੇ ਹਾਂ। ਜੇ ਮੈਂ ਇਨ ਜਨਰਲੀ ਪੁੱਛਾਂ ਕਿ ਦੱਸੋ ਜੀ ਵਾਈਟ ਕਲਰ ਦਾ ਐਲਬੀਡੋ ਜ਼ਿਆਦਾ ਹੈ ਕਿ ਬਲੈਕ ਕਲਰ ਦਾ ਐਲਬੀਡੋ ਜ਼ਿਆਦਾ ਹੈ, ਤਾਂ ਐਲਬੀਡੋ ਕੀ ਹੈ ਤੁਹਾਨੂੰ ਪਤਾ ਹੈ ਕਿ ਰਿਫਲੈਕਟ ਕਿੰਨਾ ਕਰਦਾ ਹੈ ਵਿਦਾਊਟ ਗੈਟਿੰਗ ਅਬਜ਼ੌਰਬਡ। ਹੁਣ ਵਾਈਟ ਕਲਰ ਦਾ ਜੇ ਤੁਸੀਂ ਪੇਂਟ ਕੀਤਾ ਹੋਇਆ ਜਾਂ ਬਲੈਕ ਕਲਰ ਦਾ ਪੇਂਟ ਕੀਤਾ ਹੋਇਆ, ਵਾਈਟ ਕਲਰ ਦੀ ਸ਼ਰਟ ਪਾਈ ਹੈ, ਬਲੈਕ ਕਲਰ ਦੀ ਸ਼ਰਟ ਪਾਈ ਹੈ, ਕਿਸ ਕੇਸ 'ਚ ਅਬਜ਼ੌਰਪਸ਼ਨ ਹੋ ਰਹੀ ਹੈ, ਕਿਸ ਕੇਸ 'ਚ ਰਿਫਲੈਕਟ ਬੈਕ ਹੋ ਰਹੀ ਹੈ ਜ਼ਿਆਦਾ। ਜੋ ਰਿਫਲੈਕਟ ਬੈਕ ਜ਼ਿਆਦਾ ਕਰ ਰਿਹਾ ਹੈ ਯਾਨੀ ਕਿ ਉਹਦਾ ਐਲਬੀਡੋ ਜ਼ਿਆਦਾ ਹੈ, ਜੋ ਅਬਜ਼ੌਰਬ ਜ਼ਿਆਦਾ ਕਰ ਰਿਹਾ ਹੈ ਉਹਦਾ ਐਲਬੀਡੋ ਘੱਟ ਹੈ। So white color has more albedo ke less albedo as compared to black color. White color reflect back ज़्यादा करता है, black color absorb करता है। वो कहने गर्मियाँ जब black कपड़े नहीं पाओगे हमें लाइक चुभते हैं क्योंकि heat absorb करते हैं, heat absorb करके की करेंगे थोनू गर्म करेंगे। white color ਦੇ ਕੱਪੜੇ heat reflect back करते हैं ਤਾਂ ਉਹਦਾ ਉਹੀ ਹੈ ਕਾਰਨ, ਠੀਕ ਹੈ ਜੀ। ਤਾਂ ਐਲਬੀਡੋ ਇੱਕ ਜਨਰਲ ਜੀ ਟਰਮ ਹੈ। ਐਂਡ ਹੋਰ ਲਾਈਕ ਜੋਗ੍ਰਾਫੀਕਲ ਫੀਚਰਸ ਜੇ ਮੈਂ ਗੱਲ ਕਰਾਂ, ਸਨੋ ਕਵਰਡ ਮਾਊਂਟੇਨਸ ਦਾ ਐਲਬੀਡੋ ਜ਼ਿਆਦਾ ਹੈ ਕਿ ਗ੍ਰਾਸਲੈਂਡਸ ਦਾ ਐਲਬੀਡੋ ਜ਼ਿਆਦਾ ਹੈ। ਸਨੋ ਕਵਰਡ ਮਾਊਂਟੇਨਸ ਦਾ ਐਲਬੀਡੋ ਜ਼ਿਆਦਾ ਹੈ ਕਿ ਗ੍ਰਾਸਲੈਂਡਸ ਦਾ ਐਲਬੀਡੋ ਜ਼ਿਆਦਾ ਹੈ। ਆਫ ਕੋਰਸ ਸਨੋ ਕਵਰਡ ਮਾਊਂਟੇਨਸ ਦਾ ਐਲਬੀਡੋ ਜ਼ਿਆਦਾ ਹੈ, ਵਾਈਟ ਕਲਰ ਦੇ ਮਾਊਂਟੇਨਸ ਹੈ, ਆਈਸੀ ਮਟੀਰੀਅਲ ਦੇ ਬਣੇ ਹੋਏ ਹੈ, ਹੀਟ ਦੀ ਰਿਫਲੈਕਟਿੰਗ ਜ਼ਿਆਦਾ ਹੈ। ਜਿਹੜਾ ਹੀਟ ਨੂੰ ਰਿਫਲੈਕਟ ਜ਼ਿਆਦਾ ਕਰਦਾ ਹੈ ਉਹਦਾ ਐਲਬੀਡੋ ਜ਼ਿਆਦਾ ਹੈ। ਜਾਂ ਮੈਂ ਸੇ ਰੋਡਸ ਦੀ ਜਿਵੇਂ ਬਿਲਡਿੰਗ ਮਟੀਰੀਅਲ 'ਚ ਨਾ ਪੜ੍ਹਾਈ ਦੇ ਤੌਰ 'ਤੇ ਆਈ ਐਮ ਅ ਸਿਵਲ ਇੰਜੀਨੀਅਰ, ਤਾਂ ਦੋ ਤਰ੍ਹਾਂ ਦੀਆਂ ਰੋਡਸ ਹੁੰਦੀਆਂ। ਆਪਾਂ ਕੰਕਰੀਟ ਰੋਡਸ ਬਣਾ ਸਕਦੇ ਹਾਂ ਜਾਂ ਫਿਰ ਆਪਾਂ ਉਹ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਲ ਲੁੱਕ ਵਾਲੀਆਂ ਸੜਕਾਂ ਬਣਦੀਆਂ ਬਿਚੂਮਿਨਸ ਰੋਡਸ ਬਣਦੀਆਂ। ਦੋ ਸੜਕਾਂ ਜਾ ਰਹੀਆਂ, ਕੰਕਰੀਟ ਵਾਲੀ ਥੋੜ੍ਹੀ ਜਿਹੀ ਲਾਈਟਰ ਇਨ ਕਲਰ ਹੁੰਦੀ ਹੈ, ਬਿਚੂਮਨ ਵਾਲੀ ਥੋੜ੍ਹੀ ਜਿਹੀ ਡਾਰਕ ਇਨ ਕਲਰ ਹੁੰਦੀ ਹੈ, ਬਲੈਕ ਕਲਰ ਦੀ ਸੜਕ ਹੁੰਦੀ ਹੈ, ਬਲੈਕ ਟੌਪ ਹੁੰਦਾ ਹੈ। ਕਿਸ ਦਾ ਐਲਬੀਡੋ ਜ਼ਿਆਦਾ ਹੈ? ਕੰਕਰੀਟ ਵਾਲੀ ਸੜਕ ਦਾ ਐਲਬੀਡੋ ਜ਼ਿਆਦਾ, ਉਹ ਜ਼ਿਆਦਾ ਹੀਟ ਰਿਫਲੈਕਟ ਬੈਕ ਕਰਦੀ ਹੈ ਐਜ਼ ਕੰਪੇਅਰ ਟੂ ਬਲੈਕ ਕਲਰ ਦੀ ਬਿਚੂਮਿਨ ਵਾਲੀ ਰੋਡ। ਤੋ ਲਾਈਕ what is albedo ਤੁਹਾਨੂੰ ਇਨ ਜਨਰਲੀ ਇੱਕ ਜੈਨਰਿਕ ਜਿਹੀ ਟਰਮ ਹੈ, ਦੀ ਪਰਸੈਂਟੇਜ ਆਫ ਦੀ ਹੀਟ ਦੈਟ ਇਜ਼ ਰਿਫਲੈਕਟਡ ਬੈਕ ਵਿਦਾਊਟ ਗੈਟਿੰਗ ਐਬਜ਼ੌਰਬਡ, ਠੀਕ ਹੈ ਜੀ। ਤੇ ਇਹ ਤਾਂ ਹੋ ਗਿਆ ਆਪਣਾ ਹੀਟ ਬੈਲੈਂਸ ਦਾ। ਐਂਡ ਇਸ 'ਚ ਇੱਕ ਤੁਸੀਂ ਇੱਕ ਜਿਹੜੀ ਬੈਕ ਆਫ ਦੀ ਮਾਈਂਡ 'ਚ ਹਮੇਸ਼ਾ ਤੁਸੀਂ ਗੱਲ ਯਾਦ ਰੱਖਣੀ ਹੈ ਕਿ ਕੁਛ ਵੀ ਐ ਬੈਂਕ ਨਹੀਂ ਲੱਗਿਆ ਹੋਇਆ ਹੀਟ ਦਾ, ਨਥਿੰਗ ਇਜ਼ ਗੈਟਿੰਗ ਐਕਿਊਮੂਲੇਟਡ। ਜਿੰਨੀ ਹੀਟ ਆਈ ਹੈ ਉਨੀ ਆਪਾਂ ਵਾਪਸ ਭੇਜ ਦਿੱਤੀ ਹੈ। ਨੈਕਸਟ ਜਿਹੜੀ ਇਸ 'ਚ ਚੀਜ਼ ਆਉਂਦੀ ਹੈ ਲੈਟੀਟਿਊਡਨਲ ਹੀਟ ਬੈਲੈਂਸ। ਅਰਥ ਐਜ਼ ਅ ਹੋਲ ਆਪਾਂ ਇਹਦੀ ਗੱਲ ਕਰੀਏ ਤਾਂ ਜਿੰਨਾ ਆ ਰਿਹਾ ਉਨਾ ਜਾ ਰਿਹਾ, ਲੇਕਿਨ ਇੱਦਾਂ ਨਹੀਂ ਹੈ ਕਿ ਹਰ ਪਲੇਸ 'ਤੇ ਇਹ ਇੰਡੀਵਿਜੂਅਲੀ ਟਰੂ ਹੈ। ਆਪਾਂ ਨੂੰ ਪਤਾ ਹੈ ਕਿ now don't mind my drawing, यहाँ है सूर्य देवता, यहाँ है पृथ्वी। सूर्य से सीधी किरणें आती हैं इक्वेटोरियल रीजन की तरफ, लेकिन सूर्य की स्लैंटिंग रेज आती हैं पोलर एरियाज की तरफ। Because the equatorial regions, because the tropical regions, they receive relatively more direct rays of the sun. And ਆਪਾਂ ਨੂੰ ਇਹ ਵੀ ਪਤਾ ਹੈ ਕਿ ਇੱਥੇ ਲਾਈਕ ਡਾਇਰੈਕਟਲੀ ਕਿਸੇ ਨਾ ਕਿਸੇ ਟਾਈਮ ਤਾਂ ਸਨ ਓਵਰਹੈਡ ਹੁੰਦਾ ਹੀ ਹੈ ਸਾਲ 'ਚ। relatively more heat is received in this region as compared to the
से कि पोलर रीजनस या टैंपरेट रीजनस, तो टोटल अर्थ के केस च जिन्ना आ रहा है उन्ना जा रहा है, लेकिन लैटीट्यूडनली ये गल ट्रू नहीं हैगी। लैटीट्यूडनली हीट इम्बैलेंस एग्जिस्ट करता है। कुछ एरियाज हैगे है जेड़े ज़्यादा हीट रिसीव करते हैं, घट हीट रेडिएट बैक करते हैं। कुछ एरियाज इदां दे हैगे है, पोलर एरियाज, टैंपरेट एरियाज, जेड़े घट हीट रिसीव करते हैं, मोर हीट रेडिएट बैक करते हैं, मोर हीट रेडिएट बैक करते हैं, यानी कि ये हीट सरप्लस रीजन्स है, ये हीट डेफिसिट रीजन्स है। रफली 40 डिग्री के नेड़े तेड़े ला लो। टोटल 0 डिग्री टू 90 डिग्री है। 0 डिग्री टू 40 डिग्री नॉर्थ एंड साउथ हीट सरप्लस इलाका है, ज़्यादा हीट आती है, घट हीट रेडिएट बैक होंगी है। ऑन दी अदर हैंड जेडे पोलर एरियाज है, टैंपरेट रीजनस है, 40 डिग्री तो ऊपर 40 डिग्री तो थले, वो हीट डेफिसिट रीजनस है। उत्थे ज़्यादा मतलब हीट आती ही घट है, लेकिन रेडिएट बैक ज़्यादा होंगी है। इत्थे हीट का डेफिसिट रहिंदा, हीट की कमी रहिंदी है। हुण इहदा की मतलब है, टॉपिक का नाम सीगा लैटीट्यूडनल हीट बैलेंस। मैं तुहानूं कहता कि ये तो जी बैलेंस हुंदा ही नहीं गा, लैटीट्यूडनल हीट इम्बैलेंस एग्जिस्ट करता है। नाउ हाउ डू वी रिकनसाइल दीज टू थिंग्स? नाउ हेयर यू नीड टू रियलाइज के जिहड़ा अर्थ का सिस्टम है, इसे चीज़ नूं, इसे इम्बैलेंस नूं बैलेंस च कन्वर्ट करने लई काम करता है। किस तरह? अर्थ ते विंड्स ब्लो करती हैं, प्लैनेटरी विंड्स। विंड्स की आप अगला टॉपिक अपना वही है, आवांगे आप। विंड्स ब्लो करती हैं, ये विंड्स की परपस सर्व करती हैं। एक जनरल ऐसा नहीं है कि रैंडमली विंड्स फ्लो कर रही हैं। विंड्स इस इम्बैलेंस नूं बैलेंस च कन्वर्ट करने का काम करती हैं। ट्रॉपिकल एरियाज की जिहड़ी ज़्यादा गर्मी है, इस ज़्यादा गर्मी नूं पोलर एरियाज से शिफ्ट करने का काम करती है। दिस इज हाउ latitudinal heat balance is tried to be maintained. ओशन करंट्स है, ओशंस है अपने 70% ऑफ द सरफेस ऑफ द अर्थ इज कवर्ड विद ओशंस। ओशंस च पानी इदा नहीं है, स्टिल नहीं रहता, पानी इज कंटिन्यूसली मूविंग, इधरों इधर चला गया, उपरों थल्ले आ गया, थल्लों ऊपर चला गया, द पानी इज कंटिन्यूसली मूविंग। ये ओशन करंट्स की काम करते हैं? ट्रॉपिकल एरियाज की जिहड़ी ज़्यादा एक्सेस सरप्लस हीट है, इनू पोलर एरियाज वाल लैके जाते हैं। पोलर एरियाज का जिहड़ा ठंडा पानी है, उन्होंने इक्वेटोरियल एरियाज वाल लैके आते हैं। परपस की है? ताकि इस इम्बैलेंस नू बैलेंस च कन्वर्ट किया जा सके। आ जिहड़ी इत्थे सरप्लस हीट है, इनू बैलेंस ऑफ किया जा सके। आ जिहड़ी डेफिसिट हीट वाले इलाके है, इन्हां नू थोड़ा गर्म किया जा सके। So this is how Earth tries to maintain its latitudinal heat balance. ठीक है जी, तो ये तुसी गल ध्यान च रखनी है कि किस तरह लैटीट्यूड नाल हीट की डिस्ट्रीब्यूशन इफेक्ट होंदी है एंड उहदा कॉन्सीक्वेंस की हुंदा कि सरप्लस हीट सरप्लस रीजनस एंड हीट डेफिसिट रीजनस डिवेलप हो जाते हैं। लाइक दिस डायग्राम ट्राइज टू से द सेम थिंग जो मैं दसी है कि जिहड़ा 90 to 40% डिग्री तक साउथ, 90 to 40 डिग्री नॉर्थ हीट डेफिसिट इलाके है, 40 डिग्री नॉर्थ एंड 40 डिग्री साउथ तक हीट सरप्लस इलाके है। इन्होंने ग्राफ च दसता। नेक्स्ट होना पाने हैं फैक्टर्स अफेक्टिंग डिस्ट्रीब्यूशन ऑफ अर्थ्स टेंपरेचर। मैं से सर्दियों की गल करिए, अपने पंजाब च बठिंडा, अमृतसर, चंडीगढ़ टैंपरेचर हुंदा 10 डिग्री, 5 डिग्रीज, 2 डिग्रीज, कई बारी 0 के नेड़े भी पहुँच जाता है। उस ही टाइम पे बॉम्बे चले जाइए, टैंपरेचर हुंदा 30 डिग्री, 28 डिग्री, 32 डिग्री। इदा क्यों? लाइक वाई डिफरेंट प्लेसेस ऑन द सरफेस ऑफ द अर्थ हैव डिफरेंट टेंपरेचर्स। फैक्टर्स अफेक्टिंग डिस्ट्रीब्यूशन ऑफ अर्थ टेंपरेचर। ਹੁਣ मल्टीपल फैक्टर्स इफेक्ट करते हैं इस चीज़ ਨੂੰ। ਜਿਵੇਂ ਇੱਕ ਤੁਸੀਂ ਹੁਣੇ ਹੀ ਆਪਾਂ ਜਸਟ ਪਿਛਲੀ ਹੀ ਟੌਪਿਕ 'ਚ ਸਟੱਡੀ ਕੀਤਾ ਲੈਟੀਟਿਊਡ। ट्रॉपिकल रीजनस क्योंकि डायरैक्ट रेज मतलब लैटीट्यूड हम दो तरीके नाल आप समझ सकते हैं, इंक्लीनेशन ऑफ सनस रेज एंड सीजनल साइकिल।
ਇਨਕਲੀਨੇਸ਼ਨ ਆਫ ਸਨਸ ਰੇਜ਼ ਆਪਾਂ ਲਾਸਟ ਟੌਪਿਕ 'ਚ ਹੁਣੇ ਕਵਰ ਕੀਤਾ ਕਿ ਜਿਹੜੇ ਤਾਂ ਟ੍ਰੋਪੀਕਲ ਰੀਜਨਸ ਹੁੰਦੇ ਆ they receive relatively direct rays of the sun, while the polar regions they receive slanting rays of the sun. Inclination of the sun's rays, relatively ज़्यादा area heat up करना पैंदा है उन्नियां ही equivalent rays of the sun ਨੂੰ as compared to ਇੱਥੇ ਘੱਟ area heat up करना पैंदा है equivalent rays of sun ਨੂੰ concentrated rays of the sun, scattered rays of the sun ज़्यादा distance travel कर रही हैं ਇੱਥੇ ਹੀਟਿੰਗ ਇੰਟੈਂਸਿਟੀ ਜ਼ਿਆਦਾ ਹੈ ਇੱਥੇ ਹੀਟਿੰਗ ਇੰਟੈਂਸਿਟੀ ਘੱਟ ਹੈ ਤਾਂ obvious needless to say ਕਿ ਇੱਥੇ ਸਭ ਤੋਂ ਜ਼ਿਆਦਾ ਇਨਸੋਲੇਸ਼ਨ ਰਿਸੀਵ ਹੋ ਰਹੀ ਹੈ ਇੱਥੇ ਸਭ ਤੋਂ ਜ਼ਿਆਦਾ ਹੀਟ ਰਿਸੀਵ ਹੋ ਰਹੀ ਹੈ ਇੱਥੇ ਘੱਟ ਹੀਟ ਰਿਸੀਵ ਹੋ ਰਹੀ ਹੈ ਟੈਂਪਰੇਚਰ ਵੀ ਉਸੇ ਚੀਜ਼ ਨੂੰ ਕੋਰਸਪੌਂਡ ਕਰੂਗਾ ਹਾਈ ਟੈਂਪਰੇਚਰ ਹੋਊਗਾ ਇੱਥੇ ਲੋ ਟੈਂਪਰੇਚਰ ਹੋਊਗਾ ਫਿਰ ਸੀਜ਼ਨਲ ਸਾਈਕਲ ਦੇ ਕੰਟੈਕਸਟ 'ਚ ਮੈਂ ਤੁਹਾਨੂੰ ਇੱਕ ਡਾਇਗਰਾਮ ਦੇਣਾ ਚਾਹੁੰਦਾ ਹਾਂ that is, let us say this is center च अपना sun and let us say कि this is the earth's orbit around the sun and let us say ਉਹ ਬਈ ਤੁਸੀਂ ਕਾਪੀ ਰੱਖ ਰਹੇ ਹੋ ਆਪਣੇ ਕੋਲ ਕਿ ਨਹੀਂ ਆਹ ਸਾਰੀਆਂ ਜਿਹੜੇ ਮੈਂ ਕਲਾਕਾਰੀ ਜੀ ਦਿਖਾ ਰਿਹਾ ਇਹ ਸਾਰੀ ਨੋਟ ਕਰਨੀ ਹੈ ਤੁਸੀਂ ਭਾਵੇਂ ਵਧੀਆ ਭਾਵੇਂ ਮਾੜੀ ਹੈ drawing पर तुसी नोट करनी है as earth revolves around the sun in an elliptical orbit shape of the earth's orbit भी तुसी ध्यान च रखनी है proper circle नहीं हुंदा ये ellipse हुंदा है elongated जा circle हुंदा है इन्हू आपां कहने ellipse math च तो earth revolves around the sun in an elliptical orbit लेकिन हुण जिवें जिवें लाइक टोटल रेवोल्यूशन कंप्लीट करने लिए अर्थ में लगते हैं 365 डेज 365.25 डेज लगते हैं एंड इसे एक साल च आपां देखते हैं चेंज ऑफ सीजनस हुंदा है ये चेंज ऑफ सीजनस क्यों हुंदा है कदे इत्थे नॉर्दर्न हैमिस्फेयर च सर्दी है सदर्न हैमिस्फेयर च समर है कदे इत्थे नॉर्दर्न हैमिस्फेयर च समर है सदर्न हैमिस्फेयर च विंटर है अर्थ दी एक्सिस थोड़ी जी टिल्टेड है थोड़ी जी अर्थ बिल्कुल इदां सीधी नहीं हैगी अर्थ इदां थोड़ी जी टेढ़ी है इस इनू आपां कहंदे हैं टिल्ट ऑफ द अर्थ एक्सिस कितनी टेढ़ी है तुसी वैल्यू भी याद रखनी है उपरों आपां गिनीए तो अर्थ 23.5 डिग्रीज नाल टिल्टेड है एज कंपेयर टू द वर्टिकल प्लेन 23.5 डिग्रीज नाल अर्थ इज टिल्टेड अर्थ इज जिहड़ी नॉर्थ साउथ पोल है इस तरह टिल्टेड है दिस इज द एक्सिस ऑफ द अर्थ over here is the axis of the earth and this angle is 23.5 degrees and the significance की है इस tilt of the earth's axis ਦਾ significance ਕੀ ਹੈ ਆਪਾਂ ਬਚਪਨ ਚ ਪੜਿਆ ਸੀਗਾ how are seasons caused general ਜੇ ਆਪਾਂ ਉਹਦਾ ਆਨਸਰ ਪੜਦੇ ਹਾਂ seasons are caused by revolution of the earth how are days and nights are formed by rotation of the earth सीजनस वाले केस च आपां अद्धी चीज़ पढ़ते हैं अधूरी चीज़ पढ़ते हैं सीजनस आर कॉज्ड बाय रेवोल्यूशन ऑफ द अर्थ बिल्कुल ठीक गल है एंड टिल्ट ऑफ द अर्थस एक्सिस जे टिल्ट ना होवे तां वी सीजनस ना बनन टिल्ट किवें सीजनस बनांदी है तुसीं हुण इस डायग्राम च देखो कौन सा रंग चुना हुआ है मैंने this is the north south line this is the axis of the earth this is the axis of the earth this is equator टिल्ट दे नाल की हुंदा है कि एक पोर्शन इदां दा आंदा है एक टाइम इदां आंदा है ड्यूरिंग द रेवोल्यूशन हुण अर्थ तां रिवॉल्व करदी रहिंदी है ड्यूरिंग द रेवोल्यूशन ऑफ द अर्थ एक टाइम इदां दा आंदा है जदों नीचे वाला पोर्शन सदर्न हेमिस्फेयर इज रिलेटिवली क्लोजर टू द सन एक टाइम इदां दा आंदा है नॉर्दर्न हेमिस्फेयर इज अवे फ्रॉम द सन सन इत्थे है सेंटर च
ਸਦਰਨ ਹੈਮੀਸਫੇਅਰ सन ਦੇ ਨੇੜੇ ਹੈ, ਨਦਰਨ ਹੈਮੀਸਫੇਅਰ सन ਦੇ ਦੂਰ ਹੈ। ਤਾਂ ਆਪਾਂ ਓਬਵੀਅਸਲੀ ਕਹਿ ਸਕਦੇ ਹਾਂ ਕਿ ਜੋ ਚੀਜ਼ सन ਦੇ ਨੇੜੇ ਹੋਊਗੀ ਉੱਥੇ ਗਰਮੀ ਜ਼ਿਆਦਾ ਹੋਊਗੀ। ਸਦਰਨ ਹੈਮੀਸਫੇਅਰ 'ਚ ਸਮਰ ਸੀਜ਼ਨ ਹੈ, ਨਦਰਨ ਹੈਮੀਸਫੇਅਰ 'ਚ ਵਿੰਟਰ ਸੀਜ਼ਨ ਹੈ। ਬਿਲਕੁਲ ਉਲਟਾ ਤੁਸੀਂ ਇੱਥੇ ਆ ਜਾਓ। ਰਿਵੋਲਵ ਕਰਦੇ ਕਰਦੇ ਇੱਕ ਇੱਦਾਂ ਦਾ ਟਾਈਮ ਆਇਆ ਕਿ ਨਾਰਦਰਨ ਹੈਮੀਸਫੇਅਰ सन ਦੇ ਨੇੜੇ ਹੈ, ਸਦਰਨ ਹੈਮੀਸਫੇਅਰ सन ਤੋਂ ਦੂਰ ਹੈ। ਜੋ सन ਦੇ ਨੇੜੇ ਹੈ ਉੱਥੇ ਸਮਰ ਸੀਜ਼ਨ, ਜੋ सन ਤੋਂ ਦੂਰ ਹੈ ਉੱਥੇ ਵਿੰਟਰ ਸੀਜ਼ਨ। ਤਾਂ ਸੀਜ਼ਨਸ ਦੇ ਹਿਸਾਬ ਨਾਲ ਵੀ ਡਿਸਾਈਡ ਹੁੰਦਾ ਹੈ ਕਿ ਕਿੱਥੇ ਕਿੰਨੀ ਜ਼ਿਆਦਾ ਗਰਮੀ ਹੋਊਗੀ। ਐਟ ਸਮ ਪੁਆਇੰਟ ਆਫ ਟਾਈਮ like there are certain places that are experiencing winter season, and at the same time there are certain places which are experiencing summer season। एक ही टाइम पे ईश्वर की माया, कहीं धूप कहीं छाया, किथे विंटर सीजन है किथे समर सीजन है, किथे समर सीजन है किथे विंटर सीजन है। सो फैक्टर्स अफेक्टिंग डिस्ट्रीब्यूशन ऑफ टेम्परेचर ऑन अर्थ। बाकी आप ये वाली चीज़ अर्थ एंड सोलर सिस्टम वाला एस्पैक्ट कवर करांगे, उस भी डिटेल च कवर करांगे। ये डेट कदों आती है, ये डेट कदों आती है, इत्थे की हुंदा है, इत्थे की हुंदा है। हजे आप कर रहे हैं फैक्टर्स अफेक्टिंग डिस्ट्रीब्यूशन ऑफ अर्थस टेम्परेचर, उस इंक्लीनेशन ऑफ सनस रेस तुहानूं समझ आ गया आई बिलीव, एंड सीजनल साइकिल तुहानूं समझ आ गया कि सेम ही टाइम ते कई बारी अलग अलग सीजनस अलग अलग मौसम हो सकते हैं डिफरेंट प्लेसिस ऑन अर्थ। जिवें आपां क्रिसमस अपने विंटर्स च आती है, ऑस्ट्रेलिया च क्रिसमस समर सीजन च आती है, सदਰਨ ਹੈਮੀਸਫੇਅਰ च क्योंकि उल्टा हिसाब किताब है। नॉर्थ ते समर के जिहड़े सीजन हुंदे आ बिल्कुल ओपोजिट हुंदे आ। होर किहड़े फैक्टर्स है जिहड़े इस चीज़ नूं इफैक्ट करदे आ? अनइक्वल लैंड वाटर डिस्ट्रीब्यूशन। लाइक सरफेस ऑफ द अर्थ, लैंड सरफेस ऑफ द अर्थ एंड वाटर सरफेस ऑफ द अर्थ से एक डिस्टिंक्शन है, क्योंकि लाइक सॉलिड्स ते लिक्विड्स से एक डिस्टिंक्शन है। पानी की आप स्पैसीफिकली गल करिए, वाटर की आप स्पैसीफिकली गल करिए, वाटर नूं हीट करन लई आपां नूं ज़्यादा एनर्जी, ज़्यादा टाइम तक एनर्जी देनी पैंदी है। ऑन दी अदर हैंड सरफेस, लैंड सरफेस ऑफ द अर्थ गैट्स हीटेड अप फास्टर एज कंपेयर टू वाटर। तो एक पहली गल तो तुसीं ये याद रखनी है कि लैंड सरफेस ऑलवेज गेट्स हीटेड अप फास्टर, गेट्स हीटेड अप क्विकली एज कंपेयर टू वाटर। नोट कर लो ये लाइन, लैंड ऑलवेज गेट्स हीटेड अप फास्टर एज कंपेयर टू वाटर। हुण इहदा उल्टा भी ट्रू होगा, जिवें भी परमुटेशन कॉम्बीनेशन बना लो कि वाटर ऑलवेज गेट्स कूल डाउन, वाटर ऑलवेज गेट हीटेड डाउन स्लोअर, वॉटएवर। जो चीज़ हीटिंग लई ट्रू है वो चीज़ कूलिंग लई भी ट्रू है। वाटर नू गर्म करन लई भी ज़्यादा टाइम लगता है, वाटर नू कूल डाउन करन लई भी ज़्यादा टाइम लगता है। वाटर गेट्स कूल डाउन स्लोली एज कंपेयर टू लैंड, या इहदा उल्टा, लैंड गेट्स कूल डाउन फास्टर क्विकली एज कंपेयर टू वाटर। ये तुसीं दो गल्लां याद रखनियां, लाइक सिंबल एक लाइन च याद रखना होवे, लैंड गेट्स हीटेड अप एंड कूल डाउन क्विकली एज कंपेयर टू वाटर। ठीक है जी। हुण इहदा फैक्टर्स अफेक्टिंग डिस्ट्रीब्यूशन ऑफ टैंपरेचर ऑन अर्थ सरफेस नाल की लेना देना है। अगेन वही जिवें मैं एग्जाम्पल लिती सीगी, डिस्टेंस फ्रॉम द सी, और ला लो अपना इंडिया है, on over here is Chandigarh, so away from the oceans, and over here is Mumbai, जिहड़ी मैं पहला एग्जाम्पल लिती सीगी। Because Mumbai is near to the sea, Arabian Sea है थे, and Chandigarh is way too away from the sea, way too away from the moderating influence of the sea। इस करके मुंबई च जिहड़ा टैंपरेचर होगा रिलेटिवली मॉडरेट होगा। गर्मियां च बहुत ज़्यादा गर्मी नहीं होगी, सर्दियां च बहुत ज़्यादा सर्दी नहीं होगी। मुंबई च इदां क्यों है? क्योंकि ये सी का इफेक्ट है। वाटर नू गर्म होने लई भी टाइम ज़्यादा लगता है,
ਵਾਟਰ ਨੂੰ ਠੰਡਾ ਹੋਣ ਲਈ ਵੀ ਟਾਈਮ ਜ਼ਿਆਦਾ ਲੱਗਦਾ ਹੈ। ਗਰਮੀਆਂ 'ਚ ਇੱਥੇ 40 ਡਿਗਰੀ ਟੈਂਪਰੇਚਰ ਪਹੁੰਚ ਗਿਆ, 45 ਡਿਗਰੀ ਟੈਂਪਰੇਚਰ ਪਹੁੰਚ ਗਿਆ, ਓਸ਼ਨ ਆਪਣੇ ਆਰਾਮ ਨਾਲ ਠੰਡਾ ਠੰਡਾ ਕੂਲ ਹਜੇ 20-25 ਡਿਗਰੀ ਤੇ ਹੀ ਹੈ। ਹੁਣ ਜੇ ਓਸ਼ਨ 25 ਡਿਗਰੀ ਤੇ ਹੈ, ਐਂ ਨਹੀਂ ਕਿ ਮੁੰਬਈ 'ਚ ਇਹਨਾਂ ਨੇ ਅੱਗ ਲਾਈ ਹੋਊਗੀ। ਮੁੰਬਈ ਵੀ ਲਾਈਕ 30 ਡਿਗਰੀ ਤੇ ਹੈ, ਠੰਡਾ ਠੰਡਾ ਕੂਲ 30-35 ਡਿਗਰੀ ਤੇ ਹੈ, 36 ਡਿਗਰੀ ਤੇ ਹੈ, ਮਤਲਬ ਨਾਟ ਐਜ਼ ਕੂਲ ਐਜ਼ ਓਸ਼ਨ, ਲੇਕਿਨ ਇੰਨਾ ਵੀ ਜ਼ਿਆਦਾ ਗਰਮ ਨਹੀਂ ਜਿੰਨਾ ਚੰਡੀਗੜ੍ਹ ਗਰਮ ਹੈ। ਔਨ ਦੀ ਅਦਰ ਹੈਂਡ ਤੁਸੀਂ ਵਿੰਟਰ ਸੀਜ਼ਨ ਲੈ ਲਓ। ਹੁਣ ਵਿੰਟਰ ਸੀਜ਼ਨ 'ਚ ਸੀ ਨੂੰ ਤਾਂ ਠੰਡਾ ਹੋਣ 'ਤੇ ਟਾਈਮ ਲੱਗੂਗਾ, ਠੀਕ। ਸੀ ਆਪਣਾ ਉਹੀ ਮੋਰ ਔਰ ਲੈਸ 20 ਡਿਗਰੀ ਤੇ ਪਹੁੰਚ ਗਈ, 25 ਦੀ ਥਾਂ ਤੇ 20 ਡਿਗਰੀ ਤੇ ਪਹੁੰਚ ਗਈ, ਜ਼ਿਆਦਾ ਤੋਂ ਜ਼ਿਆਦਾ ਇੰਨਾ ਹੀ ਹੋ ਸਕਦਾ। ਔਨ ਦੀ ਅਦਰ ਹੈਂਡ ਲੈਂਡ 'ਚ ਇੱਥੇ ਟੈਂਪਰੇਚਰ ਪਹੁੰਚ ਗਿਆ 45 ਦੀ ਬਜਾਏ 5 ਡਿਗਰੀ, ਇੰਨਾ ਫਰਕ ਪੈ ਗਿਆ। ਸੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਲੈਂਡ ਐਂਡ ਵਾਟਰ, ਕਿੱਥੇ ਲੈਂਡ ਜ਼ਿਆਦਾ ਹੈ, ਕਿੱਥੇ ਓਸ਼ਨ ਜ਼ਿਆਦਾ ਹੈ। ਜਿੱਥੇ ਓਸ਼ਨ ਜ਼ਿਆਦਾ ਹੋਊਗੀ, ਜਿੱਥੇ ਵਾਟਰ ਜ਼ਿਆਦਾ ਹੋਊਗਾ, ਉੱਥੇ ਟੈਂਪਰੇਚਰ ਵੇਰੀਏਸ਼ਨਸ ਘੱਟ ਹੋਣਗੀਆਂ। ਜਿੱਥੇ ਲੈਂਡ ਜ਼ਿਆਦਾ ਹੋਊਗੀ ਉੱਥੇ ਟੈਂਪਰੇਚਰ ਵੇਰੀਏਸ਼ਨ ਜ਼ਿਆਦਾ ਹੋਊਗੀ। ਉੱਥੇ ਗਰਮੀਆਂ 'ਚ ਬਹੁਤ ਜ਼ਿਆਦਾ ਗਰਮੀ ਹੋਊਗੀ, ਸਰਦੀਆਂ 'ਚ ਬਹੁਤ ਜ਼ਿਆਦਾ ਸਰਦੀ ਹੋਊਗੀ। ਇਸ ਫੈਕਟਰ ਨੂੰ ਆਪਾਂ ਕਹਿੰਦੇ ਹਾਂ ਕੰਟੀਨੈਂਟੈਲਿਟੀ ਵੀ ਕਹਿੰਦੇ ਹਾਂ। कॉन्टिनेंटैलिटी, कॉन्टिनेंट तो कॉन्टिनेंटैलिटी के इंटीरियर ऑफ द कॉन्टिनेंट्स आर ऑलवेज इंटीरियर ऑफ द कॉन्टिनेंट्स ऑलवेज एक्सपीरियंस एक्सट्रीम टेम्परेचर्स, बहुत ज़्यादा गर्मी, बहुत ज़्यादा सर्दी। On the other hand, maritime regions, the regions on the boundaries of the seas, they experience relatively moderate climate। ਕਾਰਨ ਕੀ ਹੈ ਉਹਦਾ? ਉਹੀ ਹੈ ਕਿ ਵਾਟਰ ਨੂੰ ਹੀਟ ਅਪ ਹੋਣ ਲਈ ਜ਼ਿਆਦਾ ਟਾਈਮ ਲੱਗਦਾ ਹੈ, ਵਾਟਰ ਨੂੰ ਕੂਲ ਡਾਊਨ ਹੋਣ ਲਈ ਜ਼ਿਆਦਾ ਟਾਈਮ ਲੱਗਦਾ ਹੈ। ਔਨ ਦੀ ਅਦਰ ਹੈਂਡ ਲੈਂਡ ਜਲਦੀ ਹੀਟ ਅਪ ਹੋ ਜਾਂਦੀ ਹੈ, ਲੈਂਡ ਜਲਦੀ ਹੀ ਕੂਲ ਡਾਊਨ ਹੋ ਜਾਂਦੀ ਹੈ। ਅਗਲਾ ਫੈਕਟਰ ਓਸ਼ਨ ਕਰੰਟਸ ਐਂਡ 에ਅਰ ਮਾਸਿਸ। ਇਹ ਆਪਾਂ ਦੋਨੋਂ ਟੌਪਿਕਸ ਕਵਰ ਕਰਾਂਗੇ। 에ਅਰ ਮਾਸ ਕੀ ਹੁੰਦਾ ਹੈ, ਓਸ਼ਨ ਕਰੰਟਸ ਕੀ ਹੁੰਦਾ ਹੈ। ਹਲੇ ਮੋਟਾ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਓਸ਼ਨ ਕਰੰਟਸ ਮੂਵ ਕਰਦੇ ਆ, ਇਹ ਟ੍ਰੋਪੀਕਲ ਏਰੀਆਜ਼ ਦੀ ਗਰਮੀ ਨੂੰ ਪੋਲਰ ਏਰੀਆਜ਼ ਤੱਕ ਲੈ ਕੇ ਜਾਂਦੇ ਆ, ਪੋਲਰ ਏਰੀਆਜ਼ ਦਾ ਠੰਡਾ ਪਾਣੀ ਇਕੁਟੋਰੀਅਲ ਰੀਜਨਸ 'ਚ ਲੈ ਕੇ ਆਉਂਦੇ ਆ। ਤਾਂ ਕੁਝ ਕਰੰਟਸ ਫਲੋ ਕਰਦੇ ਆ। ਆਪਾਂ ਇਸ ਡਿਸਕਸ਼ਨ ਤੋਂ ਜਿੰਨੀ ਕੁ ਮੈਂ ਹਜੇ ਤੱਕ ਗੱਲ ਦੱਸੀ, ਆਪਾਂ ਡਿਟੇਲ 'ਚ ਟੌਪਿਕ ਨਹੀਂ ਕਵਰ ਕੀਤਾ, ਇਵੈਂਚੁਅਲੀ ਕਰਾਂਗੇ, ਪਰ ਜਿੰਨੀ ਕੁ ਮੈਂ ਹਜੇ ਤੱਕ ਗੱਲ ਦੱਸੀ ਹੈ ਕਿ ਇਸ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਦੋ ਤਰ੍ਹਾਂ ਦੇ ਕਰੰਟਸ ਹੋਣਗੇ, ਇੱਕ ਵਾਰਮ ਕਰੰਟਸ, ਇੱਕ ਕੋਲਡ ਕਰੰਟਸ। ਇੱਕ ਇੱਥੋਂ ਦਾ ਟ੍ਰੋਪੀਕਲ ਏਰੀਆਜ਼ ਦਾ ਗਰਮ ਪਾਣੀ ਪੋਲਰ ਏਰੀਆਜ਼ 'ਚ ਲੈ ਕੇ ਜਾ ਰਹੇ ਹੈ, ਇੱਕ ਪੋਲਰ ਏਰੀਆਜ਼ ਦਾ ਠੰਡਾ ਪਾਣੀ ਥੱਲੇ ਲੈ ਕੇ ਆ ਰਹੇ ਹੈ, ਇਕੁਟੋਰੀਅਲ ਰੀਜਨਸ 'ਚ ਲੈ ਕੇ ਆ ਰਹੇ ਹੈ। ਤਾਂ ਦੋ ਤਰ੍ਹਾਂ ਦੇ ਕਰੰਟਸ ਹੋਣਗੇ। ਨੋ ਆਪਾਂ ਇਸ ਕੇਸ 'ਚ ਨਾ ਦੋ ਲਿੱਤੇ ਸੀਗੇ ਏਰੀਆਜ਼ ਐਂਡ ਉਹਨਾਂ ਨੂੰ ਕੰਪੇਅਰ ਕੀਤਾ। ਆਪਾਂ ਚੰਡੀਗੜ੍ਹ ਤੇ ਮੁੰਬਈ ਨੂੰ ਕੰਪੇਅਰ ਕੀਤਾ ਸੀਗਾ। ਇੱਕ ਕੌਂਟੀਨੈਂਟਲ ਇਲਾਕਾ ਸੀਗਾ, ਇੱਕ ਮੈਰੀਟਾਈਮ ਇਲਾਕਾ ਸੀਗਾ। ਇੱਕ 'ਚ ਲੈਂਡ ਜ਼ਿਆਦਾ ਸੀ, ਇੱਕ 'ਚ ਵਾਟਰ ਜ਼ਿਆਦਾ ਨੇੜੇ ਸੀਗਾ। ਹੁਣ ਆਪਾਂ ਦੋ ਮੈਰੀਟਾਈਮ ਏਰੀਆਜ਼ ਨੂੰ ਹੀ ਕੰਪੇਅਰ ਕਰ ਰਹੇ ਹਾਂ, ਦੋ ਓਸ਼ੈਨਿਕ ਏਰੀਆਜ਼ ਨੂੰ ਹੀ ਕੰਪੇਅਰ ਕਰ ਰਹੇ ਹਾਂ। ਹੁਣ ਉਸ ਕੇਸ 'ਚ ਵੀ ਕਈ ਵਾਰੀ ਕੋਈ ਓਸ਼ੈਨਿਕ ਏਰੀਆ ਜ਼ਿਆਦਾ ਠੰਡਾ ਹੁੰਦਾ, ਕੁਛ ਓਸ਼ੈਨਿਕ ਏਰੀਆ ਘੱਟ ਠੰਡਾ ਹੁੰਦਾ। ਕੋਈ ਓਸ਼ੈਨਿਕ ਏਰੀਆ, ਕੋਈ ਸੇ ਕਿ ਕੋਸਟਲ ਏਰੀਆ, ਉੱਥੇ ਗਰਮੀ ਜ਼ਿਆਦਾ ਹੁੰਦੀ ਹੈ, ਕਿਸੇ ਕੋਸਟਲ ਏਰੀਆ 'ਚ ਗਰਮੀ ਘੱਟ ਹੁੰਦੀ ਹੈ। ਉਹ ਕਿੰਨਾ ਫੈਕਟਰਸ ਕਰਕੇ ਹੋ ਸਕਦਾ? ਉਹ ਓਸ਼ੈਨਿਕ ਕਰੰਟਸ ਵਾਲੇ ਫੈਕਟਰ ਕਰਕੇ ਹੋ ਸਕਦਾ ਹੈ। ਜੇ ਤਾਂ ਕੋਸਟਲ ਏਰੀਆ 'ਚ ਓਸ਼ਨ ਕੋਲਡ ਓਸ਼ਨ ਕਰੰਟ ਜਾ ਰਿਹਾ ਹੈ ਤਾਂ ਆਫਕੋਰਸ ਉੱਥੇ ਠੰਡ ਹੋਊਗੀ। ਜੇ ਉਸ ਓਸ਼ੈਨਿਕ ਏਰੀਆ 'ਚ ਵਾਰਮ ਓਸ਼ਨ ਕਰੰਟ ਜਾ ਰਿਹਾ, ਆਫਕੋਰਸ ਉੱਥੇ ਗਰਮੀ ਜ਼ਿਆਦਾ ਹੋਊਗੀ। ਇਹਦਾ ਤੁਸੀਂ ਕੰਪੈਰੀਜ਼ਨ ਕਰਨਾ ਹੋਵੇ, ਜੇ ਇੰਗਲੈਂਡ ਦੇ ਕੋਸਟ ਨੂੰ ਅਟਲਾਂਟਿਕ ਓਸ਼ਨ ਆਪਣਾ ਐਟਲਸ ਖੋਲੋ, ਸਾਰੇ ਐਟਲਸ ਹੈਗਾ ਸਭ ਕੋਲੇ, ਖੋਲੋ ਆਪਣਾ ਐਟਲਸ, ਵਰਲਡ ਮੈਪ ਖੋਲੋ, ਵਰਲਡ ਦਾ ਪੋਲੀਟੀਕਲ ਮੈਪ ਸਭ ਤੋਂ ਐਂਡ 'ਚ ਦਿੱਤਾ ਹੋਊਗਾ। ਆਓ ਉੱਥੇ ਵਰਲਡ ਦੇ ਖੋਲਿਆ ਜੀ ਸਭ ਨੇ। ਐਟਲਸ ਹਮੇਸ਼ਾ ਤੁਸੀਂ ਨਾਲ ਰੱਖਣੀ ਹੈ। ਮੈਂ ਕਿਸੇ ਵੀ ਵਕਤ ਇੱਦਾਂ ਦਾ ਹੁਕਮ ਜਾਰੀ ਕਰ ਸਕਦਾ ਹਾਂ ਮੈਂ ਕਿ ਇਹ ਐਟਲਸ ਖੋਲਣੀ ਹੈ, ਐਟਲਸ 'ਚ ਆਪਾਂ ਕੁਛ ਦੇਖਣਾ ਹੈ। ਐਟਲਾਂਟਿਕ ਓਸ਼ਨ ਲੋਕੇਟ ਕਰੋ ਵਰਲਡ ਮੈਪ 'ਤੇ। ਜੇ ਮੈਂ ਬਲੌਕ ਡਾਇਗਰਾਮ 'ਚ ਬਣਾਉਣਾ ਹੋਵੇ, ਆਈ ਵੋਂਟ ਮੇਕ ਦੀ ਇੰਟਾਇਰ ਮੈਪ, ਕਿਸੇ ਕਿ ਇੱਧਰ ਵਾਲੀ ਸਾਈਡ 'ਤੇ ਆਪਣਾ ਯੂਰਪ ਹੈ, नीचे अफ्रीका है,
इत्थे साउथ अमेरिका इस साइड ते एंड ऊपर नॉर्थ अमेरिका इस साइड ते कर ले जी लोकेट चारे कॉन्टीनेंट्स। हुण तुसी यूरोप च इंग्लैंड वाला एरिया उस ते फोकस करो, यूके वाला जिहड़ा एरिया है उस ते फोकस करो। हुण एटलस तुहाडे सामने है मैनू, लेकिन एटलस वैसे ही तुहानूं मैं दस्सिया कि मेरियां अखां अगे रहिंदी है तो मैं उस बेसिस ते बोल रहा। तुसी भी एटलस इदां ही करनी है कि एटलस भावें सामने ना होवे पर अखां सामने मैप जरूर होवे। यूरोप च तुसीं यूके वाला एरिया लोकेट करो, इंग्लैंड वाला एरिया लोकेट करो। इस एरिया नूं तुसीं बिल्कुल सेम लैटीट्यूड ते बिल्कुल पैरेलली इधर नॉर्थ अमेरिका च देखो, बिल्कुल ऊपर थल्ले नहीं जाना, बिल्कुल सीधा सीधी लाइक नक दी सीध जाना है नॉर्थ अमेरिका वाली साइड ते। कैनेडा दा बॉर्डर, कैनेडा दा कोस्टल एरिया आ गया, यूके दा भी कोस्टल एरिया है, कैनेडा दा भी कोस्टल एरिया है। आपां एक फैक्टर नूं कांस्टेंट करता लैटीट्यूड, आपां ऊपर नहीं गए, आपां थल्ले नहीं गए, आपां सेम लैटीट्यूड की गल कर रहे हैं। ठीक है, आपां ए वाले फैक्टर नूं भी निगेट करता, बई उत्थे भी उन्नी कोई लैंड है, उत्थे भी उन्नी कोई लैंड है, वो भी कोस्टल एरिया, ये भी कोस्टल एरिया। लेकिन हुण आपां इस फैक्टर नूं कराने हैं वेरी, की है कि ए वाला जिहड़ा एरिया नॉर्थ अमेरिका दा जिहड़ा एरिया इत्थे उपरों सॉरी नॉर्थ अमेरिका का जिहड़ा एरिया है ऊपर बिल्कुल इंग्लैंड तो सामने जिहड़ा आ रहा है, इत्थे उपरों आ रहा है कोल्ड करंट, कोल्ड ओशियनिक करंट आ रहा। आप ओशियनोग्राफी वाला चैप्टर करांगे, उस आप कवर करांगे। इत्थे लैब्राडोर करंट नाम का एक ओशन करंट फ्लो करता है। कोल्ड लैब्राडोर करंट करके ये वाला जिहड़ा एरिया है रिलेटिवली ठंडा इलाका है। ऑन दी अदर हैंड इत्थे जिहड़ा यूके वाला इलाका है, इत्थे फ्लो करता है नॉर्थ अटलांटिक ड्रिफ्ट, यह वार्म ओशन करंट है। जस्ट मैं एक रैंडम एग्जांपल दे रहे हैं कि सेम लैटीट्यूड ते एक इलाका बहुत ठंडा है, एक इलाका बहुत गर्म है, मतलब रिलेटिवली कंपैरेटिव टर्म्स च इहदे कंपैरिजन च यह काफ़ी गर्म है। ਉਹਦਾ रीजन यह है कि इत्थे कोल्ड करंट है, इत्थे वार्म करंट है। जिथे कोल्ड करंट है वो इलाका भी ठंडा होगा, जिथे वार्म करंट है उत्थे वो इलाका भी गर्म होगा। करंट्स के नाम की टेंशन नहीं लैनी, आप ओशियनोग्राफी च देखांगे। ठीक है जी, आप हजे फैक्टर समझ रहे हैं, क्लीयर है। हुण जे ये क्लीयर है तो एयर मास भी क्लीयर है। एयर मास की जो आप ओशियनिक करंट्स लिए कीता वो एयर मास लिए भी ट्रू है। एयर वेरी लार्ज पार्सल ऑफ एयर जिहदे कुछ होमोजीनस करैक्टरिस्टिक्स हैं, आप कहने एयर मास। ये भी आप डिटेल च करांगे। मोटा मोटा हजे समझण लई आप कह सकते हैं दो तरह के एयर मास होंदे है, एक वार्म एयर मास, एक कोल्ड एयर मास। जिथे वार्म एयर मास होगा उत्थे गर्मी होगी, जिथे कोल्ड एयर मास होगा उत्थे सर्दी होगी। फैक्टर्स अफेक्टिंग डिस्ट्रीब्यूशन ऑफ टैंपरेचर, क्लीयर है। एयर मास जिन्ना ठंडा एयर मास उन्ना ज़्यादा ठंडा टैंपरेचर, जिन्ना वार्म एयर मास उन्ना ज़्यादा वार्म टैंपरेचर। इस चीज़ से भी जिमें सहारा डेजर्ट लार्जेस्ट डेजर्ट इन दी वर्ल्ड, तुहानूं पता है अफ्रीका च, उत्थे वार्म एयर मास है। हुण जिथे एयर मास ही वार्म है वो गर्मी ही इंड्यूस करूगा। ऑन दी अदर हैंड अंटार्कटिका, उत्थे कोल्ड एयर मास है, जिथे एयर मास ही कोल्ड है वो ठंड ही इंड्यूस करूगा। होर फैक्टर्स भी है, बट लाइक एयर मास वाले इदां दे फैक्टर है। गर्म एयर मास है तो गर्मी, जे कोल्ड एयर मास है तो सर्दी। एयर मास की है, किवें डिवेलप हुंदा है, आपां डिस्कस करांगे बाद चों। प्रिवेलिंग विंड्स, ये तो अज आप टॉपिक ही करना है। प्राइमरी विंड्स, प्रिवेलिंग विंड्स, या इन्हों आप प्लैनेटरी विंड्स भी बोलते हैं। लेट मी गिव यू एन एग्जाम्पल ऑफ अफ्रीका। अफ्रीका दे इत्थों जा रहा से इक्वेटर, इत्थे जा रहा है ट्रॉपिक ऑफ कैंसर, इत्थे जा रहा है ट्रॉपिक ऑफ कैप्रिकॉर्न। जस्ट मैं एग्जांपल देके समझाना चाह रहे हैं कि है कि
इस एरिया च ना मैं सिर्फ इक्वेटर तो उपर एंड ट्रॉपिक ऑफ कैंसर तो थले इस एरिया की गल कर रहे हैं। इत्थे इस डायरेक्शन जो विंड्स चलती हैं नॉर्थ ईस्ट तो स्टार्ट करके साउथ वेस्ट डायरेक्शन जो विंड्स चलती हैं, एक जनरल डायरेक्शन ऑफ विंड्स है। प्रिवेलिंग विंड्स, प्राइमरी विंड्स, प्लैनेटरी विंड्स, डिटेल जो आप करांगे हजे फॉर द सेक ऑफ एग्जांपल इफ यू नो कि ए डायरेक्शन ऑफ विंड है, इस तरह विंड चल रही है। नाउ यू नीड टू कंपेयर, तुसी कंपेयर की करना है, you have to compare climate of this region and climate of this region, दोनों ਨੂੰ करो कंपेयर। कोस्टल रीजन है दोनों कोस्टल रीजन है, दोनों अफ्रीका च, दोनों का लैटीट्यूड सेम है। एक केस च की है इस तरह प्रिवेलिंग विंड्स आ रही हैं, इस केस च प्रिवेलिंग विंड्स इस तरह। हुण तुसीं कहोगे डायरेक्शन दा प्रिवेलिंग विंड्स दी सेम है दोवें पासे, बिल्कुल ठीक गल है। सेम ही प्रिवेलिंग विंड इत्थे है, सेम ही प्रिवेलिंग विंड इत्थे है, लेकिन इत्थे जड़ी प्रिवेलिंग विंड है ये कौन सा कलर है अपने पास, ये ओशन टू लैंड है। इत्थे जड़ी प्रिवेलिंग विंड है ये लैंड टू ओशन है। विंड सेम ही है लेकिन इत्थे विंड का करैक्टरिस्टिक की है, ये ओशन टू लैंड है, इनू आपां कहंदे हैं ऑन शोर विंड है। शोर वाल आ रही है, शोर दे उत्ते ऑन शोर विंड है, शोर वाल आ रही है। ऑन दी अदर हैंड इत्थे ऑफ शोर विंड है, लैंड टू ओशन। करैक्टरिस्टिक से डिफरेंस आ गया क्योंकि ये ऑन शोर विंड है, ओशंस तो लैंड वाल आ रही है, अपने नाल मॉइस्चर लेके आ रही है, अपने नाल मॉइस्चर लेके आ रही है, इत्थे बारिश करूगी। ऑन दी अदर हैंड इत्थे ऑफ शोर प्रिवेलिंग विंड्स है, लैंड टू ओशन है। हुण लैंड च मॉइस्चर कित्थों आया, वैसे भी इत्थे तो सहारा डेजर्ट है, क्योंकि ये लैंड टू ओशन आ रही है, ये कोई मॉइस्चर नहीं है इत्थे, इस करके इत्थे कोई ज़्यादा बारिश नहीं होगी। दिस एरिया वुड बी रिलेटिवली मोर वेट एज कंपेयर टू दिस एरिया। बारिश ज़्यादा हो रही है, टेम्परेचर भी रिलेटिवली घट है, इत्थे टेम्परेचर भी रिलेटिवली ज़्यादा है। बनदी है गल जी। सो प्रिवेलिंग विंड्स वन ऑफ द फैक्टर्स दैट इन्फ्लुएंस द टेम्परेचर ऑफ अ प्लेस, कि ऑन शोर प्रिवेलिंग विंड है कि ऑफ शोर प्रिवेलिंग विंड है। क्लाउड कवर और ट्रांसपेरेंसी ऑफ एटमॉस्फेयर डिलीट करना है हमने। हाँ जी, हुण एक तो बहुत ही बेसिक जी, निहायत ही बेसिक गल कहूँगा, तुसीं कहोगे सर क्यों ही कर रहे हो गल। गर्मियां का मौसम चल रहा अजकल, मतलब गर्मियां हौली हौली खत्म हो रही हैं। गर्मियां च आपां कहने हैं कि जे बदल होण, इफ इट इज़ अ क्लाउडी डे टेम्परेचर इज रिलेटिवली घट, सॉरी टेम्परेचर हाँ रिलेटिवली लैस है, गर्मी थोड़ी जी घट है क्योंकि अज बदल सी। क्लाउडी डेज आर रिलेटिवली कूलर एज कंपेयर टू नॉर्मल डेज। ये गल तो हुण ऑबवियस ही है, कीती क्यों मैं, क्योंकि ये लाइक नाल दी गल भी मैं करना चाहना। क्लाउडी नाइट्स, हुण तुसीं मैनू अपने एक्सपीरियंस नाल दसो जो तुसीं फील कीता होगा। Cloudy nights are relatively cooler as compared to normal nights. दसो, ये क्वेश्चन मार्क है। Whether this statement is true or false, on the basis of your experience दसना है, ते दिमाग ना लाना। what you have felt, what you have like on the basis of your personal experience, कि cloudy nights normal nights नालों relatively cooler ਹੁੰਦੀਆਂ ਜਾਂ relatively warmer ਹੁੰਦੀਆਂ। ਇੱਥੇ ਲਾਈਕ ਕਿਉਂਕਿ ਬੱਚਿਆਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਮੇਰਾ, ਕਿਉਂਕਿ ਬੱਚੇ ਡਿਫਰੈਂਟ ਡਾਈਵਰਜੈਂਟ ਆਨਸਰ ਦਿੰਦੇ, ਦਿਨ ਵਾਲੇ ਆਨਸਰ ਤਾਂ ਸਾਰੇ ਸਹੀ ਦਿੰਦੇ ਆ। ਕਲਾਊਡੀ ਡੇਜ਼ ਆਰ ਰਿਲੇਟਿਵਲੀ ਕੂਲਰ ਐਜ਼ ਕੰਪੇਅਰ ਟੂ ਨੋਰਮਲ ਡੇਜ਼,
लेकिन क्लाउडी नाइट्स के केस च बच्चे थोड़ा जा कई कुछ बच्चे ये बोलते कुछ बच्चे वो बोलते हैं, तो मैं डिस्कशन कर रहे हैं। दिस इज़ अ फॉल्स स्टेटमेंट। क्लाउडी नाइट्स आर रिलेटिवली वार्मर। इदां किवें ਆਪਾਂ ਤਾਂ ਯੂਜੂਲੀ ਕਹਿੰਦੇ ਆ ਕਿ ਬੱਦਲ ਹੋਣ ਤਾਂ ਥੋੜੀ ਜਿਹੀ ਠੰਡਕ ਹੋ ਜਾਂਦੀ ਹੈ। ਇੱਥੇ ਆਪਾਂ ਕਹਿ ਰਹੇ ਹਾਂ ਜੇ ਬੱਦਲ ਹੈਗੇ ਰਾਤ ਦੇ ਟਾਈਮ ਤੇ ਤਾਂ ਇਹ ਰਿਲੇਟਿਵਲੀ ਵਾਰਮਰ ਹੈ। ਇਦਾਂ ਕਿਉਂ? ਵਾਟਰ ਵੇਪਰ, ਵਾਟਰ ਵੇਪਰ ਗ੍ਰੀਨ ਹਾਊਸ ਗੈਸ ਹੈ। ਕਹਿਣ ਦਾ ਮਤਲਬ ਕੀ ਹੈ, ਇਹ ਹੀਟ ਨੂੰ ਟਰੈਪ ਕਰਦੇ ਆ। ਲੇਕਿਨ ਵਾਟਰ ਵੇਪਰ ਦੀ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਇਨਕਮਿੰਗ ਹੀਟ ਨੂੰ ਵੀ ਟਰੈਪ ਕਰਦੇ ਆ ਤੇ ਆਊਟਗੋਇੰਗ ਹੀਟ ਨੂੰ ਵੀ ਟਰੈਪ ਕਰਦੇ ਆ। ਇਨਕਮਿੰਗ ਨੂੰ ਵੀ ਆਊਟਗੋਇੰਗ ਨੂੰ ਵੀ। Both incoming and outgoing heat is trapped by water vapors. Now imagine a situation. Surface of the earth, ਇੱਥੇ ਬੱਦਲ ਹੋਏ ਹੋਏ ਆ। ਡੇ ਟਾਈਮ ਸੀ, ਸੂਰਜ ਦੇਵਤਾ ਚਮਕ ਰਹੇ ਆ। ਸੂਰਜ ਦੇਵਤਾ ਨੇ ਹੀਟ ਭੇਜੀ, ਕਲਾਊਡਸ ਨੇ ਇਹ ਟਰੈਪ ਵੀ ਕਰਦੇ ਆ ਐਂਡ ਵਾਟਰ ਵੇਪਰ ਆਪਾਂ ਨੂੰ ਇਹ ਵੀ ਪਤਾ ਕਿ ਰਿਫਲੈਕਟ ਵੀ ਕਰਦੇ ਆ। ਹੀਟ ਟਰੈਪ ਵੀ ਕਰਦੇ ਆ ਪਲੱਸ ਰਿਫਲੈਕਟ ਵੀ ਕਰਦੇ ਆ। सूरज देवता ने अपनी हीट भेजी, वाटर वेपर्स ने या तो हीट नू ट्रैप करके रख लिया अपने अंदर ही या इस हीट नू रिफ्लैक्ट बैक करता। सरफेस ऑफ द अर्थ तक हीट आई नहीं। जे सरफेस ऑफ द अर्थ तक हीट आई नहीं तो फिर आपां नू इत्थे टैंपरेचर घट महसूस हुंदा है, गर्मी घट महसूस हुंदी है, टैंपरेचर इज रिलेटिवली लैस। इहदा उल्टा हुण आपां जे डिस्कस करिए, मैं डिलीट कर रहे हैं, नोट कर लो प्लीज। रात दे टाइम थे अगेन बदल छाए हुए है सरफेस ऑफ द अर्थ ते। रात दे टाइम ते हुंदा की है, रात दे टाइम ते सूरज देवता तो चमक नहीं रही है, इंसोलेशन तो आ नहीं रही है। रात दे टाइम ते टेरेस्ट्रीयल रेडिएशन डोमीनेट कर रही हुंदी है। इत्थों सरफेस ऑफ द अर्थ हीट रिलीज कर रही है। ਹੁਣ ਅਦਰਵਾਈਜ਼ ਤਾਂ ਜੇ ਕਲਾਊਡਸ ਨਾ ਹੁੰਦੇ ਇਸ ਰੇਡੀਏਸ਼ਨ ਨੇ ਅਲਟੀਮੇਟਲੀ ਸਪੇਸ 'ਚ ਚਲੇ ਜਾਣਾ ਸੀਗਾ। ਲੇਕਿਨ ਹੁਣ ਕਲਾਊਡਸ ਨੇ ਕੀ ਕੀਤਾ, ਵਾਟਰ ਵੇਪਰਸ ਨੇ ਕੀ ਕੀਤਾ, ਜਾਂ ਤਾਂ ਇਸ ਹੀਟ ਨੂੰ ਟਰੈਪ ਕਰ ਲਿਆ ਜਾਂ ਇਸ ਹੀਟ ਨੂੰ ਰਿਫਲੈਕਟ ਬੈਕ ਕਰਤਾ। ਜਾਓ ਆਪਣੇ ਘਰੇ ਵਾਪਸ, ਕਿੱਧਰ ਮੂੰਹ ਚੱਕਿਆ। Because the heat is reflected back या heat is either trapped or it is reflected back, heat escape नहीं कर पाती, बाहर स्पेस च नहीं जा पाती। इस करके cloudy nights are relatively warmer as compared to cloudy days। ठीक है जी, तो अपना ये वाला भी हो गया ट्रांसपेरेंसी या फिर क्लाउड कवर। लास्ट हैगा अपना ऑल्टीट्यूड। तुसी चंडीगढ़ आओ, शिमला चले जाओ, कुछ तो फर्क महसूस होंदा आपां नूं। चंडीगढ़ च रिलेटिवली गर्मी ज़्यादा होंदी है, शिमला च रिलेटिवली गर्मी घट होंदी है। वाई सो? अगेन फॉर द ऑब्वियस रीजन्स, ऑल्टीट्यूड की प्लेस लोकेटेड एट द सरफेस एट द लाइक फुट हिल ऑफ द माउंटेन, इत्थे टैंपरेचर ज़्यादा होगा, इत्थे टैंपरेचर घट होगा। एज वी मूव अप द टैंपरेचर डिक्रीजेस। एज वी मूव अप, जिन्ना ऑल्टीट्यूड ज़्यादा उन्ना टैंपरेचर घट। किन्ना टैंपरेचर घट हुंदा, लाइक ये आपां वैल्यूज़ ते मैं नैक्सट टॉपिक ते आऊँगा। फिलहाल हाल दी घड़ी टैंपरेचर डिक्रीजेज विद इनक्रीजिंग ऑल्टीट्यूड। ये सारियां स्टेटमेंट्स आपां नूं क्लीयर होनियां चाहिदियां। ठीक है जी, जिन्ना ऑल्टीट्यूड घट उन्ना टैंपरेचर भी घट। तो सो दीज आर द फैक्टर्स दैट अफेक्ट द डिस्ट्रीब्यूशन ऑफ टैंपरेचर ऑन द सरफेस ऑफ द अर्थ।
ਨਾਓ ਵੀ ਕਮ ਟੂ ਸਰਟਨ ਕੰਕਲੂਜਨਸ। ਇਹ ਜਿਹੜੀ ਆਪਾਂ ਡਿਸਕਸ਼ਨ ਕੀਤੀ ਹੈ ਲਾਸਟ ਟੌਪਿਕ 'ਚ ਆਹ ਡਿਸਟ੍ਰੀਬਿਊਸ਼ਨ ਆਫ ਫੈਕਟਰਸ ਅਫੈਕਟਿੰਗ ਡਿਸਟ੍ਰੀਬਿਊਸ਼ਨ ਆਫ ਟੈਂਪਰੇਚਰ 'ਚ, ਹੁਣ ਇਹਦੇ ਬੇਸਿਸ ਤੇ ਆਪਾਂ ਕੀ ਕੰਕਲੂਜਨਸ ਡਰਾ ਕਰ ਸਕਦੇ ਹਾਂ ਜਨਰਲ, ਜਾਂ ਆਪਾਂ ਕੀ ਜਨਰਲਾਈਜੇਸ਼ਨਸ ਕਰ ਸਕਦੇ ਹਾਂ ਕਿ ਅਰਥ ਦੇ ਡਿਫਰੈਂਟ ਪਲੇਸਿਸ ਤੇ ਟੈਂਪਰੇਚਰ ਕਿਸ ਤਰ੍ਹਾਂ ਵੈਰੀ ਕਰਦਾ ਹੈ। ਇਸ ਕੇਸ 'ਚ ਸਭ ਤੋਂ ਪਹਿਲਾਂ ਤਾਂ ਆਪਾਂ ਲੈਟੀਟਿਊਡਨਲ ਵੇਰੀਏਸ਼ਨ ਦੀ ਜੇ ਗੱਲ ਕਰੀਏ ਤਾਂ ਇਕੁਏਟਰ 'ਚ ਸਭ ਤੋਂ ਜ਼ਿਆਦਾ ਇਨਸੋਲੇਸ਼ਨ ਰਿਸੀਵ ਹੁੰਦੀ ਹੈ, ਇਸ ਕਰਕੇ ਸਭ ਤੋਂ ਜ਼ਿਆਦਾ ਗਰਮੀ ਵੀ ਹੁੰਦੀ ਹੈ। ਹਜੇ ਤੱਕ ਦੀ ਡਿਸਕਸ਼ਨ ਤੇ ਬੇਸਿਸ ਤੇ ਆਪਾਂ ਇਹ ਕਹਿ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਵਿੰਡਸ ਵਾਲਾ ਟੌਪਿਕ ਕਰਾਂਗੇ, ਉਹਦੇ ਬੇਸਿਸ ਤੇ ਆਨਸਰ ਥੋੜਾ ਜਿਹਾ ਆਪਣਾ ਚੇਂਜ ਹੋਊਗਾ। ਹਜੇ ਤੱਕ ਦੀ ਡਿਸਕਸ਼ਨ ਦੇ ਬੇਸਿਸ ਤੇ ਬੇਸਿਕ ਇਨਸੋਲੇਸ਼ਨ ਜੇ ਇਕਲੌਤਾ ਫੈਕਟਰ ਹੈ ਤਾਂ ਇਕੁਟੋਰੀਅਲ ਰੀਜਨਸ ਦਾ ਸਭ ਤੋਂ ਜ਼ਿਆਦਾ ਹੀਟ ਰਿਸੀਵ ਹੋ ਰਹੀ ਹੈ। ਜਿਵੇਂ ਜਿਵੇਂ ਆਪਾਂ ਪੋਲਰ ਏਰੀਆਸ ਵੱਲ ਜਾ ਰਹੇ ਹਾਂ, ਕਿਉਂਕਿ ਐਨੂਅਲ ਇਨਸੋਲੇਸ਼ਨ ਘਟ ਜਾਊਗੀ, ਪੋਲਰ ਏਰੀਆਸ 'ਚ ਇਨਸੋਲੇਸ਼ਨ ਹੀ ਘੱਟ ਹੈ, ਇਸ ਕਰਕੇ ਉੱਥੇ ਟੈਂਪਰੇਚਰ ਵੀ ਰਿਲੇਟਿਵਲੀ ਘੱਟ ਹੁੰਦਾ ਹੈ। ਤਾਂ ਜਨਰਲ ਜਿਹਾ ਟ੍ਰੈਂਡ ਕੀ ਹੈ, ਟੈਂਪਰੇਚਰ ਡਿਕਰੀਜ਼ਿਸ ਫਰੋਮ ਇਕੁਏਟਰ ਟੂਵਰਡਸ ਪੋਲਸ ਔਨ ਦੀ ਬੇਸਿਸ ਆਫ ਹਜੇ ਤੱਕ ਦੀ ਡਿਸਕਸ਼ਨ। ਫਿਰ ਆਪਾਂ ਓਸ਼ਨਸ ਨੂੰ ਕੰਟੀਨੈਂਟਸ ਨਾਲ ਕੰਪੇਅਰ ਕੀਤਾ। ਆਫ ਕੋਰਸ ਓਸ਼ਨਸ ਹੈਵ ਰਿਲੇਟਿਵਲੀ ਮੋਡਰੇਟ ਟੈਂਪਰੇਚਰ ਐਜ਼ ਕੰਪੇਅਰ ਟੂ ਕੰਟੀਨੈਂਟਸ। ਤਾਂ ਆਪਾਂ ਲੈਟੀਟਿਊਡਨਲੀ ਜਨਰਲ ਟ੍ਰੈਂਡ ਐਸਟੈਬਲਿਸ਼ ਕਰ ਲਿਆ, ਆਪਾਂ ਓਸ਼ਨਸ ਵਰਸਸ ਕੰਟੀਨੈਂਟਸ ਜਨਰਲ ਟ੍ਰੈਂਡ ਐਸਟੈਬਲਿਸ਼ ਕਰ ਲਿਆ। ਇੱਕ ਹੈਗਾ ਹਾਈਲੈਂਡਸ ਵਰਸਸ ਲੋਲੈਂਡਸ ਆਲਟੀਟਿਊਡ ਦੇ ਬੇਸਿਸ ਤੇ। ਰਿਲੇਟਿਵਲੀ ਹਾਈਲੈਂਡਸ 'ਚ ਹਾਈ ਆਲਟੀਟਿਊਡ ਏਰੀਆਸ 'ਚ ਟੈਂਪਰੇਚਰ ਘੱਟ ਹੁੰਦਾ ਹੈ, ਲੋ ਆਲਟੀਟਿਊਡ ਏਰੀਆਸ 'ਚ ਟੈਂਪਰੇਚਰ ਲੋ ਆਲਟੀਟਿਊਡ ਏਰੀਆ 'ਚ ਟੈਂਪਰੇਚਰ ਜ਼ਿਆਦਾ ਹੁੰਦਾ ਹੈ। ਇੱਕ ਆਪਾਂ ਅਨਈਕੁਅਲ ਲੈਂਡ ਵਾਟਰ ਡਿਸਟ੍ਰੀਬਿਊਸ਼ਨ ਵਾਲਾ ਟੌਪਿਕ ਕੀਤਾ ਸੀਗਾ, ਉਹਦੇ ਬੇਸਿਸ ਤੇ ਵੀ ਆਪਾਂ ਇੱਕ ਜਨਰਲ ਪੁਆਇੰਟ ਕਹਿ ਸਕਦੇ ਹਾਂ। ਤੁਸੀਂ ਅਗੇਨ ਜੇ ਵਰਲਡ ਮੈਪ ਆਪਣੇ ਸਾਹਮਣੇ ਰੱਖੋ ਐਂਡ ਨਾਰਥ ਹੈਮਿਸਫੇਅਰ ਨੂੰ ਸਦਰਨ ਹੈਮਿਸਫੇਅਰ ਨਾਲ ਕੰਪੇਅਰ ਕਰੋ। ਓਪਨ ਦੀ ਮੈਪ ਆਫ ਦੀ ਵਰਲਡ ਐਂਡ ਜਸਟ ਹੈਵ ਅ ਜਨਰਲ ਲੁੱਕ ਐਟ ਦੀ ਨਾਰਦਰਨ ਹੈਮਿਸਫੇਅਰ ਐਂਡ ਸਦਰਨ ਹੈਮਿਸਫੇਅਰ। ਨਾਰਦਰਨ ਹੈਮਿਸਫੇਅਰ 'ਚ ਤੁਹਾਨੂੰ ਲੈਂਡ ਹੀ ਲੈਂਡ ਨਜ਼ਰ ਆ ਰਹੀ ਹੈ। ਅਫਰੀਕਾ ਵੀ ਚੌੜਾ ਜਿਹਾ ਇੱਥੇ ਲਾਈਕ ਸਦਰਨ ਹੈਮਿਸਫੇਅਰ 'ਚ ਆਉਂਦੇ ਆਉਂਦੇ ਅਫਰੀਕਾ ਵੀ ਪਤਲਾ ਜਿਹਾ ਹੋ ਜਾਂਦਾ ਹੈ। ਸਦਰਨ ਹੈਮਿਸਫੇਅਰ ਵੀ ਉੱਪਰ ਵਾਲੇ ਪੋਰਸ਼ਨ 'ਚ ਰਿਲੇਟਿਵਲੀ ਬਰੋਡ ਹੈ, ਥੱਲੇ ਆਉਂਦਾ ਆਉਂਦਾ ਬਿਲਕੁਲ ਨੈਰੋ ਹੋ ਜਾਂਦਾ ਹੈ। ਨਾਰਥ ਅਮਰੀਕਾ ਬਰੋਡ ਹੈ। ਏਸ਼ੀਆ ਤਾਂ ਲਾਰਜੈਸਟ ਕੰਟੀਨੈਂਟ ਹੈਗਾ ਹੀ ਹੈ, ਥੱਲੇ ਆਸਟ੍ਰੇਲੀਆ ਪਿੱਦੂ ਜਿਹਾ ਕੰਟੀਨੈਂਟ ਹੈ, ਐਂਟਾਰਕਟਿਕਾ ਪਿੱਦੂ ਜਿਹਾ ਕੰਟੀਨੈਂਟ ਹੈ। ਤਾਂ ਨਾਰਦਰਨ ਹੈਮਿਸਫੇਅਰ 'ਚ ਲੈਂਡ ਰਿਲੇਟਿਵਲੀ ਜ਼ਿਆਦਾ ਹੈ। ਉਸ ਕਰਕੇ ਕੀ ਹੁੰਦਾ ਕਿ ਆ ਜਿਹੜਾ ਕੰਟੀਨੈਂਟੈਲਿਟੀ ਵਾਲਾ ਫੈਕਟਰ ਹੈ ਉਹ ਨਾਰਦਰਨ ਹੈਮਿਸਫੇਅਰ 'ਚ ਜ਼ਿਆਦਾ ਪ੍ਰੋਮੀਨੈਂਟ ਹੈ। ਜਿਹੜਾ ਇੰਟੀਰੀਅਰ ਲਾਰਜ ਲੈਂਡ ਮਾਸਿਸ ਇਨ ਦੀ ਆਰਕਟਿਕ ਐਂਡ ਸਬ ਆਰਕਟਿਕ ਜ਼ੋਨ, ਸਾਈਬੇਰੀਆ ਵਾਲਾ ਰੀਜਨ ਹੈ, ਰਸ਼ੀਆ ਦਾ ਜਿਹੜਾ ਇੰਟੀਰੀਅਰ ਇਲਾਕਾ ਹੈ, ਕੈਨੇਡਾ ਦਾ ਜਿਹੜਾ ਇੰਟੀਰੀਅਰ ਇਲਾਕਾ ਹੈ ਪੋਲਰ ਏਰੀਆਸ ਦੇ ਨੇੜੇ, ਇਸ ਏਰੀਆ 'ਚ ਸਭ ਤੋਂ ਲਾਈਕ ਲੋਐਸਟ ਟੈਂਪਰੇਚਰ ਇਸ ਏਰੀਆ 'ਚ ਪਾਏ ਜਾਂਦੇ। ਹੁਣ ਇੱਕ ਜਨਰਲ ਐਕਸੈਪਸ਼ਨ ਹੋ ਗਈ। ਆਪਾਂ ਇੱਕ ਪਹਿਲਾਂ ਤਾਂ ਆਪਾਂ ਜਨਰਲ ਜਿਹਾ ਟ੍ਰੈਂਡ ਕੀਤਾ ਕਿ ਟੈਂਪਰੇਚਰ ਡਿਕਰੀਜ਼ਿਸ ਫਰੋਮ ਇਕੁਏਟਰ ਟੂਵਰਡਸ ਪੋਲਸ। ਮੈਂ ਤੁਹਾਨੂੰ ਕਿਹਾ ਸੀਗਾ ਕਿ ਔਨ ਦੀ ਬੇਸਿਸ ਆਫ ਹਜੇ ਜਿਹੜਾ ਆਪਾਂ ਅੱਗੇ ਟੌਪਿਕ ਕਰਨਾ ਹੈ, ਕੁਛ ਆਪਾਂ ਇਸ 'ਚ ਮੋਡੀਫਿਕੇਸ਼ਨਸ ਵਗੈਰਾ ਕਰਾਂਗੇ, ਕੁਛ ਇਸ 'ਚ ਆਪਾਂ ਐਕਸੈਪਸ਼ਨ ਵਗੈਰਾ ਕਰਾਂਗੇ। ਇੱਕ ਐਕਸੈਪਸ਼ਨ ਤਾਂ ਇਹੀ ਹੋਗੀ ਕਿ ਕਿਉਂਕਿ ਜਿਹੜਾ ਰਸ਼ੀਆ ਦਾ ਇੰਟੀਰੀਅਰ ਏਰੀਆ ਹੈ, ਕੈਨੇਡਾ ਦਾ ਇੰਟੀਰੀਅਰ ਏਰੀਆ ਹੈ, ਪੋਲਰ ਏਰੀਆਜ਼ ਦੇ ਨੇੜੇ ਉੱਪਰ ਨਾਰਥ 'ਚ, ਇਹਨੂੰ ਆਪਾਂ ਸਬ ਆਰਕਟਿਕ ਜਾਂ ਆਰਕਟਿਕ ਰੀਜਨ ਕਹਿ ਸਕਦੇ ਹਾਂ। ਦਿਸ ਇਜ਼ ਦੀ ਕੋਲਡੈਸਟ ਇਲਾਕਾ ਆਫ ਦੀ ਅਰਥ। ਇਹ ਵਾਲਾ ਜਿਹੜਾ ਏਰੀਆ ਹੈ ਕੋਲਡੈਸਟ, ਵਨ ਆਫ ਦੀ ਕੋਲਡੈਸਟ ਰੀਜਨਸ ਆਫ ਦੀ ਅਰਥ ਹੈ, ਨਾਟ ਅੰਟਾਰਕਟਿਕਾ ਐਂਡ ਨਾਟ ਦੀ ਨਾਰਥ ਪੋਲ। ਕਿਉਂਕਿ ਇੱਥੇ ਲੈਟੀਟਿਊਡ ਦੇ ਨਾਲ ਨਾਲ ਕੰਟੀਨੈਂਟੈਲਿਟੀ ਵਾਲਾ ਫੈਕਟਰ ਵੀ ਇੰਪੋਰਟੈਂਟ ਹੈ। So large land masses located in Arctic and subarctic zone, they develop extremely low temperature in winter. Winter से ਤਾਂ ਇੱਥੇ ਅੰਟਾਰਕਟਿਕਾ ਨਾਲੋਂ ਵੀ ਨਾਰਥ ਪੋਲ ਨਾਲੋਂ ਵੀ ਮਾੜਾ ਹਾਲ ਚੱਲ ਰਿਹਾ ਹੁੰਦਾ ਹੈ। ਠੀਕ ਹੈ ਜੀ, ਇਹ ਕੁਝ ਜਨਰਲ ਡਿਸਕਸ਼ਨ ਹੈ ਜਿਹੜੀ ਆਪਾਂ ਕਰ ਸਕਦੇ ਹਾਂ ਔਨ ਦੀ ਬੇਸਿਸ ਆਫ ਜਿਹੜੇ ਪ੍ਰੀਵੀਅਸ ਆਪਾਂ ਫੈਕਟਰ ਸਟੱਡੀ ਕੀਤੇ। ਕੁਝ ਹੋਰ ਆਪਾਂ ਇਸੇ ਹੀ ਡਿਸਕਸ਼ਨ ਨੂੰ ਜੇ ਅੱਗੇ ਲੈ ਕੇ ਜਾਣਾ ਹੋਵੇ, ਨੈਕਸਟ ਟੌਪਿਕ ਆਪਣਾ ਬਣਦਾ ਐਨੂਅਲ ਰੇਂਜ ਆਫ ਟੈਂਪਰੇਚਰ। ਆਪਾਂ ਫਿਲਹਾਲ ਜਿਹੜੀ ਪਿਛਲੀ ਸਲਾਈਡ ਤੇ ਡਿਸਕਸ਼ਨ ਕੀਤੀ ਸੀ ਉਹ ਵਨ ਟਾਈਮ ਟੈਂਪਰੇਚਰ ਦੀ ਗੱਲ ਕੀਤੀ ਸੀ ਵੀ ਐਟ ਵਨ ਪੁਆਇੰਟ ਆਫ ਟਾਈਮ ਕਿੰਨਾ ਟੈਂਪਰੇਚਰ ਹੈ, ਕਿੰਨਾ ਜ਼ਿਆਦਾ ਹੋ ਸਕਦਾ, ਕਿੰਨਾ ਘੱਟ ਹੋ ਸਕਦਾ। ਹੁਣ ਆਪਾਂ ਗੱਲ ਕਰ ਰਹੇ ਹਾਂ ਐਨੂਅਲ ਰੇਂਜ ਦੀ ਕਿ ਜਨਵਰੀ 'ਚ ਕਿੰਨਾ ਟੈਂਪਰੇਚਰ ਹੈ, ਜੂਨ 'ਚ ਕਿੰਨਾ ਟੈਂਪਰੇਚਰ ਹੈ, ਜਾਂ ਜੂਨ ਜੁਲਾਈ 'ਚ ਕਿੰਨਾ ਟੈਂਪਰੇਚਰ ਹੈ, ਇਹਨਾਂ ਦਾ ਡਿਫਰੈਂਸ ਕੀ ਹੈ। ਰੇਂਜ ਆਫ ਟੈਂਪਰੇਚਰ, ਇਹ ਡੇਲੀ ਰੇਂਜ ਆਫ ਟੈਂਪਰੇਚਰ ਵੀ ਹੋ ਸਕਦੀ ਹੈ, ਰਾਤੀ ਕਿੰਨੀ ਠੰਡ ਸੀਗੀ, ਦਿਨੇ ਕਿੰਨੀ ਗਰਮੀ ਸੀ।
ਇਹ ਮੰਥਲੀ ਰੇਂਜ ਆਫ ਟੈਂਪਰੇਚਰ ਵੀ ਹੋ ਸਕਦਾ ਹੈ ਕਿ ਮੰਥ ਦਾ ਸਭ ਤੋਂ ਗਰਮ ਟਾਈਮ, ਮੰਥ ਦਾ ਸਭ ਤੋਂ ਠੰਡਾ ਟਾਈਮ। ਇਹ ਐਨੂਅਲ ਰੇਂਜ ਆਫ ਟੈਂਪਰੇਚਰ ਵੀ ਹੋ ਸਕਦਾ ਕਿ ਸਭ ਤੋਂ ਠੰਡੇ ਮੰਥ 'ਚ ਕਿੰਨਾ ਟੈਂਪਰੇਚਰ ਸੀ, ਸਭ ਤੋਂ ਗਰਮ ਮੰਥ 'ਚ ਕਿੰਨਾ ਟੈਂਪਰੇਚਰ ਸੀ। ਸੋ ਨਾਓ ਵੀ ਆਰ ਟਾਕਿੰਗ ਅਬਾਊਟ ਐਨੂਅਲ ਰੇਂਜ ਆਫ ਟੈਂਪਰੇਚਰ। ਇਸ ਕੇਸ 'ਚ ਤੁਸੀਂ ਕੀ ਕਹਿ ਸਕਦੇ ਹੋ, ਹਾਊ ਦੀ ਰੇਂਜ ਆਫ ਟੈਂਪਰੇਚਰ ਵੁੱਡ ਵੈਰੀ। ਇਕੁਟੋਰੀਅਲ ਰੀਜਨਸ ਦੀ ਆਪਾਂ ਗੱਲ ਕਰੀਏ, ਇਕੁਟੋਰੀਅਲ ਰੀਜਨਸ 'ਚ ਭਾਵੇਂ ਜਨਵਰੀ ਦੇਖ ਲਓ ਭਾਵੇਂ ਜੁਲਾਈ ਦੇਖ ਲਓ, ਸਿੱਧੀਆਂ ਡਾਇਰੈਕਟ ਰੇਜ਼ ਆਫ ਸਨ ਹੀ ਆਉਣੀਆਂ, because equatorial regions always receive almost direct rays of the sun, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਭਾਵੇਂ ਜੂਨ ਹੋਵੇ ਭਾਵੇਂ ਜਨਵਰੀ ਹੋਵੇ, ਟੈਂਪਰੇਚਰ 'ਚ ਜ਼ਿਆਦਾ ਫਰਕ ਹੀ ਨਹੀਂ ਪੈਂਦਾ। because there is no much difference in insolation, annual range of temperature would be, ਦੱਸੋ, less ਕੇ more? ਗਰਮੀਆਂ 'ਚ ਵੀ ਉਨਾ ਹੀ, ਸਰਦੀਆਂ 'ਚ ਵੀ ਉਨਾ ਹੀ, ਜੂਨ 'ਚ ਵੀ ਉਨਾ ਹੀ, ਜਨਵਰੀ 'ਚ ਵੀ ਉਨਾ ਹੀ, ਤਾਂ ਰੇਂਜ ਆਫ ਟੈਂਪਰੇਚਰ ਵੁੱਡ ਬੀ ਲੈਸ। ਔਨ ਦੀ ਅਦਰ ਹੈਂਡ ਜਿਵੇਂ ਜਿਵੇਂ ਆਪਾਂ ਉੱਪਰ ਜਾਵਾਂਗੇ, ਇੱਕ ਜਨਰਲ ਜੀ ਸਟੇਟਮੈਂਟ ਆਪਾਂ ਦੇ ਸਕਦੇ ਹਾਂ ਕਿ ਐਨੂਅਲ ਰੇਂਜ ਆਫ ਟੈਂਪਰੇਚਰ ਇਨਕਰੀਜ਼ਿਜ਼ ਵਿਦ ਇਨਕਰੀਜ਼ ਇਨ ਲੈਟੀਟਿਊਡ। ਜਿਵੇਂ ਜਿਵੇਂ ਲੈਟੀਟਿਊਡ ਆਪਣਾ ਇਨਕਰੀਜ਼ ਕਰ ਰਿਹਾ, ਆਪਾਂ ਪੋਲਰ ਏਰੀਆਸ ਵੱਲ ਜਾ ਰਹੇ ਹਾਂ, ਰੇਂਜ ਆਫ ਟੈਂਪਰੇਚਰ ਵੀ ਇਨਕਰੀਜ਼ ਕਰਦਾ ਹੈ। ਹੁਣ ਇਹ ਜਿਹੜਾ ਇਨਕਰੀਜ਼ ਹੈ ਨੌਰਦਰਨ ਹੈਮੀਸਫੇਅਰ 'ਚ ਜ਼ਿਆਦਾ ਕਰੂਗਾ ਜਾਂ ਸਦਰਨ ਹੈਮੀਸਫੇਅਰ 'ਚ ਜ਼ਿਆਦਾ ਕਰੂਗਾ? ਅਗੇਨ ਸਟੇਟਮੈਂਟ ਹੈ, ਟਰੂ ਫਾਲਸ ਦੱਸੋ ਕਿ ਰੇਂਜ ਆਫ ਟੈਂਪਰੇਚਰ, ਐਨੂਅਲ ਰੇਂਜ ਆਫ ਟੈਂਪਰੇਚਰ ਵੁੱਡ ਬੀ ਮੋਰ ਇਨ ਨੌਰਦਰਨ ਹੈਮੀਸਫੇਅਰ ਜਾਂ ਸਦਰਨ ਹੈਮੀਸਫੇਅਰ? ਹੁਣ ਇਸ 'ਚ ਵੀ ਤੁਸੀਂ ਆਪਣੀ ਪੁਰਾਣੇ ਵਾਲੀ ਨੌਲੇਜ ਲੈ ਕੇ ਆਉਣੀ ਹੈ, ਇੱਥੋਂ ਪੜ੍ਹ ਕੇ ਨਹੀਂ ਦੱਸਣਾ। ਤੁਸੀਂ ਕੀਤਾ ਕੰਟੀਨੈਂਟੈਲਿਟੀ ਵਾਲਾ ਫੈਕਟਰ ਕਿ ਜੇ ਲੈਂਡ ਜ਼ਿਆਦਾ ਹੈ ਤਾਂ ਰੇਂਜ ਆਫ ਟੈਂਪਰੇਚਰ ਵੀ ਜ਼ਿਆਦਾ ਹੋਊਗਾ, ਐਕਸਟ੍ਰੀਮ ਕਲਾਈਮੇਟ ਹੋਊਗਾ। ਜੇ ਓਸ਼ਨ ਜ਼ਿਆਦਾ ਹੈ ਤਾਂ ਮੋਡਰੇਟ ਟੈਂਪਰੇਚਰ ਹੋਣਗੇ, ਰੇਂਜ ਮਤਲਬ ਇੱਦਾਂ ਗਰਮੀ ਤੇ ਸਰਦੀ ਜ਼ਿਆਦਾ ਫਰਕ ਨਹੀਂ ਹੋਊਗਾ। ਨੌਰਦਰਨ ਹੈਮੀਸਫੇਅਰ 'ਚ ਲੈਂਡ ਜ਼ਿਆਦਾ ਕਿ ਸਦਰਨ ਹੈਮੀਸਫੇਅਰ 'ਚ ਲੈਂਡ ਜ਼ਿਆਦਾ? ਨੌਰਦਰਨ ਹੈਮੀਸਫੇਅਰ 'ਚ ਲੈਂਡ ਜ਼ਿਆਦਾ ਹੈ, ਇਸ ਕਰਕੇ ਉੱਥੇ ਰੇਂਜ ਆਫ ਟੈਂਪਰੇਚਰ ਵੀ ਜ਼ਿਆਦਾ ਹੋਊਗੀ, ਤੋ ਸਪੈਸ਼ਲੀ ਓਵਰ ਨੌਰਦਰਨ ਹੈਮੀਸਫੇਅਰ। ਗ੍ਰੇਟੈਸਟ ਜਿਹੜੀ ਰੇਂਜ ਓਬਜ਼ਰਵ ਕੀਤੀ ਜਾਊਗੀ, ਇਹ ਤਾਂ ਤੁਸੀਂ ਜਨਰਲ ਟ੍ਰੈਂਡ ਤਾਂ ਬੋਲਤਾ, ਇਨਕਰੀਜ਼ਿਜ਼ ਵਿਦ ਇਨਕਰੀਜ਼, ਲੇਕਿਨ ਅਗੇਨ ਜਿਹੜੀ ਆਪਾਂ ਪਿਛਲੀ ਸਲਾਈਡ 'ਚ ਗੱਲ ਕੀਤੀ ਸੀ ਉਹ ਇੱਥੇ ਵੀ ਟਰੂ ਹੈ ਕਿ ਇੱਦਾਂ ਨਹੀਂ ਹੈ ਕਿ ਲਾਈਕ ਐਂਟਾਰਕਟਿਕਾ 'ਚ ਸਭ ਤੋਂ ਜ਼ਿਆਦਾ ਰੇਂਜ ਹੈ। ਸਭ ਤੋਂ ਜ਼ਿਆਦਾ ਰੇਂਜ ਆਫ ਟੈਂਪਰੇਚਰ ਹੈ ਇੰਟੀਰੀਅਰ ਏਰੀਆਜ਼ ਆਫ ਰਸ਼ੀਆ, ਇੰਟੀਰੀਅਰ ਏਰੀਆਜ਼ ਆਫ ਨੌਰਦਰਨ ਕੈਨੇਡਾ, ਕਿਉਂਕਿ ਇੱਥੇ ਕੰਟੀਨੈਂਟੈਲਿਟੀ ਵਾਲਾ ਫੈਕਟਰ ਵੀ ਹੈਗਾ। ਇੱਥੇ ਲੈਟੀਟਿਊਡ ਦਾ ਫੈਕਟਰ ਹੈ ਹੀ ਹੈ, ਨਾਲ ਕੰਟੀਨੈਂਟੈਲਿਟੀ ਵਾਲਾ ਵੀ ਫੈਕਟਰ ਹੈ। ਓਸ਼ਨ ਬਹੁਤ ਦੂਰ ਹੈ, ਕੋਈ ਮੋਡਰੇਟ ਇਨਫਲੂਐਂਸ ਨਹੀਂ ਹੈਗਾ, ਇਹਦੀ ਇੰਟੀਰੀਅਰ ਤੱਕ ਕੁਛ ਲਾਈਕ ਇਫੈਕਟ ਪਹੁੰਚਦਾ ਨਹੀਂ ਹੈਗਾ। ਇਸ ਕਰਕੇ ਇਹ ਵਾਲਾ ਜਿਹੜਾ ਸਬ ਆਰਕਟਿਕ ਜਾਂ ਆਰਕਟਿਕ ਰੀਜਨਸ ਆਫ ਏਸ਼ੀਆ ਐਂਡ ਨਾਰਥ ਅਮਰੀਕਾ 'ਚ ਸਭ ਤੋਂ ਜ਼ਿਆਦਾ ਰੇਂਜ ਪਾਈ ਜਾਂਦੀ ਹੈ। ਮੈਕਸਿਮਮ ਰੇਂਜ ਇਜ਼ ਓਬਜ਼ਰਵਡ ਓਵਰ ਸਬ ਆਰਕਟਿਕ ਐਂਡ ਆਰਕਟਿਕ ਜ਼ੋਨ ਆਫ ਏਸ਼ੀਆ ਐਂਡ ਨਾਰਥ ਅਮਰੀਕਾ। ਹੁਣ ਜੇ ਓਸ਼ਨਸ ਨੂੰ ਲੈਂਡ ਨਾਲ ਕੰਪੇਅਰ ਕਰਨਾ ਹੋਵੇ ਤਾਂ ਕਰ ਹੀ ਲਓਗੇ, ਓਸ਼ਨਸ 'ਚ ਰੇਂਜ ਘੱਟ ਹੁੰਦੀ ਹੈ, ਲੈਂਡ 'ਤੇ ਰੇਂਜ ਜ਼ਿਆਦਾ ਹੁੰਦੀ ਹੈ। ਸੋ ਇਹਦੇ ਨਾਲ ਆਪਣਾ ਹੌਰੀਜ਼ੋਨਟਲ ਡਿਸਟ੍ਰੀਬਿਊਸ਼ਨ ਆਫ ਟੈਂਪਰੇਚਰ ਕੰਪਲੀਟ ਹੁੰਦਾ ਹੈ। ਨੈਕਸਟ ਆਪਣਾ ਜਿਹੜਾ ਟੌਪਿਕ ਹੈ ਦੈਟ ਇਜ਼ ਵਰਟੀਕਲ ਡਿਸਟ੍ਰੀਬਿਊਸ਼ਨ ਆਫ ਟੈਂਪਰੇਚਰ। ਕੱਲ੍ਹ ਜਦੋਂ ਮੈਂ ਤੁਹਾਨੂੰ ਲੇਅਰਸ ਆਫ ਐਟਮੋਸਫੇਅਰ ਕਰਵਾ ਰਿਹਾ ਸੀਗਾ ਤਾਂ ਬੱਚੇ ਚੈਟ 'ਚ ਕਾਫੀ ਸਾਰੇ ਟੈਂਪਰੇਚਰ ਦੀਆਂ ਗੱਲਾਂ ਕਰ ਰਹੇ ਸੀ ਕਿ ਟ੍ਰੋਪੋਸਫੇਅਰ 'ਚ ਇੱਦਾਂ ਹੁੰਦਾ, ਸਟ੍ਰੈਟੋਸਫੇਅਰ 'ਚ ਇੱਦਾਂ ਹੁੰਦਾ, ਮਿਊਜ਼ੋਸਫੇਅਰ 'ਚ ਇੱਦਾਂ ਹੁੰਦਾ, ਐਗਜ਼ੋਸਫੇਅਰ ਥਰਮੋਸਫੇਅਰ 'ਚ ਇੱਦਾਂ ਹੁੰਦਾ। ਮੈਂ ਕੱਲ੍ਹ ਵਾਲੀ ਕਲਾਸ 'ਚ ਇਹ ਡਿਸਕਸ਼ਨ ਸਕਿਪ ਕੀਤੀ ਸੀ ਕਿਉਂਕਿ ਮੈਂ ਕਿਹਾ ਟੈਂਪਰੇਚਰ ਡਿਸਟ੍ਰੀਬਿਊਸ਼ਨ ਆਪਾਂ ਇਕੱਠਾ ਹੀ ਕਰਾਂਗੇ। ਹੁਣ ਨਾਓ ਦੈਟ ਵੀ ਨੋ ਵਟ ਆਰ ਦੀ ਫੈਕਟਰਸ ਦੈਟ ਇਨਫਲੂਐਂਸ ਟੈਂਪਰੇਚਰ ਆਫ ਅ ਪਲੇਸ ਐਂਡ ਵੀ ਨੋ ਹਾਊ ਐਟਮੋਸਫੇਅਰ ਗੈਟਸ ਹੀਟਡ ਅਪ, ਐਟਮੋਸਫੇਅਰ ਦੀ ਹੀਟਿੰਗ ਹੁੰਦੀ ਕਿਵੇਂ ਹੈ। ਹੁਣ ਆਪਾਂ ਬੈਟਰ ਪੋਜੀਸ਼ਨ 'ਤੇ ਇਸ ਚੀਜ਼ ਨੂੰ ਸਮਝਣ ਲਈ ਮੋਰ ਔਰ ਲੈਸ ਜਿਹੜੀ ਆਪਾਂ ਗੱਲ ਕੀਤੀ ਹੈ ਐਟਮੋਸਫੇਅਰ ਦੀ ਹੀਟਿੰਗ ਨੀਚੇ ਤੋਂ ਹੁੰਦੀ ਹੈ। ਐਟਮੋਸਫੇਅਰ ਦੀ ਹੀਟਿੰਗ ਨੀਚੇ ਤੋਂ ਹੁੰਦੀ ਹੈ, ਟੈਰੈਸਟਰੀਅਲ ਰੇਡੀਏਸ਼ਨ ਨਾਲ ਹੁੰਦੀ ਹੈ। ਲੈਂਡ ਇਜ਼ ਦੀ ਸੋਰਸ ਆਫ ਐਨਰਜੀ। ਔਨ ਦੀ ਬੇਸਿਸ ਆਫ ਦੈਟ ਕੁਝ ਗੱਲਾਂ ਜਿਹੜੀਆਂ ਆਪਾਂ ਧਿਆਨ 'ਚ ਰੱਖਾਂਗੇ। ਆਪਾਂ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਟ੍ਰੋਪੋਸਫੇਅਰ ਲੇਅਰ ਦੀ। The first layer of atmosphere, the layer nearest to the surface of the earth is troposphere. And it is the most important layer as far as climatological phenomena are concerned, as far as weather phenomena are concerned. उस केस च what would be the like characteristics of this layer कि जिमें जिमें ਆਪਾਂ ਥੱਲੇ ਤੋਂ ਉੱਪਰ ਜਾ ਰਹੇ ਹਾਂ ਟੈਂਪਰੇਚਰ ਇਨਕਰੀਜ਼ ਕਰਨਾ ਚਾਹੀਦਾ ਹੈ ਜਾਂ ਡਿਕਰੀਜ਼ ਕਰਨਾ ਚਾਹੀਦਾ ਹੈ।
ਜਿਵੇਂ ਕੱਲ੍ਹ ਦੀ ਕਲਾਸ 'ਚ ਆਪਾਂ ਐਗਜ਼ਾਮਪਲਸ ਲੈ ਰਹੇ ਸੀਗੇ ਕਿ ਪਾਣੀ ਨੂੰ ਗਰਮ ਕਰਨਾ ਹੈ, ਨੀਚੇ ਆਪਾਂ ਬਰਨਰ ਚਲਾਇਆ ਹੋਇਆ ਹੈ, ਤਾਂ ਲਾਈਕ ਪਾਣੀ ਨੀਚੇ ਤੋਂ ਉੱਪਰ ਗਰਮ ਹੁੰਦਾ ਹੈ ਕਨਵੈਕਸ਼ਨਲ ਕਰੰਟਸ ਨਾਲ। ਉੱਦਾਂ ਹੀ ਤੁਸੀਂ ਮੰਨ ਕੇ ਚੱਲੋ ਕਿ ਹੁਣ ਸਰਫੇਸ ਆਫ ਦੀ ਅਰਥ ਇਜ਼ ਦੀ ਸੋਰਸ ਆਫ ਹੀਟ, ਨੀਚੇ ਤੁਸੀਂ ਬਰਨਰ ਚਲਾਇਆ ਹੋਇਆ ਹੈ। ਜੇ ਨੀਚੇ ਤੁਸੀਂ ਬਰਨਰ ਚਲਾਇਆ ਹੋਇਆ ਹੈ ਤਾਂ ਸਭ ਤੋਂ ਜ਼ਿਆਦਾ ਗਰਮੀ ਨੀਚੇ ਹੋਊਗੀ, ਜਿਵੇਂ ਜਿਵੇਂ ਤੁਸੀਂ ਉੱਪਰ ਜਾਓਗੇ ਟੈਂਪਰੇਚਰ ਵੁੱਡ ਡਿਕਰੀਜ਼। ਤਾਂ ਟ੍ਰੋਪੋਸਫੇਅਰ 'ਚ in troposphere temperature decreases with increasing altitude. altitude ज़्यादा temperature घट, height ज़्यादा temperature घट, ਕੂਲਿੰਗ ਜ਼ਿਆਦਾ ਹੁੰਦੀ ਹੈ, ਮਤਲਬ ਐਜ਼ ਵੀ ਮੂਵ ਅਪ ਦੀ ਟੈਂਪਰੇਚਰ ਡਿਕਰੀਜ਼ਸ। ਹੁਣ ਇੱਥੇ ਤੁਸੀਂ ਰੇਟ ਵੀ ਯਾਦ ਰੱਖਣਾ। ਇਹਦਾ ਕਾਰਨ ਕੀ ਹੈ? ਐਵਰੀਬਡੀ ਕੈਨ ਰਿਲੇਟ, ਕੋਈ ਦਿੱਕਤ ਨਹੀਂ ਹੋਊਗੀ ਮੇਰੇ ਹਿਸਾਬ ਨਾਲ। ਇਹਦਾ ਰੇਟ ਤੁਸੀਂ ਯਾਦ ਰੱਖਣਾ ਹੈ। ਆਪਾਂ 165 ਮੀਟਰਸ ਉੱਪਰ ਜਾਈਏ ਤਾਂ 1 ਡਿਗਰੀ ਸੈਲਸੀਅਸ ਟੈਂਪਰੇਚਰ ਡਿਕਰੀਜ਼ ਕਰਦਾ ਹੈ। ਜਾਂ ਇਹਨੂੰ ਹੀ ਮੈਂ ਦੂਸਰੇ ਟਰਮ 'ਚ ਲਿਖ ਦੇਣਾ, ਲਾਈਕ ਇਸ ਨੂੰ ਹੀ ਮੈਂ ਕਨਵਰਟ ਕਰਕੇ ਲਿਖ ਰਿਹਾ 6.5 ਡਿਗਰੀ ਸੈਲਸੀਅਸ ਟੈਂਪਰੇਚਰ ਡਿਕਰੀਜ਼ ਕਰਦਾ ਹੈ ਫॉर ਐਵਰੀ 1 ਕਿਲੋਮੀਟਰ ਰਾਈਜ਼ ਇਨ ਹਾਈਟ। 1 ਕਿਲੋਮੀਟਰ ਆਪਾਂ ਉੱਪਰ ਜਾਈਏ 6.5 ਟੈਂਪਰੇਚਰ ਘੱਟ ਹੁੰਦਾ ਹੈ। 165 ਮੀਟਰਸ ਆਪਾਂ ਉੱਪਰ ਜਾਈਏ 1 ਡਿਗਰੀ ਸੈਲਸੀਅਸ ਟੈਂਪਰੇਚਰ ਡਿਕਰੀਜ਼ ਹੁੰਦਾ ਹੈ। ਇਹ ਦੋਨੋਂ ਤੁਸੀਂ ਵੈਲਿਊਜ਼ ਯਾਦ ਰੱਖਣੀਆਂ। ਇਹ ਵੀ ਇੰਪੋਰਟੈਂਟ ਹੈ, ਇਹ ਵੀ ਇੰਪੋਰਟੈਂਟ ਹੈ, ਭਾਵੇਂ ਦੋਵੇਂ ਇਕੁਅਲੀ ਹੈ। ਇਹ ਕਹਿ ਲਓ ਸੇਮ ਹੀ ਗੱਲ ਹੈ, ਲੇਕਿਨ ਵੈਲਿਊਜ਼ ਦੋਵੇਂ ਇੰਪੋਰਟੈਂਟ ਹੈ, ਪੇਪਰ 'ਚ ਪੁੱਛੀਆਂ ਜਾ ਸਕਦੀਆਂ। ਇਹਨੂੰ ਆਪਾਂ ਕਹਿੰਦੇ ਹਾਂ ਨੋਰਮਲ ਲੈਪਸ ਰੇਟ। ਨੋਰਮਲ ਲੈਪਸ ਰੇਟ किस रेट ते टैंपरेचर डिक्रीज़ करता है जो आप हाइट इनक्रीज़ करते हैं? इस रेट नूं कहते हैं नॉर्मल लैप्स रेट। कितना है नॉर्मल लैप्स रेट? व्हाट इज़ द वैल्यू ऑफ नॉर्मल लैप्स रेट? 6.5 डिग्री सेल्सियस पर किलोमीटर या 1 डिग्री सेल्सियस पर 165 मीटर्स। ठीक है जी। ट्रोपोस्फेयर च तुसीं इन्नी गल टैंपरेचर करैक्टरिस्टिक्स च याद रखनी है। दूसरी ਹੁਣ ਆਪਾਂ ਨੈਕਸਟ ਲੇਅਰ 'ਤੇ ਆਉਂਦੇ ਹਾਂ, ਦੈਟ ਇਜ਼ ਸਟ੍ਰੈਟੋਸਫੇਅਰ। ਇੱਥੇ ਇਹਨਾਂ ਨੇ ਗ੍ਰਾਫ 'ਚ ਇਸ ਡਾਇਗਰਾਮ 'ਚ NCERT ਦੀ ਡਾਇਗਰਾਮ ਇਹ ਇਹਨਾਂ ਨੇ ਲਾਈਨ ਸ਼ੋ ਕੀਤੀ ਹੈ ਕਿ ਇੱਥੇ ਟੈਂਪਰੇਚਰ 20 ਡਿਗਰੀ ਦੇ ਨੇੜੇ ਸੀਗਾ, ਟੈਂਪਰੇਚਰ ਹੌਲੀ ਹੌਲੀ ਡਿਕਰੀਜ਼ ਕਰਦਾ ਗਿਆ। ਠੀਕ ਹੈ ਜੀ। ਹੁਣ ਆਪਾਂ ਆਉਂਦੇ ਹਾਂ ਸੈਕਿੰਡ ਲੇਅਰ ਆਫ ਐਟਮੋਸਫੇਅਰ 'ਚ, ਸਟ੍ਰੈਟੋਸਫੇਅਰ 'ਚ। ਸਟ੍ਰੈਟੋਸਫੇਅਰ 'ਚ ਹੁਣ ਜਿਹੜੇ ਮੈਂ ਜਨਰਲ ਜੀ ਗੱਲ ਕੀਤੀ ਉਹ ਤਾਂ ਟਰੂ ਹੈ ਹੀ ਹੈ ਕਿ ਬਰਨਰ ਤਾਂ ਥੱਲੇ ਲੱਗਾ ਹੋਇਆ, ਥੱਲੋਂ ਹੀਟਿੰਗ ਹੋ ਰਹੀ ਹੈ। ਲੇਕਿਨ ਸਟ੍ਰੈਟੋਸਫੇਅਰ ਦੀ ਤੁਸੀਂ ਇੱਕ ਇੰਪੋਰਟੈਂਟ ਫੀਚਰ ਕੀਤਾ ਹੈ ਕਿ ਇੱਥੇ ਓਜ਼ੋਨ ਗੈਸ ਹੁੰਦੀ ਹੈ, ਓਜ਼ੋਨ ਲੇਅਰ ਹੁੰਦੀ ਹੈ ਸਟ੍ਰੈਟੋਸਫੇਅਰ 'ਚ 25 ਕਿਲੋਮੀਟਰ ਦੇ ਨੇੜੇ। ਇਹ ਓਜ਼ੋਨ ਗੈਸ ਕੀ ਕਰਦੀ ਹੈ? ਹਾਰਮਫੁਲ UV ਰੇਡੀਏਸ਼ਨ ਅਬਜ਼ੌਰਬ ਕਰਦੀ ਹੈ, ਆਪਾਂ ਨੂੰ UV ਰੇਡੀਏਸ਼ਨ ਤੋਂ ਬਚਾਉਂਦੀ ਹੈ। ਲੇਕਿਨ ਉਸ ਪ੍ਰੋਸੈਸ 'ਚ ਹੁੰਦਾ ਕੀ ਹੈ? ਉਸ ਪ੍ਰੋਸੈਸ 'ਚ ਡਾਇਰੈਕਟ ਅਬਜ਼ੌਰਪਸ਼ਨ ਇੱਥੇ ਪ੍ਰੋਮੀਨੈਂਟ ਹੋ ਜਾਂਦੀ ਹੈ। ਆਪਾਂ ਜਨਰਲ ਡਿਸਕਸ਼ਨ ਕੀਤੀ ਕਿ ਐਟਮੋਸਫੇਅਰ ਥੱਲੋਂ ਜ਼ਿਆਦਾ ਹੀਟ ਅਪ ਹੁੰਦਾ ਹੈ ਐਜ਼ ਕੰਪੇਅਰ ਟੂ ਡਾਇਰੈਕਟ ਅਬਜ਼ੌਰਪਸ਼ਨ। ਲੇਕਿਨ ਸਟ੍ਰੈਟੋਸਫੇਅਰ 'ਚ ਓਜ਼ੋਨ ਗੈਸ डायरैक्ट अब्जॉर्प्शन ऑफ सनलाइट करती पई है, डायरैक्ट अब्जॉर्प्शन ऑफ UV पार्ट ऑफ दी सनलाइट करती पई है, क्योंकि ये डायरैक्ट अब्जॉर्प्शन इत्थे बहुत ज़्यादा हो रही है ओजोन करके। इस करके ये एक एक्सेप्शन है। इस करके इत्थे टैंपरेचर करैक्टरिस्टिक्स डिफरेंट है। इत्थे कुछ टाइम तक तो टैंपरेचर कॉन्सटेंट रहिंदा है। दोनों फैक्टर्स एक दूसरे नाल कंपीट करते हैं भी तू ज़्यादा तगड़ा कि मैं ज़्यादा तगड़ा, डिसाइड जा हो नहीं पाता, टैंपरेचर कॉन्सटेंट रहिंदा है। फिर कहते हैं कि ओजोन वाला फैक्टर ज़्यादा डोमीनेट हो जाता है तो टैंपरेचर इंक्रीज़ करना स्टार्ट कर दिंदा है। With the increase in temperature, increase in altitude, with the increase in altitude, the temperature decreases. Temperature also increases. स्ट्रैटोस्फेयर 'ਚ ਤੁਸੀਂ ਇਹ ਯਾਦ ਰੱਖਣਾ ਹੈ। ਕਿਉਂ ਇਦਾਂ ਹੁੰਦਾ ਹੈ? ਇਹਦਾ ਤੁਸੀਂ ਕਾਰਨ ਵੀ ਯਾਦ ਰੱਖਣਾ ਹੈ, ਕਿਉਂਕਿ ਇੱਥੇ ਡਾਇਰੈਕਟ ਅਬਜ਼ੌਰਪਸ਼ਨ ਆਫ ਸਨਲਾਈਟ ਹੁੰਦੀ ਹੈ ਬਿਕੋਜ਼ ਆਫ ਓਜ਼ੋਨ ਲੇਅਰ। ਨੈਕਸਟ ਲੇਅਰ 'ਤੇ ਆਪਾਂ ਆਉਂਦੇ ਹਾਂ ਮੀਜ਼ੋਸਫੇਅਰ।
ਮੀਜ਼ੋਸਫੇਅਰ 'ਚ ਕਿਉਂਕਿ ਓਜ਼ੋਨ ਨਹੀਂ ਹੈਗੀ, ਇਹ ਜਨਰਲ ਕਰੈਕਟਰਿਸਟਿਕਸ ਹੀ ਸ਼ੋ ਕਰਦੀ ਹੈ। ਥੋੜੇ ਟਾਈਮ ਤੱਕ ਟੈਂਪਰੇਚਰ ਕੌਨਸਟੈਂਟ ਰਹਿੰਦਾ ਐਂਡ ਟੈਂਪਰੇਚਰ ਗੋਜ਼ ਔਨ ਡਿਕਰੀਜ਼ਿੰਗ। ऑल्टीट्यूड ज़्यादा ਟੈਂਪਰੇਚਰ ਘੱਟ, ਇਹ ਮੀਜ਼ੋਸਫੇਅਰ ਦੇ ਕਰੈਕਟਰਿਸਟਿਕਸ ਹੋ ਗਏ। ਇਸ ਤੋਂ ਬਾਅਦ ਜੇ ਤੁਸੀਂ ਇਹ ਡਾਇਗਰਾਮ ਦੇਖੋ, ਇਹ ਜਿਹੜੀ ਤੁਹਾਨੂੰ NCERT 'ਚ ਦਿੱਤੀ ਹੋਈ ਹੈ, ਇਹ ਥਰਮੋਸਫੇਅਰ ਦੀ ਸਟਾਰਟਿੰਗ ਤੱਕ 100 ਕਿਲੋਮੀਟਰ ਤੱਕ ਦੀ ਹੀ ਡਾਇਗਰਾਮ ਹੈ। 80 ਕਿਲੋਮੀਟਰ ਤੱਕ ਆਪਾਂ ਕੱਲ੍ਹ ਦੀ ਕਲਾਸ 'ਚ ਕੀਤਾ ਸੀ ਮੀਜ਼ੋਸਫੇਅਰ ਹੁੰਦਾ, ਉਸ ਤੋਂ ਬਾਅਦ ਥਰਮੋਸਫੇਅਰ ਦਾ ਇੱਕ ਪੋਰਸ਼ਨ ਹੈ ਆਇਨੋਸਫੇਅਰ, ਉਸ ਤੋਂ ਬਾਅਦ ਆਪਣਾ ਆਉਂਦਾ ਹੈ ਐਗਜ਼ੋਸਫੇਅਰ। ਹੁਣ ਮੀਜ਼ੋਪੌਜ਼ ਤੋਂ ਬਾਅਦ ਜੋ ਵੀ ਹੈ ਟੈਂਪਰੇਚਰ ਗੋਜ਼ ਔਨ ਇਨਕਰੀਜ਼ਿੰਗ, ਉਸ ਤੋਂ ਬਾਅਦ ਗੱਡੀ ਚੱਲਦੀ ਰਹਿੰਦੀ ਹੈ। ਟੈਂਪਰੇਚਰ ਹਮੇਸ਼ਾ ਇਨਕਰੀਜ਼ ਹੀ ਹੁੰਦਾ ਰਹਿੰਦਾ। ਇੱਦਾਂ ਕਿਉਂ? ਥਰਮੋਸਫੇਅਰ ਜਾਂ ਆਇਨੋਸਫੇਅਰ 'ਚ ਪੁੱਛ ਲੈਣ ਜਾਂ ਫਿਰ ਐਗਜ਼ੋਸਫੇਅਰ 'ਚ ਪੁੱਛ ਲੈਣ, ਤਿੰਨਾਂ ਹੀ ਕੇਸਿਸ 'ਚ ऑल्टीट्यूड ਇਨਕਰੀਜ਼ ਕਰਾਂਗੇ ਤਾਂ ਟੈਂਪਰੇਚਰ ਵੀ ਇਨਕਰੀਜ਼ ਹੋਊਗਾ। ਇੱਦਾਂ ਕਿਉਂ ਹੁੰਦਾ? ਹੁਣ ਤੁਸੀਂ ਕਹੋਗੇ ਸਰ ਨਾਲੇ ਤਾਂ ਤੁਸੀਂ ਬੜਾ ਠੋਕ ਵਜਾ ਕੇ ਕਿਹਾ ਸੀਗਾ ਕਿ ਬਰਨਰ ਥੱਲੇ ਲਾਇਆ ਹੋਇਆ ਹੈ, ਅੱਗ ਥੱਲੇ ਲੱਗੀ ਹੋਈ ਹੈ, ਅਰਥ ਤੋਂ ਹੀਟ ਹੁੰਦਾ ਹੈ ਐਟਮੋਸਫੇਅਰ। ਬਿਲਕੁਲ ਐਟਮੋਸਫੇਅਰ ਅਰਥ ਤੋਂ ਹੀਟ ਹੁੰਦਾ ਹੈ, ਲੇਕਿਨ ਆਪਾਂ ਇਹ ਵੀ ਤਾਂ ਡਿਸਕਸ ਕੀਤਾ ਸੀਗਾ ਕਿ ਮੀਜ਼ੋਸਫੇਅਰ ਤੱਕ 90% ਆਫ ਦੀ ਐਟਮੋਸਫੇਅਰ ਤਾਂ ਮੀਜ਼ੋਸਫੇਅਰ ਤੱਕ ਹੀ ਹੈ। ਉਸ ਤੋਂ ਅੱਗੇ ਤਾਂ ਬਸ ਕੈਨ ਨੂੰ ਹੀ ਐਟਮੋਸਫੇਅਰ ਹੈ। ਮੋਲੀਕਿਊਲਸ ਤਾਂ ਦੂਰ ਫੈਲੇ ਹੋਏ ਹੈ, ਆਇਨਸ ਤਾਂ ਦੂਰ ਫੈਲੇ ਹੋਏ ਹੈ, ਐਂਡ ਅਰਥ ਵੀ ਵਿਚਾਰੀ ਕੀ ਕਰੇ? ਆਪਾਂ ਕੱਲ ਕੰਪੇਅਰ ਕੀਤਾ ਸੀਗਾ, ਇੱਧਰੋਂ ਸੋਲਰ ਹੀਟ ਆ ਰਹੀ ਹੈ, ਇੱਧਰੋਂ ਟੈਰੈਸਟਰੀਅਲ ਰੇਡੀਏਸ਼ਨ ਆ ਰਹੀ ਹੈ। ਜ਼ਿਆਦਾ ਐਨਰਜੀ ਕਿਹਦੇ ਕੋਲੇ ਹੈ? ਸੋਲਰ ਹੀਟ ਕੋਲੇ ਜ਼ਿਆਦਾ ਐਨਰਜੀ ਹੈ, ਟੈਰੈਸਟਰੀਅਲ ਰੇਡੀਏਸ਼ਨ ਕੋਲੇ ਘੱਟ ਐਨਰਜੀ ਹੈ। ਹੁਣ ਟੈਰੈਸਟਰੀਅਲ ਰੇਡੀਏਸ਼ਨ ਥੱਲੋਂ ਹੀਟ ਕਰਨ ਦਾ ਪ੍ਰੋਸੈਸ ਸਟਾਰਟ ਕਰਦੀ ਹੈ, ਟ੍ਰੋਪੋਸਫੇਅਰ ਤੱਕ, ਸਟ੍ਰੈਟੋਸਫੇਅਰ ਤੱਕ, ਮੀਜ਼ੋਸਫੇਅਰ ਤੱਕ ਵਿਚਾਰੀ ਕੰਪੀਟੀਸ਼ਨ ਲੜਦੀ ਹੈ। ਹੁਣ ਇੱਥੇ ਪਹੁੰਚਦੀ ਥੱਕ ਜਾਂਦੀ ਹੈ। ਮੀਜ਼ੋਪੌਜ਼ ਤੋਂ ਉੱਪਰ, ਮੀਜ਼ੋਸਫੇਅਰ ਤੋਂ ਉੱਪਰ ਡਾਇਰੈਕਟ ਹੀਟਿੰਗ ਜ਼ਿਆਦਾ ਡੋਮੀਨੈਂਟ ਹੋ ਜਾਂਦੀ ਹੈ। ਤਾਂ ਵਿਦ ਦ ਇਨਕਰੀਜ਼ ਇਨ ऑल्टीट्यूड ਆਫਟਰ ਮੀਜ਼ੋਪੌਜ਼ ਡਾਇਰੈਕਟ ਹੀਟਿੰਗ ਜ਼ਿਆਦਾ ਡੋਮੀਨੈਂਟ ਹੋ ਜਾਂਦੀ ਹੈ। ਇਸ 'ਚ ਜਿਵੇਂ ਆਇਨੋਸਫੇਅਰ ਦੇ ਕੇਸ 'ਚ ਆਪਾਂ ਗੱਲ ਕੀਤਾ ਸੀਗਾ, ਉੱਥੇ ਚਾਰਜਡ ਪਾਰਟੀਕਲਸ ਹੁੰਦੇ ਆ। ਚਾਰਜਡ ਪਾਰਟੀਕਲ ਸੋਲਰ ਰੇਡੀਏਸ਼ਨ 'ਚ ਜਿਹੜੇ ਚਾਰਜਡ ਪਾਰਟੀਕਲਸ ਹੁੰਦੇ ਆ, ਅਲਫਾ ਬੀਟਾ ਪਾਰਟੀਕਲਸ ਹੁੰਦੇ ਆ, ਉਹਨਾਂ ਨਾਲ ਰਿਐਕਟ ਕਰਦੇ ਆ ਐਂਡ ਡਾਇਰੈਕਟ ਅਬਜ਼ੋਰਪਸ਼ਨ ਹੁੰਦੀ ਹੈ। ਔਰੋਰਾ ਦਾ ਫਿਨੋਮੀਨਾ ਹੁੰਦਾ ਪੋਲਰ ਰੀਜਨਸ 'ਚ। ਤਾਂ ਡਾਇਰੈਕਟ ਹੀਟਿੰਗ ਜ਼ਿਆਦਾ ਡੋਮੀਨੈਂਟ ਪਾਰਟ ਬਣ ਜਾਂਦਾ ਹੈ। ਕਿਉਂਕਿ ਜ਼ਿਆਦਾ ਡੋਮੀਨੈਂਟ ਪਾਰਟ ਬਣ ਜਾਂਦਾ ਫਿਰ ਉਹਦਾ ਕੌਨਸੀਕੁਐਂਸ ਕੀ ਹੋਊਗਾ? ਵਿਦ ਦ ਇਨਕਰੀਜ਼ ਇਨ ऑल्टीट्यूड ਟੈਂਪਰੇਚਰ ਆਲਸੋ ਇਨਕਰੀਜ਼ਿਸ। ਲੇਕਿਨ ਹੁਣ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈ, ਟੈਂਪਰੇਚਰ ਤੁਹਾਨੂੰ ਫੀਲ ਕਿਵੇਂ ਹੁੰਦਾ? ਹਾਊ ਡੂ ਯੂ ਫੀਲ ਕਿ ਯਾਰ ਬਹੁਤ ਗਰਮੀ ਹੈ? ਆਪਾਂ ਕੱਲ ਵੀ ਥੋੜੀ ਜਿਹੀ ਇੱਦਾਂ ਦੀ ਡਿਸਕਸ਼ਨ ਕੀਤੀ ਸੀ। ਹਾਊ ਡੂ ਯੂ ਫੀਲ ਕਿ ਯਾਰ ਗਰਮੀ ਲੱਗਦੀ ਪਈ ਹੈ, ਠੰਡ ਲੱਗਦੀ ਪਈ ਹੈ, AC ਬੰਦ ਕਰੋ। ਕੱਲ ਆਪਾਂ ਕੀਤਾ ਸੀ ਟੈਂਪਰੇਚਰ ਇਜ਼ ਨਥਿੰਗ ਬਟ ਮੈਜਰ ਆਫ ਡਿਗਰੀ ਆਫ ਮੂਵਮੈਂਟ ਆਫ ਦੀ ਪਾਰਟੀਕਲਸ, ਦੀ ਮੈਜਰ ਆਫ ਡਿਗਰੀ ਆਫ ਵਾਈਬ੍ਰੇਸ਼ਨਸ ਆਫ ਦੀ ਪਾਰਟੀਕਲਸ ਆਫ ਦੀ ਮੈਟਰ। ਹੁਣ ਏਅਰ ਦੇ ਮੋਲੀਕਿਊਲਸ ਬਹੁਤ ਤੇਜ਼ ਵਾਈਬਰੇਟ ਕਰ ਰਹੇ ਹੋਣ, ਮੇਰੇ ਮੂੰਹ 'ਤੇ ਵੱਜਣ ਆ ਕੇ, ਮੈਨੂੰ ਲੱਗੂਗਾ ਯਾਰ ਬਹੁਤ ਗਰਮੀ ਹੈ। ਏਅਰ ਦੇ ਮੋਲੀਕਿਊਲਸ ਮੂਵ ਹੀ ਨਾ ਕਰਨ, ਬਹੁਤ ਘੱਟ ਮੂਵ ਕਰਨ, ਮੇਰੀ ਸਰਫੇਸ 'ਤੇ ਮੇਰੀ ਸਕਿਨ 'ਤੇ ਫੀਲ ਹੀ ਨਹੀਂ ਹੋ ਰਹੇ, ਮੈਨੂੰ ਲੱਗੂਗਾ ਯਾਰ ਗਰਮੀ ਨਹੀਂ ਹੈਗੀ, ਠੰਡ ਹੋਈ ਵੀ ਹੈ, ਥੋੜ੍ਹਾ ਜਿਹਾ ਲਾਈਕ ਹੀਟਰ ਔਨ ਕਰੋ। ਸੋ ਕਲੀਅਰ ਹੈ ਲਾਈਕ ਆਪਾਂ ਨੂੰ ਹੀਟ ਮਹਿਸੂਸ ਕਿਵੇਂ ਹੁੰਦੀ ਹੈ? ਕਿਉਂਕਿ ਉਹੀ ਲਾਈਕ ਪਾਰਟੀਕਲਸ ਆਫ ਏਅਰ ਮੂਵ ਕਰਦੇ ਹੈ। ਪਾਰਟੀਕਲਸ ਆਫ ਦੀ ਏਅਰ ਜਿੰਨੇ ਜ਼ਿਆਦਾ ਵਿਗਰਸਲੀ ਮੂਵ ਕਰਨਗੇ ਉਨੀ ਆਪਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੋਊਗੀ, ਜਿੰਨੇ ਉਹ ਘੱਟ ਮੂਵ ਕਰਨਗੇ ਉਨੀ ਆਪਾਂ ਨੂੰ ਠੰਡ ਮਹਿਸੂਸ ਹੋਊਗੀ। ਨਾਓ ਇਮੈਜਿਨ ਕਿ ਤੁਸੀਂ ਹੈਗੇ ਹੋ ਇੱਥੇ ਆਇਨੋਸਫੇਅਰ 'ਚ, ਐਗਜ਼ੋਸਫੇਅਰ 'ਚ, ਡਾਇਰੈਕਟ ਹੀਟਿੰਗ ਡੋਮੀਨੈਂਟ ਫੈਕਟਰ ਹੈ, ਲੇਕਿਨ ਕਿ ਤੁਹਾਨੂੰ ਉਹ ਲਾਈਕ ਹੀਟ ਮਹਿਸੂਸ ਹੋਊਗੀ। ਤੁਹਾਨੂੰ ਹੀਟ ਮਹਿਸੂਸ ਕਰਨ ਲਈ ਕੀ ਹੈ ਕਿ ਪਾਰਟੀਕਲਸ ਆਫ ਦੀ ਏਅਰ ਵੀ ਤੁਹਾਨੂੰ ਸਟਰਾਈਕ ਕਰਨੇ ਚਾਹੀਦੇ ਆ। ਜ਼ਿਆਦਾ ਸਟਰਾਈਕ ਕਰਨਗੇ ਜ਼ਿਆਦਾ ਮਹਿਸੂਸ ਹੋਊਗੀ, ਘੱਟ ਸਟਰਾਈਕ ਕਰਨਗੇ ਘੱਟ ਮਹਿਸੂਸ ਹੋਊਗੀ। ਪਰ ਲਾਈਕ ਐਗਜ਼ੋਸਫੇਅਰ 'ਚ ਤਾਂ ਆਪਾਂ ਕੱਲ੍ਹ ਗੱਲ ਕੀਤੀ ਸੀ, ਇੱਕ ਮੋਲੀਕਿਊਲ ਆ ਫਿਰਦਾ, ਇੱਕ ਮੋਲੀਕਿਊਲ ਇੱਧਰ 50 ਕਿਲੋਮੀਟਰ ਦੂਰ ਹੈ, ਇੱਕ ਮੋਲੀਕਿਊਲ ਅੱਗੇ 10 ਕਿਲੋਮੀਟਰ ਦੂਰ ਹੈ। ਜੇ ਮੋਲੀਕਿਊਲ ਹੀ ਇੰਨੀ ਜ਼ਿਆਦਾ ਦੂਰ ਹੈ ਤਾਂ ਆਪਾਂ ਨੂੰ ਹੀਟ ਕੀ ਮਹਿਸੂਸ ਹੋਣੀ ਹੈ? ਵੀ ਡੋਂਟ ਫੀਲ ਦੀ ਹੀਟ ਆਫ ਦੀ ਐਟਮੋਸਫੇਅਰ। ਆਪਾਂ ਵੀ ਜੇ ਐਗਜ਼ੋਸਫੇਅਰ 'ਚ ਜਾਵਾਂਗੇ, ਸਪੇਸਸ਼ਿਪ ਐਗਜ਼ੋਸਫੇਅਰ 'ਚ ਹੁੰਦੀ ਹੈ ਜਾਂ ਥਰਮੋਸਫੇਅਰ 'ਚ ਹੁੰਦੀ ਹੈ, ਉਹ ਸਪੇਸਸ਼ਿਪ ਐਟਮੋਸਫੇਅਰ ਦੀ ਹੀਟ ਨੂੰ ਮਹਿਸੂਸ ਨਹੀਂ ਕਰਦੀ। ਐਟਮੋਸਫੇਅਰ ਤਾਂ ਬਸ ਇੱਥੋਂ ਤੱਕ ਹੀ ਰਹਿੰਦਾ। ਅੱਗੇ NCERT ਨੇ ਵੀ ਕਹਿ ਤਾ ਵੀ ਯਾਰ ਗੋ ਟੂ ਹੈਲ,
ਆਪਾਂ ਨਹੀਂ ਇਸ ਅੱਗੇ ਦਾ ਸਿਸਟਮ ਦਿਖਾਣਾ ਕਿਉਂਕਿ ਮਹਿਸੂਸ ਨਹੀਂ ਹੁੰਦਾ। ਮਹਿਸੂਸ ਕਿਉਂ ਨਹੀਂ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਇੱਥੇ ਐਟਮੋਸਫੇਅਰ ਰੇਅਰ ਹੈ। ਇੱਥੇ ਮੋਲੀਕਿਊਲਸ ਹੀ ਬਹੁਤ ਦੂਰ ਦੂਰ ਹੈ, ਇੰਨੇ ਦੂਰ ਦੂਰ ਹੈ ਕਿ ਉਹਨਾਂ ਦਾ ਕੋਈ ਇਫੈਕਟ ਫੀਲ ਹੀ ਨਹੀਂ ਹੁੰਦਾ ਔਨ ਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਗਰਮੀ ਨਹੀਂ ਲੱਗਦੀ, ਐਟਮੋਸਫੇਅਰ ਕਰਕੇ ਆਪਾਂ ਨੂੰ ਗਰਮੀ ਨਹੀਂ ਲੱਗਦੀ। ਦਿਨੇ ਆਪਾਂ ਜਾਵਾਂਗੇ, ਡੇ ਟਾਈਮ 'ਚ ਆਪਾਂ ਐਗਜ਼ੋਸਫੇਅਰ 'ਚ ਜਾਵਾਂਗੇ, ਸੋਲਰ ਹੀਟ ਨਾਲ ਹੀ ਆਪਾਂ ਤਪ ਜਾਵਾਂਗੇ, ਕਿਉਂਕਿ ਕਾਰਬਨ ਡਾਈਆਕਸਾਈਡ ਨਹੀਂ ਹੈਗੀ, ਐਟਮੋਸਫੇਅਰ ਦੀ ਪ੍ਰੋਟੈਕਟਿਵ ਲੇਅਰ ਨਹੀਂ ਹੈਗੀ, ਐਟਮੋਸਫੇਅਰ ਦੀ ਪ੍ਰੋਟੈਕਸ਼ਨ ਤਾਂ ਥੱਲੇ ਥੱਲੇ ਤੱਕ ਹੈ। ਰਾਤ ਦੇ ਟਾਈਮ 'ਚ ਆਪਾਂ ਜਾਵਾਂਗੇ ਐਗਜ਼ੋਸਫੇਅਰ 'ਚ ਜੰਮ ਜਾਵਾਂਗੇ, ਕਿਉਂਕਿ ਸੋਲਰ ਹੀਟਿੰਗ ਹੋ ਨਹੀਂ ਰਹੀ ਹੈ ਐਂਡ ਬਹੁਤ ਜ਼ਿਆਦਾ ਆਪਾਂ सन ਤੋਂ ਅਵੇ ਐਂਡ ਮੂਨ ਵਾਲਾ ਹਿਸਾਬ ਹੋ ਜਾਊਗਾ +150 -150। ਬਹੁਤ ਦਿਨੇ ਬਹੁਤ ਗਰਮੀ, ਰਾਤ ਨੂੰ ਬਹੁਤ ਸਰਦੀ, ਪਰ ਉਹ ਡਾਇਰੈਕਟ ਹੀਟਿੰਗ ਕਰਕੇ ਹੈ। ਆਪਾਂ ਨੂੰ ਹੀਟ ਡਾਇਰੈਕਟ ਹੀਟ ਕਰਕੇ ਮਹਿਸੂਸ ਹੋਊਗੀ, ਐਟਮੋਸਫੇਅਰ ਦੀ ਹੀਟ ਮਹਿਸੂਸ ਨਹੀਂ ਹੋਊਗੀ। ਔਨ ਦੀ ਅਦਰ ਹੈਂਡ ਅੱਜ ਦੀ ਡੇਟ 'ਚ ਆਪਾਂ ਲਾਈਕ ਸਰਫੇਸ 'ਤੇ ਆਪਾਂ ਜਦੋਂ ਮਹਿਸੂਸ ਕਰਦੇ ਹਾਂ, ਆਪਾਂ ਨੂੰ ਐਟਮੋਸਫੇਅਰ ਦੀ ਹੀਟ ਮਹਿਸੂਸ ਹੁੰਦੀ ਹੈ। ਠੀਕ ਹੈ ਜੀ। So this is all as far as the vertical distribution of temperature is concerned। ਇਹ 'ਚ basically ਤੁਸੀਂ ਧਿਆਨ ਰੱਖਣਾ ਹੈ ਕਿ ਕਿਉਂਕਿ ਆਪਣਾ ਵੈਦਰ, ਆਪਣਾ ਕਲਾਈਮੇਟ ਸਭ ਕੁਝ ਟ੍ਰੋਪੋਸਫੇਅਰ 'ਚ ਡਿਸਾਈਡ ਹੁੰਦਾ ਹੈ, ਤਾਂ ਟ੍ਰੋਪੋਸਫੇਅਰ is the most important layer as far as temperature variation is concerned। ਤਾਂ ਜਿਹੜਾ ਤੁਸੀਂ ਨਾਰਮਲ ਲੈਪਸ ਰੇਟ ਪੜ੍ਹਿਆ, ਵੈਰੀ 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 ਇੰਪੋਰਟੈਂਟ, 6.5 ਡਿਗਰੀ ਸੈਲਸੀਅਸ ਪਰ ਕਿਲੋਮੀਟਰ, ਇਹ ਜਿਹੜਾ ਰੇਟ ਹੈ ਇਹ ਤੁਸੀਂ ਲਾਈਕ ਦਿਲ 'ਚ ਵਸਾਉਣਾ ਹੈ, ਯਾਦ ਰੱਖਣਾ ਹੈ। ਟੈਂਪਰੇਚਰ ਇਨਵਰਜਨ, ਇਨਵਰਜਨ ਆਪਾਂ ਵਰਡ ਕਦੋਂ ਯੂਜ਼ ਕਰਦੇ ਹਾਂ? ਬਿਲਕੁਲ ਉਲਟਾ ਹੋ ਗਿਆ। ਹੁਣੇ ਆਪਾਂ ਗੱਲ ਕੀਤੀ, ਪਹਿਲਾਂ ਤਾਂ ਆਪਾਂ ਗੱਲ ਕਰ ਰਹੇ ਹਾਂ ਬਈ ਹੁਣ ਤੋਂ ਬਾਅਦ ਜਿੰਨੀ ਵੀ ਅੱਗੇ ਕਲਾਈਮੇਟੋਲੋਜੀ ਚੱਲੂਗੀ, ਜਿੰਨੇ ਵੀ ਕਲਾਈਮੇਟ ਰਿਲੇਟਡ ਕੋਈ ਵੀ ਡਿਸਕਸ਼ਨ ਚੱਲੂਗੀ, ਜੇ ਮੈਂ ਐਟਮੋਸਫੇਅਰ ਕਹੂੰਗਾ ਮੈਂ ਐਟਮੋਸਫੇਅਰ, ਤੁਸੀਂ ਸਮਝਣਾ ਕੀ ਹੈ, ਉਹਦਾ ਮਤਲਬ ਹੋਊਗਾ ਟ੍ਰੋਪੋਸਫੇਅਰ। ਮੈਂ ਕਹਾਂ ਜਾਂ ਤੁਸੀਂ ਕਿਤਾਬ 'ਚ ਪੜ੍ਹੋ ਜਾਂ ਤੁਸੀਂ ਨੋਟਸ 'ਚ ਪੜ੍ਹੋ, ਜਿੱਥੇ ਵੀ ਪੜ੍ਹੋ, ਭਾਵੇਂ ਤੁਹਾਨੂੰ ਪੇਪਰ 'ਚ ਕੁਐਸਚਨ ਵੀ ਆਵੇ, ਕੁਐਸਚਨ 'ਚ ਲਿਖਿਆ ਹੋਊਗਾ ਐਟਮੋਸਫੇਅਰ, ਸਮਝਣਾ ਤੁਸੀਂ ਟ੍ਰੋਪੋਸਫੇਅਰ। ਐਕਚੁਅਲੀ ਅਸੀਂ ਗੱਲ ਕਰ ਰਹੇ ਹਾਂ ਟ੍ਰੋਪੋਸਫੇਅਰ ਦੀ, ਪਰ ਆਪਾਂ ਕਹਿੰਦੇ ਐਟਮੋਸਫੇਅਰ ਹੈ ਕਿਉਂਕਿ ਪ੍ਰੈਕਟੀਕਲੀ ਆਪਾਂ ਕਲਾਈਮੇਟ ਦੀ ਗੱਲ ਕਰ ਰਹੇ ਹਾਂ। ਐਂਡ ਕਲਾਈਮੇਟ ਆਪਾਂ ਲਾਈਕ ਜ਼ੋਰ ਦੇ ਕੇ ਕਹਿ ਰਹੇ ਹਾਂ ਕਿ ਆਲ ਕਲਾਈਮੇਟੋਲੋਜੀਕਲ ਫਿਨੋਮੀਨਾ ਟੇਕ ਪਲੇਸ ਇਨ ਟ੍ਰੋਪੋਸਫੇਅਰ। ਤਾਂ ਕਲਾਈਮੇਟ ਰਿਲੇਟਡ ਕਿਸੇ ਕੁਐਸਚਨ 'ਚ ਜੇ ਐਟਮੋਸਫੇਅਰ ਦੀ ਗੱਲ ਹੋ ਰਹੀ ਹੈ, ਪ੍ਰੈਕਟੀਕਲੀ ਉਹ ਟ੍ਰੋਪੋਸਫੇਅਰ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ। ਟ੍ਰੋਪੋਸਫੇਅਰ 'ਚ ਤੁਸੀਂ ਕੀਤਾ ਹੈ ਕਿ ਜੇ ਆਲਟੀਟਿਊਡ ਇਨਕਰੀਜ਼ ਹੋਊਗਾ, ਟੈਂਪਰੇਚਰ ਡਿਕਰੀਜ਼ ਹੋਊਗਾ। 165 ਮੀਟਰ ਉੱਪਰ ਜਾਓਗੇ, 1 ਡਿਗਰੀ ਸੈਲਸੀਅਸ ਟੈਂਪਰੇਚਰ ਥੱਲੇ ਆਊਗਾ। 1 ਕਿਲੋਮੀਟਰ ਉੱਪਰ ਜਾਓਗੇ, 6.5 ਡਿਗਰੀ ਸੈਲਸੀਅਸ ਟੈਂਪਰੇਚਰ ਥੱਲੇ ਆਊਗਾ। We have had this discussion। ਲੇਕਿਨ ਕੁਛ ਕੇਸਿਸ 'ਚ ਇੱਦਾਂ ਨਹੀਂ ਹੁੰਦਾ, ਕੁਛ ਕੇਸਿਸ 'ਚ ਇਸ ਦਾ ਉਲਟਾ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਟੈਂਪਰੇਚਰ ਇਨਵਰਜਨ। ਸੋ ਟੈਂਪਰੇਚਰ ਇਨਵਰਜਨ ਇਜ਼ ਦੀ ਸਿਚੁਏਸ਼ਨ ਇਨ ਵਿਚ with the increase in altitude temperature also increases। ਹੁਣ ਲਾਈਕ ਸਟ੍ਰੈਟੋਸਫੇਅਰ, ਐਗਜ਼ੋਸਫੇਅਰ 'ਚ ਨਾ ਪਹੁੰਚ ਜਾਣਾ, ਐਟਮੋਸਫੇਅਰ ਦੀ ਗੱਲ ਹੋ ਰਹੀ ਹੈ, ਦੈਟ ਇਜ਼ ਟੂ ਸੇ ਟ੍ਰੋਪੋਸਫੇਅਰ ਦੀ ਗੱਲ ਹੋ ਰਹੀ ਹੈ। ਟ੍ਰੋਪੋਸਫੇਅਰ 'ਚ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਵਿਦ ਇਨਕਰੀਜ਼ ਇਨ ਆਲਟੀਟਿਊਡ ਟੈਂਪਰੇਚਰ ਆਲਸੋ ਇਨਕਰੀਜ਼ਿਸ। ਇਸ ਕੰਡੀਸ਼ਨ ਨੂੰ ਆਪਾਂ ਕਹਿੰਦੇ ਹਾਂ ਟੈਂਪਰੇਚਰ ਇਨਵਰਜਨ। ਠੀਕ ਹੈ ਜੀ। ਇੱਕ ਤਾਂ ਜਨਰਲ ਤੁਸੀਂ ਲੈਪਸ ਰੇਟ ਯਾਦ ਰੱਖਣਾ ਹੈ ਐਂਡ ਉਸ 'ਚ ਤੁਸੀਂ ਐਕਸੈਪਸ਼ਨ ਯਾਦ ਰੱਖਣੀ ਹੈ। ਸਮਟਾਈਮਸ in troposphere only, sometimes with the increase in altitude temperature does not decrease, rather it increases। such a condition is known as temperature inversion। ਹੁਣ ਕਿੰਨਾ conditions 'ਚ temperature inversion develop ਕਰਦੀ ਹੈ? ਇਹ ਬਾਈ ਤੁਸੀਂ ਆ 4 situations ਯਾਦ ਰੱਖਣੀਆਂ, ਇਹਨੂੰ ਰੱਟਾ ਮਾਰ ਲਓ। Temperature inversion conditions develop in 4 situations। Intermountain valley inversion, ਇਹਨੂੰ air drainage type of inversion ਵੀ ਕਹਿੰਦੇ ਆ। Mountainous regions 'ਚ ਰਾਤ ਦੇ ਟਾਈਮ ਤੇ
एक तो माउंटेनियस रीजनस हो गए, नाइट टाइम हो गया। की हुंदा है रात दे टाइम ते हुण हिल टॉप्स ते बहुत ज़्यादा दिन ठंडी एयर डिवेलप हुंदी है। ड्यूरिंग द नाइट टाइम कोल्ड एयर फ्रॉम द हिल टॉप्स, फ्रॉम द माउंटेनियस रीजन। हुण कोल्ड एयर हैवी हुंदी है कि कोल्ड एयर लाइट हुंदी है? जनरल दा क्वेश्चन है। जो हॉट एयर होगी वो लाइट होगी एंड लाइट एयर राइज करती है। कोल्ड एयर हैवी होगी, कोल्ड हैवी होने दे करके वो सिंक करूगी, थल्ले नूं ब्लो करूगी। रात दे टाइम ते ठंडी ठंडी हवा उपर जड़ी माउंटेन टॉप्स ते डिवेलप कर रही है, ये ठंडी हवा थल्ले नूं ब्लो करना स्टार्ट करती है। हुण थल्ले कित्थों तक ब्लो करूगी? जिथों तक वैली बॉटम है। तो रात दे टाइम ते ये जड़ी ठंडी हवा है ये इत्थे वैली बॉटम ते एक्यूमुलेट हो जाती है। हिल टॉप्स तो एयर दी ड्रेनेज स्टार्ट होंदी है। जिवें एयर, जिवें पानी आपां कहने रोड ता, उवें ही एज इफ एयर नूं आपां रोड ता उपरों टॉप तो एयर ड्रेन होना स्टार्ट करती है, क्योंकि ठंडी हुंदी है, क्योंकि हैवी हुंदी है, क्योंकि डेंस हुंदी है। डेंस होने करके नीचे ब्लो करना स्टार्ट करती है एंड इत्थे वैली बॉटम च ये एक्यूमुलेट हुंदी रहिंदी है। इधरों भी ठंडी हवा आके थल्ले एक्यूमुलेट हो रही है, इधरों भी ठंडी हवा आके एक्यूमुलेट हो रही है। तो यानी कि वैली बॉटम बहुत ज़्यादा ठंडा हो जाता है, इत्थे बिल्कुल ठंडी हवा एक्यूमुलेट हो जाती है। ऑन दी अदर हैंड ये सारी हवा तो इत्थे एक्यूमुलेट होगी। वट अबाउट दिस हवा? वट अबाउट दिस हवा? इत्थे तो कोई फर्क नहीं पिया, इत्थे तो जिवें पहला सीगा उदां दा ही होना, क्योंकि इत्थे कोई फर्क नहीं पिया एंड इत्थे बहुत ज़्यादा ठंडी हवा होगी। हुण तुसीं देखो ये कोल्ड एयर है, उपर ये हॉट एयर है, मतलब मैनूं वार्म एयर कहना चाहिए। कोल्ड एयर, वार्म एयर विद द इंक्रीज इन ऑल्टीट्यूड। ठंड वधी के लाइक गर्मी वधी, विद द इंक्रीज इन ऑल्टीट्यूड टैंपरेचर इत्थे की हो रहा है? टैंपरेचर भी इंक्रीज कर रहा है। ऑल्टीट्यूड भी ज़्यादा, टैंपरेचर भी ज़्यादा, यानी कि टैंपरेचर इनवर्जन कंडीशंस डिवेलप हुई। क्लीयर है? इनू आप कहने एयर ड्रेनेज टाइप ऑफ इनवर्जन। जस्ट मैं एक एग्जाम्पल दी है, इन्नी डिटेल आपको जरूरत नहीं है, तुसीं बस प्रीलिम्स पॉइंट ऑफ व्यू तो आह 4 केसेस याद रखने हैं। ग्राउंड इनवर्जन, सबसिडेंस इनवर्जन, फ्रंटल इनवर्जन, दीज आर दी टाइप्स ऑफ इनवर्जन। इन्हां लई दूसरे नेम्स भी यूज़ किए जाते हैं। सरफेस टैंपरेचर इनवर्जन, अपर सरफेस इनवर्जन, एडवेक्शन टाइप ऑफ इनवर्जन। तो ये तुसीं 8 नाम याद रखने हैं इनवर्जन नाल जो रिलेटेड है। इनवर्जन की हुंदा? टैंपरेचर का उल्टा होना। जस्ट टू से कि लेट अस डिस्कस अबाउट दी ग्राउंड इनवर्जन भी जनरल जी डिस्कशन, हालांकि लाइक रिक्वायर्ड नहीं हैगी। सर्दियों के टाइम च कोल्ड लॉन्ग विंटरी नाइट, ये हैगियां कंडीशंस। कोल्ड लॉन्ग विंटरी, सर्दी की लंबी काली ठंडी रात। रात दे टाइम ते लंबी रात च की होगा? रात दे टाइम हुण सूर्य देवता नहीं हैगा, दिने सूरज ने जो काम करना सीगा करता। रात दे टाइम च की हुंदा है? रेडिएट बैक हुंदी है हीट, क्योंकि रात दे टाइम ते लैंड रेडिएट बैक करूगी हीट नूं। एंड लैंड दा आपां नूं पता है लैंड दी गर्मी भी जल्दी हुंदी है, लैंड ठंडी भी बहुत जल्दी हो जाती है। Because land would radiate back the heat, land would be at very low temperature, बहुत ठंडा ठंडा कूल हो गया थे, सारी हीट ने रेडिएट बैक करती। Because land हुन बहुत ठंडी है, बहुत लो टेम्परेचर ते है। What about the air that is immediately in contact with land? उस एयर का की होगा जी इमीजिएटली लैंड दे ठंडी 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 बर्फ वर्गी लैंड दे कॉन्टैक्ट च, वो जी एयर होगी, एयर भी रिलेटिवली ठंडा 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 कूल हो जाऊगी। एक ही है वेरी कोल्ड एयर। एयर इतनी कोल्ड क्यों है? बिकॉज इट इज इन कॉन्टैक्ट विद लैंड, कॉन्टैक्ट विद कोल्ड लैंड।
क्लीयर है जी। लेकिन एयर आपां नूं पता एयर इज़ अ बैड कंडक्टर ऑफ हीट। ਜਿਹੜੀ ਤਾਂ ਲੇਅਰ ਆਫ ਏਅਰ ਇਮੀਡੀਏਟਲੀ ਕੰਟੈਕਟ ਵਿਦ ਠੰਡੀ ਠੰਡੀ ਕੂਲ ਲੈਂਡ ਸੀਗੀ ਉਹ ਤਾਂ ਆਪ ਕੂਲ ਡਾਊਨ ਹੋ ਗਈ। ਕਿਆ ਏਅਰ ਇਸ ਠੰਡ ਨੂੰ ਕੰਡਕਸ਼ਨ ਦੇ ਜ਼ਰੀਏ ਸਾਰੀ ਏਅਰ ਨੂੰ ਲਾਈਕ ਠੰਡਾ ਕਰ ਸਕਦੀ ਹੈ? ਨਹੀਂ। ਏਅਰ ਇਜ਼ ਅ ਬੈਡ ਕੰਡਕਟਰ ਆਫ ਹੀਟ। ਜੇ ਇਹ ਲੇਅਰ ਠੰਡੀ ਹੋ ਗਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੀ ਏਅਰ ਹੀ ਠੰਡੀ ਹੋ ਗਈ ਹੈ। ਉੱਪਰ ਵਾਲੀਆਂ ਲੇਅਰਸ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉੱਪਰ ਵਾਲੀ ਏਅਰ, ਹੁਣ ਏਅਰ ਸਿੰਸ ਇਟਸ ਅ ਬੈਡ ਕੰਡਕਟਰ ਆਫ ਹੀਟ, ਉਹ ਕਹਿੰਦੀ ਹੈ ਜੀ ਅਸੀਂ ਤਾਂ ਨਹੀਂ ਠੰਡਾ ਹੋਣਾ, ਤੂੰ ਠੰਡਾ ਹੋਣਾ ਤਾਂ ਹੋ ਜਾ। ਉੱਪਰ ਵਾਲੀ ਜਿਹੜੀ ਲੇਅਰ ਆਫ ਏਅਰ ਹੈ ਉਹ ਕਹਿੰਦੀ ਹੈ ਜੀ ਅਸੀਂ ਤਾਂ ਜੀ ਗਰਮ ਹੀ ਰਵਾਂਗੇ। ਹੌਟ ਲੇਅਰ ਆਫ ਅਰਥ ਆਫ ਏਅਰ। ਸੋ ਹੋ ਕੀ ਰਿਹਾ, ਥੱਲੇ ਕੋਲਡ ਲੇਅਰ ਹੈ, ਉੱਪਰ ਹੌਟ ਲੇਅਰ ਹੈ। ਐਜ਼ ਵੀ ਮੂਵ ਅਪ ਟੈਂਪਰੇਚਰ ਇਨਕਰੀਜ਼ ਕਰ ਰਿਹਾ ਡਿਕਰੀਜ਼ ਕਰ ਰਿਹਾ। ਆਲਟੀਟਿਊਡ ਜ਼ਿਆਦਾ ਟੈਂਪਰੇਚਰ ਵੀ ਜ਼ਿਆਦਾ, ਉੱਪਰ ਗਰਮੀ ਜ਼ਿਆਦਾ ਹੈ ਤਾਂ ਇਹ ਵੀ ਇਨਵਰਜਨ ਕੰਡੀਸ਼ਨਸ ਡਿਵੈਲਪ ਹੋ ਗਈਆਂ। ਇਸ ਤਰ੍ਹਾਂ ਮਤਲਬ ਇਨਵਰਜਨ ਕੰਡੀਸ਼ਨਸ ਡਿਵੈਲਪ ਹੁੰਦੀਆਂ। ਲਾਈਕ ਸਬਸਿਡੈਂਸ ਐਂਡ ਫਰੰਟਲ ਨੂੰ ਸਮਝਣ ਲਈ ਆਪਾਂ ਨੂੰ ਹੋਰ ਬਹੁਤ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ, ਉਹ ਹਜੇ ਆਪਾਂ ਡਿਸਕਸ ਨਹੀਂ ਕੀਤੀ ਹੈਗੀ ਤਾਂ ਐਂਡ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਨਹੀਂ ਹੈਗੀ। ਤੁਸੀਂ ਬਸ ਆਹ 4 ਕੇਸਿਸ ਯਾਦ ਰੱਖਣੇ ਆ, ਇਹ ਤੁਸੀਂ ਅੰਡਰਸਟੈਂਡ ਵੀ ਕਰ ਲਿਆ ਕਿ ਕਿਸ ਤਰ੍ਹਾਂ इंटरमाउंटेन ग्राउंड इन्वर्जन सबसिडेंस एंड फ्रंटल इन्वर्जन। ठीक है जी। नाउ वी कम टू आवर नेक्स्ट टॉपिक दैट इज एटमोस्फेरिक प्रेशर। एटमोस्फेरिक प्रेशर की है समझने लिए पहले तो तुसीं मैनूं दसो कि प्रेशर की है। वॉट इज प्रेशर? फिजिक्स च आपां करते हैं प्रेशर इज इक्वल टू फोर्स ओवर एरिया, फोर्स पर यूनिट एरिया। हुण एटमोस्फेयर किहड़ी फोर्स ला रहा है? ਜਿਹੜਾ ਐਟਮੋਸਫੇयर ਦਾ ਪ੍ਰੈਸ਼ਰ ਹੋਵੇ। एटमोस्फेयर दसो भाई, एटमोस्फेयर कौन सी फोर्स लगावत है कि ये प्रेशर एग्जर्ट करत है। एटमोस्फेयर का अपना वेट ही एक फोर्स है। वेट इज ऑल्सो एन एग्जाम्पल ऑफ फोर्स। एटमोस्फेयर का अपना वेट ओवर यूनिट एरिया इनू आपां कहने हैं एटमोस्फेरिक प्रेशर। ਹੁਣ ਆਪਣੇ सिर जिथे मैं खड़ा है मेरे सिर ते एटमोसफेयर का भार है, एटमोसफेयर का कितना बोझ है इन नाजुक कंधों पे ते मेरे सिर ते एटमोसफेयर का वेट पै रहा है। ये जिहड़ा वेट है ये एटमोसफेरिक प्रेशर, ये प्रेशर एग्जर्ट कर रहा है मेरी बॉडी ते। This is known as atmospheric pressure. The weight exerted by a column of air of unit area is known as atmospheric pressure. The weight exerted by a column of air of unit area is known as atmospheric pressure. एटमोसफेयर हटा दो मेरे सिर तो, लाइक बोझ इतना कम हो जाएगा कि मैं उछल के एक्टिविटीज़ करूँगा। तो लाइक समझ गए ना व्हाट इज एटमोस्फेरिक प्रेशर? द वेट दैट इज एग्जर्टेड बाय एयर दैट इज ओवर माई हैड। यही जिवें तुसीं नीचे चले जाओ, ओशनस से चले जाओ, ओशनस से पानी तुहाडे उत्ते प्रेशर एग्जर्ट करता है। हालांकि पानी च अपने होर डिफरेंट फैक्टर्स होंगे, बॉयंट फोर्स वगैरह आपां आर्किमिडीज प्रिंसीपल तुसीं साइंस च पढ़ोगे, संयुक्ता मैम तुहानूं करवाउणगे। होपफुली शी वुड गेट वेल सून। लाइक कल तो उन्होंने तबीयत थोड़ी ज़्यादा खराब हो गई सी। खैर बॉयंट फोर्स आप करते हैं कि थोड़ा जिहा बॉयंट फोर्स करके आपां नूं वेट घट महसूस होंदा है, लेकिन द थिंग इज कि स्टिल वाटर एक प्रेशर एग्जर्ट कर रहा अपनी बॉडीज़ ते ਜਦੋਂ ਆਪਾਂ ਸਵਿਮਿੰਗ ਪੂਲ 'ਚ ਹੁੰਦੇ ਹਾਂ। ਇਸੇ ਤਰ੍ਹਾਂ ਏਅਰ ਦਾ ਜਿਹੜਾ ਕਾਲਮ ਹੈ, ਏਅਰ ਦਾ ਜਿਹੜਾ ਐਟਮੋਸਫੇਅਰ 'ਚ ਜਿਹੜੀ ਏਅਰ ਹੈ ਉਹ ਆਪਣੇ ਤੇ ਪ੍ਰੈਸ਼ਰ ਐਗਜ਼ਰਟ ਕਰ ਰਹੀ ਹੈ। ਦਿਸ ਇਜ਼ ਐਟਮੋਸਫੇਰਿਕ ਪ੍ਰੈਸ਼ਰ। ਲੇਕਿਨ ਨਾਓ ਲਾਈਕ ਮੁੱਦਾ ਕੀ ਹੈ? ਆਪਾਂ ਕਹਿੰਦੇ ਹਾਂ ਕਿ ਕੁਝ ਕੇਸਿਸ 'ਚ ਲੋ ਪ੍ਰੈਸ਼ਰ ਐਗਜ਼ਿਸਟ ਕਰ ਰਿਹਾ, ਕੁਝ ਕੇਸਿਸ 'ਚ ਹਾਈ ਪ੍ਰੈਸ਼ਰ ਐਗਜ਼ਿਸਟ ਕਰ ਰਿਹਾ। ਹਾਈ ਪ੍ਰੈਸ਼ਰ ਕੰਡੀਸ਼ਨ ਡਿਵੈਲਪ ਹੋ ਗਈਆਂ ਜੀ। ਕੀ ਮਤਲਬ ਹੈ? लो प्रैशर हाई प्रैशर का की मतलब है? हुण किते एटमोसफेयर चेंज हो गया। एटमोसफेयर च की चेंज हो गया? ट्रोपोस्फेयर, मीजोस्फेयर, स्ट्रेटोस्फेयर, एक्सोस्फेयर वो सब तो उदा ही है, बिल्कुल उदा ही है। लेकिन ट्रोपोस्फेयर च
ਸਿਰਫ ਟ੍ਰੋਪੋਸਫੇਅਰ 'ਚ ਕਈ ਵਾਰੀ ਕੀ ਹੁੰਦਾ ਹੈ ਕਿ ਵਿੰਡ ਕਰਕੇ ਅਕਿਊਮੂਲੇਸ਼ਨ ਆਫ ਗੈਸਿਸ ਹੋ ਜਾਂਦੀ ਹੈ। ਜੇ ਅਕਿਊਮੂਲੇਸ਼ਨ ਆਫ ਗੈਸਿਸ ਹੋ ਗਈ ਇੱਕ ਥਾਂ 'ਤੇ, ਉੱਥੇ ਹਾਈ ਪ੍ਰੈਸ਼ਰ ਡਿਵੈਲਪ ਹੋ ਜਾਊਗਾ। ਜੇ ਗੈਸਿਸ ਸਾਰੀਆਂ ਦੂਰ ਦੂਰ ਚਲੀਆਂ ਗਈਆਂ, ਏਅਰ ਸਾਰੀ ਦੂਰ ਦੂਰ ਚਲੀ ਗਈ, ਖਿੱਲਰ ਗਈ, ਤਾਂ ਉੱਥੇ ਉਸ ਪਰਟੀਕੂਲਰ ਜਗ੍ਹਾ 'ਤੇ ਲੋ ਪ੍ਰੈਸ਼ਰ ਡਿਵੈਲਪ ਹੋ ਜਾਊਗਾ। मतलब हाई प्रेशर लो, मैं बहुत स्ट्रैस च मैं बहुत प्रैशर च की मतलब है कि मेरे ते लोड है बहुत ज़्यादा। जनरल आप लैंगुएज च कही थोड़ा तेन प्रैशर घट लैन की लोड़ है, यानी कि मतलब तू बॉदर ना कर, सब कुछ लाइटली लै। की मतलब है एयर के केस च, एयर प्रैशर के केस च की चीज़ है कि कई बारी एक पर्टिकुलर जगह ते एयर बहुत ज़्यादा अक्यूमुलेट हो जाती है, हॉरिजोंटली हो सकती है, वर्टिकली भी हो सकती है कि उत्तों बहुत ज़्यादा एयर एक पर्टिकुलर थां ते अक्यूमुलेट हो गई, उत्थे हाई प्रैशर बन गया। कई बारी की हुंदा एक पर्टिकुलर थां ते एयर सारी डिसिपेट चली गई, उपर नूं सारी एयर चली गई। जो सारी एयर उपर नूं चली गई, इत्थे कुछ मिलते कोई प्रैशर घट हो गया, उन्होंने आपां कह दीदा लो प्रैशर। सो हाई प्रैशर कंडीशनस हो सकती हैं, लो प्रैशर कंडीशनस हो सकती हैं। हुण इहदा सिग्नीफिकेंस की है, इस ते आपां नैक्सट जिहड़ी आपां चीज़ करांगे, सम बेसिक रूल्स इन क्लाइमेटोलॉजी। कुछ मैं तुहानूं गल्लां दसूंगा, इत्थे नोट कर लेनी है। जिन्हों ये गल्लां समझ आ गई, जिन्हें ये गल्लां मन लियां, जिन्हों ये गल्लां याद है, उन्होंने तो बस मैं जिन्नी क्लाइमेटोलॉजी पढ़ानी सी पढ़ाती है। जिन्हों ये गल्लां समझ नहीं आईयां, उन्होंने अगे मैं घंटे तो भावें मैं 2-4 होर लाऊंगा, पर पल्ले वो कुछ नहीं पैना। मतलब कहन नूं रट्टा मार लिया गल वक्री है, बट ये गल्लां जे समझ आ गई तो सारी क्लाइमेटोलॉजी इत्थे ही खत्म हो गई है। इस तो अगे कोई क्लाइमेटोलॉजी नहीं गी, इन्नी गल ही आपां समझनी है। सब तो पहला बेसिक रूल की है, प्रैशर के इंडेक्स की गल कर रहे हैं। हाई प्रैशर कंडीशनस कदों जनरेट होंदी हैं? हाई प्रैशर कंडीशनस टैंपरेचर ते प्रैशर का इनवर्स रिलेशनशिप है। जिथे हाई प्रैशर होगा उत्थे लो टैंपरेचर कंडीशनस होणगियां, ठंडा ठंडा कूल कूल। उहदे नाल की है, हवा कोल्ड है, कोल्ड एयर डेंस होंदी है, कोल्ड एयर हैवी होंदी है, हैवी एयर सिंक करती है। हैवी एयर सिंक करके मेरे सिर ते जे ज़्यादा प्रैशर पाऊगी तो मेरे लोड ज़्यादा हो गया, हैवी एयर सिंक कर रही है, हैवी एयर सैटल कर रही है। जे वो सैटल कर रही है यानी कि सरफेस ते वो लोड पा रही है, यानी कि ज़्यादा प्रैशर, हाई प्रैशर डेवलप हो रहा है। हाई प्रैशर कंडीशंस आर रिलेटेबल टू लो टेम्परेचर कंडीशन, यानी उल्टा करके लिखिए। हालांकि वाइसे वर्सा किसी भी हिसाब नाल मैं हुण लंबी जी स्टेटमेंट लिखूंगा, जिथों मर्जी शुरू कर दो। जे एक चीज़ तुहानूं पता है, बाकी सारियां चीज़ां तुहानूं पता है। लो टेंपरेचर कंडीशंस रिलेट टू हाई प्रैशर कंडीशंस। हाई प्रैशर कंडीशंस आपां हुणे डिस्कस कीता, यानी कि सिंकिंग ऑफ द एयर हो रही है, हैवी हवा, कोल्ड हवा सिंक कर रही है। इट लीड्स टू सबसिडेंस ऑफ एयर, subsidence of air। एंड जदों एयर सबसाइड करती है, नीचे आती है, सैटल होंदी है, उहदे नाल की हुंदा, तुसीं ध्यान च रखना है, स्टेबल एटमोसफेरिक कंडीशंस। स्टेबल कंडीशंस रिजल्ट होंदी हैं। स्टेबल कंडीशंस का की मतलब है, यानी कि नो रेन, कोई बारिश नहीं हो रही है, नो रेनफॉल कंडीशन। ऑन दी अदर हैंड दूसरा जिहड़ा अपना रूल है, इहदा बिल्कुल उल्टा। हाई टेम्परेचर इज रिलेटेड टू लो प्रैशर कंडीशन। बहुत ज़्यादा गर्मी, एयर हीटअप होगी, एयर हीटअप होकर ऊपर नू राइज करना स्टार्ट करता, एयर ऊपर राइज कर रही है, दूर दूर जा रही है, प्रैशर घट रहा है। लो प्रैशर कंडीशंस लीड्स टू राइजिंग ऑफ द एयर। राइजिंग ऑफ द एयर का की मतलब है, अनस्टेबल कंडीशंस, अनस्टेबल एटमोसफेरिक कंडीशंस। अनस्टेबल एटमोसफेयर का की मतलब है, हुण इत्थे बारिश होगी, रेनफॉल वालियां कंडीशंस डिवेलप हो रही हैं। तो ये सब तो पहले तो ये दो बेसिक रूल्स हो गए, ये तुसीं ध्यान च रखने हैं।
बिल्कुल एक दूसरे के ओपोजिट है। लो टेंपरेचर हाई प्रैशर सबसिडेंस ऑफ एयर, सबसिडेंस का मतलब है स्टेबल एयर कंडीशन, स्टेबल एयर कंडीशन का मतलब है कि इत्थे कोई मीह नहीं पैना, इत्थे कोई बारिश नहीं होनी, ठीक है जी। इन जनरल लाइक ये मैं क्यों कह रहे हैं, लाइक ਪ੍ਰੋਬੇਬਲੀ ਯੂ ਮਾਈਟ ਬੀ ਥਿੰਕਿੰਗ ਕਿ ਮਤਲਬ ਇਹ ਨੋਮਨਕਲੇਚਰ ਤੋਂ ਤਾਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਲੈਣੀ ਹੈ। ਹੁਣ ਜਿਹਨੇ ਮੰਮਾ ਪਾਪਾ ਨੇ ਜੋ ਨਾਮ ਰੱਖਣਾ ਸੀ ਕਿਸੇ ਦਾ ਉਸ ਉਹ ਰੱਖ ਦਿੱਤਾ, ਤਾਂ ਸਟੇਬਲ ਕੰਡੀਸ਼ਨਸ ਨੂੰ ਆਪਾਂ ਕਹਿੰਦੇ ਹਾਂ ਨੋ ਰੇਨ ਕੰਡੀਸ਼ਨਸ, ਅਨਸਟੇਬਲ ਕੰਡੀਸ਼ਨਸ ਨੂੰ ਆਪਾਂ ਕਹਿੰਦੇ ਹਾਂ ਰੇਨਫਾਲ ਵਾਲੀਆਂ ਕੰਡੀਸ਼ਨਸ। ਪਰ ਇੱਦਾਂ ਕਿਉਂ ਹੈ ਕਿ ਰਾਈਜ਼ਿੰਗ ਏਅਰ 'ਚ ਮੀਂਹ ਪੈ ਰਿਹਾ, ਸਬਸਾਈਡਿੰਗ ਏਅਰ 'ਚ ਮੀਂਹ ਨਹੀਂ ਪੈ ਰਿਹਾ? ਵਾਈ ਡਜ਼ ਇਟ ਰੇਨ ਇਨ unstable atmospheric conditions and why does it rain in the subsiding air conditions? Why does it not rain in the subsiding air conditions? High temperature सी, हाई टैंपरेचर करके की होया, लो प्रैशर क्रिएट हो गया। लो प्रैशर करके की होया, एयर राइज करना स्टार्ट करती है। जिमें जिमें एयर राइज करती है, जिमें जिमें एयर उपर जाती है, ठंडी होंदी है कि गर्म होंदी है, उपर गई एयर कूल डाउन हुई। एयर कूल डाउन होगी तो की होगा? कूल डाउन ना कंडेंसेशन होगी। कंडेंसेशन नाल की होगा? जिहड़ी वाटर वेपर है वो वाटर च कन्वर्ट हो जाएंगे। कंडेंसेशन नाल क्लाउड्स की फॉर्मेशन होगी। जो होर ज़्यादा कंडेंसेशन होगी, होर उपर नूं जाऊगी एयर, होर ज़्यादा वाटर वेपर वाटर च कन्वर्ट होगा, क्लाउड्स हैवी हो जाएंगे। हैवी क्लाउड्स अल्टीमेटली वुड रिजल्ट इन रेनफॉल, ठीक है। सो हुण तुहानूं पता चलिया कि अनस्टेबल कंडीशंस लो प्रैशर ते हाई टैंपरेचर नाल किवें एसोसीएटेड है। इनस्टेबिलिटी का मतलब है बारिश। बारिश क्यों हो रही है? क्योंकि लो प्रैशर है। लो प्रैशर नाल एयर राइज कर रही है, राइज नाल कंडेंसेशन होंदी है, कंडेंसेशन नाल क्लाउड्स बनते हैं, क्लाउड्स जो हैवी हो जाते हैं बारिश हो जाती है। तो दो तुसीं बेसिक रूल्स इन क्लाइमेटोलॉजी कर रहे हैं। नैक्सट जिहड़ा रूल है, एयर ऑलवेज फ्लो फ्रॉम, विंड कह लो या एयर कह लो, द मूवमेंट ऑफ एयर इज नोन एज विंड। Wind always flow from high pressure to low pressure, period. Wind always flow from high pressure to low pressure. कदे डाउट है जो तुहानूं प्रैशर कंडीशनस पता है, गैस कर लो। मतलब जो नहीं आपां नूं पता तो आपां लाइक अपना दिमाग लगा के गैस कर सकते हैं। अच्छा गर्मी कित्थे ज़्यादा, जिथे गर्मी ज़्यादा है यानी कि उत्थे लो प्रैशर होगा, लो प्रैशर होगा यानी कि इत्थे तां विंड आऊगी। जिथे टैंपरेचर रिलेटिवली घट होगा उत्थे प्रैशर ज़्यादा होगा। ये प्रैशर ज़्यादा है यानी कि इत्थों विंड आउटवर्ड ब्लो करूगी। विंड ऑलवेज फ्लो फ्रॉम हाई प्रैशर टू लो प्रैशर। फिर विंड इज ऑलवेज नेम्ड, नाम जिहड़ा आपां रखीदा है विंड दा, इट इज ऑलवेज नेम्ड विद रिस्पैक्ट टू originating direction, originating direction। काफ़ी सारे बच्चों ने ना लाइक कमेंट्स से डाउट पूछा है कि इनू साउथ वैसट मॉनसून क्यों कहते हैं, इनू नॉर्थ ईस्ट मॉनसून क्यों कहते हैं, आंदे तो इत्थों है जाते तो इत्थे है, डायरैक्शन तो इहदी ये है। कोई भी लाइफ च विंड होवे, कोई भी अर्थ ते विंड ब्लो कर रही है, एक जनरल रूल तुसी ध्यान च रखना है, उहदा जिहड़ा नाम होगा, नेम ऑफ द विंड होगा, ऑलवेज फ्रॉम द ओरिजिनेटिंग डायरैक्शन। जे हुण आपां हजे तक आपां क्लास च मॉनसूनस तां नहीं कवर कीता, लेट अस अज्यूम कि थोड़ी कोई प्रीवियस नॉलेज भी नहीं हैगी मॉनसूनस बारे। मैं तुहानूं कह रही हां कि जी अपने देश च साउथ वैसट मॉनसूनस आंदे आ। हुण साउथ वैसट मॉनसूनस बारे भावें तुहानूं कुछ होर पता है, भावें तुहानूं नहीं पता, भावें कुछ सही पता है, भावें कुछ गलत पता है, पर एक चीज़ बारे तुसीं श्योर हो, वो की है, जिस विंड का नाम ही साउथ वैसट मॉनसून है, यानी कि ये मॉनसून की ओरिजिनेटिंग डायरैक्शन की है, तुहानूं पता है। ये साउथ वैसट डायरैक्शन तो आ रहे है, ये साउथ वैसट डायरैक्शन वाल जा नहीं रहे, ये साउथ वैसट डायरैक्शन तो आ रहे है। नॉर्थ साउथ ईस्ट वैस्ट कित्थों आ रहे हैं?
ਆ ਸਾਊਥ ਵੈਸਟ ਇਸ ਡਾਇਰੈਕਸ਼ਨ ਤੋਂ ਆ ਰਹੇ ਆ, ਇਸ ਡਾਇਰੈਕਸ਼ਨ ਤੋਂ ਆ ਰਹੇ ਆ, ਇਸ ਡਾਇਰੈਕਸ਼ਨ ਤੋਂ ਆ ਰਹੇ ਆ, ਇਸ ਡਾਇਰੈਕਸ਼ਨ ਤੋਂ ਆ ਰਹੇ ਆ। ਕਿਵੇਂ, ਕਿਉਂ, ਕਾਹਤੋਂ, ਕੀ ਕਰਦੇ ਆ, ਇਹ ਸਾਰੀਆਂ ਗੱਲਾਂ ਬਾਅਦ ਚੋਂ ਹੈ। ਫਿਲਹਾਲ ਆਪਾਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਸਿਰਫ ਇਹਦੇ ਨਾਮ ਦੇ ਬੇਸਿਸ ਤੇ ਕਿ ਇਹ ਸਾਊਥ ਵੈਸਟ ਡਾਇਰੈਕਸ਼ਨ ਤੋਂ ਆ ਰਹੇ ਆ। ਇੱਕ ਵਿੰਡ ਦਾ ਮੈਂ ਤੁਹਾਨੂੰ ਨਾਮ ਦੱਸਦਾ, ਨੌਰਵੈਸਟਰਸ, NOR, ਨੌਰ ਹੈ ਪੂਰਾ, ਨਾਰਥ ਨਹੀਂ, ਨੌਰਵੈਸਟਰਸ। ਇਹ ਨਾਰਥ ਵੈਸਟਰਨ ਤੋਂ ਬਣਿਆ ਇਹਦਾ ਨਾਮ। ਜਿਹੜੀ ਵਿੰਡ ਦਾ ਨਾਮ ਹੀ ਨੌਰਵੈਸਟਰਸ ਹੈ, ਉਹਦੇ ਬਾਰੇ ਤੁਹਾਨੂੰ ਹੋਰ ਕੁਝ ਪਤਾ ਹੋਵੇ ਭਾਵੇਂ ਨਾ ਪਤਾ ਹੋਵੇ, ਇੱਕ ਗੱਲ ਤਾਂ ਪਤਾ ਹੈ ਕਿ ਇਹ ਨਾਰਥ ਵੈਸਟ ਡਾਇਰੈਕਸ਼ਨ ਤੋਂ ਆ ਰਹੀ ਹੈ, ਇੱਧਰੋਂ ਆ ਰਹੀ ਹੈ ਨਾਰਥ ਵੈਸਟ ਤੋਂ। ਇੱਕ ਵਿੰਡ ਦਾ ਨਾਮ ਹੈ, ਜਿਵੇਂ ਅੱਜ ਹੀ ਆਪਾਂ ਵਿੰਡ ਕੀਤੀ ਸੀਗੀ ਇੱਕ ਅਫਰੀਕਾ ਵਾਲੀ, ਕਿ ਆ ਜੇ ਆਪਣਾ ਅਫਰੀਕਾ, ਓਹੋ ਘਟੀਆ ਡਾਇਗਰਾਮ। देयर इज दिस विंड ਜਿਹੜੀ ਕਿ ਇਸ ਡਾਇਰੈਕਸ਼ਨ ਚੋਂ ਆ ਰਹੀ ਹੈ। ਕਿਹੜੀ ਡਾਇਰੈਕਸ਼ਨ ਤੋਂ ਆ ਰਹੀ ਹੈ? ਨਾਰਥ ਈਸਟ ਡਾਇਰੈਕਸ਼ਨ ਤੋਂ ਆ ਰਹੀ ਹੈ। ਇਹਦਾ ਨਾਮ ਕੀ ਹੋਣਾ ਚਾਹੀਦਾ? ਕੀ ਇਹਦਾ ਨਾਮ ਸਾਊਥ ਵੈਸਟ ਟ੍ਰੇਡ ਵਿੰਡ ਹੋ ਸਕਦਾ? ਨਹੀਂ ਹੋ ਸਕਦਾ, ਕਿਉਂਕਿ ਆ ਹੀ ਨਾਰਥ ਈਸਟ ਤੋਂ ਰਹੀ ਹੈ। ਜਿਹੜੀ ਆ ਨਾਰਥ ਈਸਟ ਤੋਂ ਰਹੀ ਹੈ, ਇਹਦਾ ਨਾਮ ਵੀ ਨਾਰਥ ਈਸਟ ਤੋਂ ਹੀ ਸਟਾਰਟ ਹੋਊਗਾ, ਨਾਰਥ ਈਸਟ ਟ੍ਰੇਡ ਵਿੰਡਸ। ਤਾਂ ਵਿੰਡਸ ਆਰ ਆਲਵੇਜ਼ ਨੇਮਡ ਵਿਦ ਰਿਸਪੈਕਟ ਟੂ ਓਰੀਜੀਨੇਟਿੰਗ ਡਾਇਰੈਕਸ਼ਨ। ਇਹ ਤੁਹਾਡਾ ਨੈਕਸਟ ਹੋ ਗਿਆ, ਡਿਲੀਟ। ਨੈਕਸਟ ਜਿਹੜਾ ਹੈਗਾ ਅਗੇਨ ਵਿੰਡ ਦੇ ਕੰਟੈਕਸਟ 'ਚ ਇਹਨੂੰ ਨੈਕਸਟ ਜਿਹੜਾ ਆਪਣਾ 1 2 3 4 5 5th ਜਿਹੜਾ ਪੁਆਇੰਟ ਹੈ, ਇਹਨੂੰ ਆਪਾਂ ਕਹਿੰਦੇ ਆ ਕੋਰੀਓਲਿਸ ਇਫੈਕਟ। ਕੋਰੀਓਲਿਸ ਇਫੈਕਟ, ਜਾਂ ਫਿਰ ਇਹਨੂੰ ਆਪਾਂ ਫੈਰਲਸ ਲਾਅ ਵੀ ਕਹਿੰਦੇ ਆ। ਫੈਰਲਸ ਡਬਲ ਆਰ ਨਾਲ ਹੈ, ਫੈਰਲਸ ਲਾਅ। ਦਿਸ ਇਜ਼ ਦ 5th ਬੇਸਿਕ ਰੂਲ। ਕੀ ਕਹਿੰਦਾ ਫੈਰਲਸ ਲਾਅ? ਕਿ ਨਾਰਦਰਨ ਹੈਮੀਸਫੇਅਰ 'ਚ, in the northern hemisphere, winds are always deflected towards right. In the northern hemisphere, winds are always deflected towards right. कि wind ने जाना था इधर सीगा, लेकिन according to Farrell's law, लेकिन according to Coriolis effect, because of the Coriolis force, winds are deflected towards right. ਹੁਣ ਤੁਹਾਡਾ ਰਾਈਟ ਕਿ ਮੇਰਾ ਰਾਈਟ? ਮੇਰਾ ਰਾਈਟ ਤਾਂ ਇੱਧਰ ਸੀਗਾ, ਤੁਸੀਂ ਜਿੱਧਰੋਂ ਦੇਖ ਰਹੇ ਹੋ ਤੁਹਾਡਾ ਰਾਈਟ ਦੂਜੇ ਪਾਸੇ ਹੈ, ਲਿਟਰਲ ਇਨਵਰਜਨ ਹੈ। ਹੁਣ ਮੇਰਾ ਰਾਈਟ ਕਿ ਤੁਹਾਡਾ ਰਾਈਟ? ਨਾ ਮੇਰੀ ਨਾ तुम्हारी, विंड की चलेगी। विंड का राइट है। मान लो नॉर्दर्न हेमिस्फीयर की विंड वाज सपोज टू ब्लो लाइक दिस, सीधा सीधा इन्हें ब्लो करना सीगा, लेकिन हुन फैरल की कहूगा विंड नू। कोरियोलिस इफेक्ट ਦਾ ਕੀ ਮਤਲਬ ਰਹੂਗਾ ਇੱਥੇ? ਵਿੰਡ ਵੁੱਡ ਗੈਟ ਡਿਫਲੈਕਟਡ ਟੂਵਰਡਸ ਰਾਈਟ। ਹੁਣ ਮੈਨੂੰ ਦੱਸੋ ਉਧਰ ਨੂੰ ਕਿ ਇੱਧਰ ਨੂੰ? ਵਿੰਡ ਇੱਧਰ ਰਾਈਟ ਨੂੰ ਡਿਫਲੈਕਟ ਕਰਦਾ, ਮੈਂ ਆਪਦੇ ਰਾਈਟ ਦੇ ਡਿਫਲੈਕਟ ਕਰਦਾ ਕਿ ਇੱਧਰ ਨੂੰ ਡਿਫਲੈਕਟ ਕਰਾਂ? ਮੈਂ ਆਪਣਾ ਰਾਈਟ ਨਹੀਂ ਦੇਖਣਾ, ਮੈਂ ਵਿੰਡ ਦਾ ਰਾਈਟ ਦੇਖਣਾ। ਉਹ ਤੁਸੀਂ ਸੀ ਸੈਟ 'ਚ ਮਨੀਸ਼ ਸਰ ਨੇ ਤੁਹਾਨੂੰ ਡਾਇਰੈਕਸ਼ਨਸ ਵਾਲੇ ਕੁਐਸਚਨ ਕਰਵਾਏ ਹੈ। ਵਾਈਲ ਮੂਵਿੰਗ 6 ਕਿਲੋਮੀਟਰ ਸਾਊਥ ਹੀ ਟੇਕਸ ਅ ਲੈਫਟ ਟਰਨ। ਹੁਣ ਨਾ ਤੁਹਾਡਾ ਲੈਫਟ ਨਾ ਮੇਰਾ ਲੈਫਟ, ਉਹ ਜਿਹੜੇ ਬੰਦੇ ਦੀ ਗੱਲ ਹੋ ਰਹੀ ਹੈ ਉਹਦਾ ਲਾਈਕ ਜਿਸ ਡਾਇਰੈਕਸ਼ਨ 'ਚ ਉਹ ਫੇਸ ਕਰ ਰਿਹਾ ਉਸ ਦੇ ਬੇਸਿਸ 'ਤੇ ਆਪਾਂ ਕੈਲਕੂਲੇਟ ਕਰਾਂਗੇ। ਵਿੰਡ ਨੀਚੇ ਨੂੰ ਆ ਰਹੀ ਸੀ, ਵਿੰਡ ਨੀਚੇ ਆ ਰਹੀ ਸੀ, ਵਿੰਡ ਦਾ ਰਾਈਟ ਕਿੱਧਰ ਹੈ? ਇੱਧਰ ਨੂੰ। ਸੋ ਵਿੰਡ ਵੁੱਡ ਬੀ ਡਿਫਲੈਕਟਡ ਟੂਵਰਡਸ ਰਾਈਟ। ਠੀਕ ਹੈ ਜੀ। ਇਹਦਾ ਉਲਟਾ, ਇਨ ਦੀ ਸਦਰਨ ਹੈਮੀਸਫੇਅਰ, in the southern hemisphere, winds are always deflected towards left. In the southern hemisphere, winds are always, ਸਿੱਧਾ ਆਣਾ ਸੀਗਾ winds ਨੇ, wind ਦਾ ਨੀਚੇ ਨੂੰ, ਇੱਧਰ ਨੂੰ ਇਹਦਾ left ਹੈ, ਇੱਧਰ ਨੂੰ ਇਹਦਾ right ਹੈ। winds are always deflected towards left. ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਵੈਰੀ 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 ਇੰਪੋਰਟੈਂਟ। ਇਹ ਭੁੱਲਣਾ ਨਹੀਂਗਾ ਕਿ ਕਿਉਂ ਲਾਈਕ ਨਾਰਦਰਨ ਹੈਮੀਸਫੇਅਰ 'ਚ ਕੀ ਹੁੰਦਾ, ਸਦਰਨ ਹੈਮੀਸਫੇਅਰ 'ਚ ਕੀ ਹੁੰਦਾ। ਨਾਰਦਰਨ ਹੈਮੀਸਫੇਅਰ 'ਚ ਵਿੰਡ ਦਾ ਰਾਈਟ, ਨਾਰਦਰਨ ਹੈਮੀਸਫੇਅਰ 'ਚ ਵਿੰਡ ਦਾ ਰਾਈਟ। ਇਸੇ ਤਰ੍ਹਾਂ ਸਦਰਨ ਹੈਮੀਸਫੇਅਰ 'ਚ ਵਿੰਡ ਦਾ ਲੈਫਟ, ਸਦਰਨ ਹੈਮੀਸਫੇਅਰ 'ਚ ਵਿੰਡ ਦਾ
ਲੈਫਟ। ਕਲੀਅਰ ਹੈ ਜੀ। ਇਹ ਹੁਣ ਅੱਗੇ ਆਪਾਂ ਪਲੈਨੇਟਰੀ ਵਿੰਡਸ ਕਰਨੀ ਹੈ, ਉਸ 'ਚ ਤੁਹਾਨੂੰ ਕੰਮ ਆਊਗਾ। ਤਾਂ 5th ਆਪਣਾ ਬੇਸਿਕ ਰੂਲ ਹੋ ਗਿਆ ਕੋਰੀਓਲਿਸ ਇਫੈਕਟ ਜਾਂ ਫੈਰਲਸ ਲੋ। ਨੈਕਸਟ ਤੁਸੀਂ ਜਿਹੜੀ ਗੱਲ ਧਿਆਨ 'ਚ ਰੱਖਣੀ ਹੈ, ਲਾਸਟ ਇਹ ਹੈ ਬੇਸਿਕਲੀ ਆਪਣਾ ਰੂਲ 6th ਜਿਹੜਾ ਆਪਣਾ ਰੂਲ ਹੈ ਕਿ ਅਪਰ 에ਅਰ ਸਰਕੂਲੇਸ਼ਨ ਤੇ ਸਰਫੇਸ ਸਰਕੂਲੇਸ਼ਨ ਹਮੇਸ਼ਾ ਦੋ ਤਰ੍ਹਾਂ ਦੀ ਸਰਕੂਲੇਸ਼ਨ ਡਿਵੈਲਪ ਹੋਊਗੀ। ਇੱਕ ਸਰਫੇਸ ਤੇ ਹਵਾ ਚੱਲ ਰਹੀ ਹੈ, ਇੱਕ ਅਪਰ ਐਟਮੋਸਫੇਅਰ 'ਚ ਹਵਾ ਚੱਲ ਰਹੀ ਹੈ। ਹੁਣ ਪਹਿਲੀ ਗੱਲ ਤਾਂ ਮੈਨੂੰ ਇਹ ਕਲੀਅਰ ਕਰ ਦਿਓ, ਅਪਰ ਐਟਮੋਸਫੇਅਰ ਦਾ ਕੀ ਮਤਲਬ ਹੈ? ਐਗਜ਼ੋਸਫੇਅਰ 'ਚ ਹਵਾ ਚੱਲ ਰਹੀ ਹੈ। ਅਪਰ ਐਟਮੋਸਫੇਅਰ ਦਾ ਮਤਲਬ ਹੈ ਅਪਰ ਟ੍ਰੋਪੋਸਫੇਅਰ। ਇੱਕ ਬਿਲਕੁਲ ਸਰਫੇਸ ਦੇ ਨੇੜੇ ਹਵਾ ਚੱਲ ਰਹੀ ਹੈ, ਇੱਕ ਟ੍ਰੋਪੋਪੌਜ਼ ਕੋਲੇ ਹਵਾ ਚੱਲ ਰਹੀ ਹੈ, ਬਿਲਕੁਲ ਟੌਪ ਆਫ ਦੀ ਟ੍ਰੋਪੋਸਫੇਅਰ 'ਚ ਹਵਾ ਚੱਲ ਰਹੀ ਹੈ। Upper air circulation and surface circulation is always in opposite direction. Is always in opposite directions. Upper air circulation and circulation हमेशा उल्टी ਹੁੰਦੀ है। ਹੁਣ ਜਿੱਦਾਂ ਮੈਂ ਤੁਹਾਨੂੰ ਕਹਾਂ ਕਿ ਸਰਫੇਸ ਤੇ like if I ask you the surface on the surface nor'westers blow ਕਰ ਰਹੇ ਆ। ਹੁਣੇ ਮੈਂ ਨਾਮ ਲਿੱਤਾ ਸੀਗਾ nor'wester wind ਦਾ ਨਾਮ ਲਿੱਤਾ ਸੀਗਾ ਕਿ ਸਰਫੇਸ ਤੇ nor'wester wind blow ਕਰ ਰਹੀ ਹੈ। ਅਪਰ 에ਅਰ 'ਚ ਕੀ ਹੋਊਗਾ? ਨਾਰਥ ਵੈਸਟ ਦਾ ਬਿਲਕੁਲ ਉਲਟਾ। ਅਪਰ ਐਟਮੋਸਫੇਅਰ 'ਚ ਇਸ ਤਰ੍ਹਾਂ ਵਿੰਡ ਬਲੋ ਕਰੂਗੀ, ਸਾਊਥ ਈਸਟਰ ਵਿੰਡ ਬਲੋ ਕਰੂਗੀ। ਸਰਫੇਸ ਤੇ ਸੇ ਕਿ ਈਸਟ ਟੂ ਵੈਸਟ, ਵੈਸਟ ਟੂ ਈਸਟ ਵਿੰਡ ਬਲੋ ਕਰ ਰਹੀ ਹੈ। ਅਪਰ 에ਅਰ 'ਚ ਕੀ ਹੋਊਗਾ? ਅਪਰ 에ਅਰ 'ਚ ਇਹਦਾ ਉਲਟਾ ਹੋਊਗਾ, ਇੱਥੇ ਈਸਟ ਟੂ ਵੈਸਟ ਵਿੰਡ ਬਲੋ ਕਰੂਗੀ। ਇਹ ਤੁਸੀਂ ਜਨਰਲ ਰੂਲ ਹੈ, ਹਮੇਸ਼ਾ ਯਾਦ ਰੱਖਣਾ ਹੈ। ਅਪਰ 에ਅਰ ਸਰਕੂਲੇਸ਼ਨ ਐਂਡ ਸਰਫੇਸ ਸਰਕੂਲੇਸ਼ਨ ਆਰ ਆਲਵੇਜ਼ ਇਨ ਦੀ opposite cardinal directions. So these are some of the basic rules in climatology. ਜੇ ਇਹ ਰੂਲ ਆਪਣੇ ਧਿਆਨ 'ਚ ਰਹਿਣਗੇ, ਹਮੇਸ਼ਾ ਆਪਣਾ ਆਨਸਰ ਕਦੇ ਵੀ ਗਲਤ ਨਹੀਂ ਹੋਊਗਾ, ਕਦੇ ਵੀ ਹੋ ਹੀ ਨਹੀਂ ਸਕਦਾ। ਲਾਈਕ ਇੰਨੀ ਕੋਈ ਆਪਾਂ ਗੱਲ ਧਿਆਨ 'ਚ ਰੱਖਣੀ ਹੈ, ਸਾਰੀ ਕਲਾਈਮੇਟੋਲੋਜੀ ਆਪਣੀ ਹੋ ਗਈ ਹੈ। ਠੀਕ ਹੈ ਜੀ। ਤਾਂ these were the basic rules in climatology. So here I will wrap today's class. ਕੱਲ੍ਹ ਦੀ ਕਲਾਸ 'ਚ ਆਪਾਂ ਇਹਨਾਂ ਰੂਲਸ ਦੀ ਇੰਪਲੀਕੇਸ਼ਨ ਕਰਾਂਗੇ, ਜਨਰਲ ਸਰਕੂਲੇਸ਼ਨ ਆਫ ਐਟਮੋਸਫੇਅਰ ਕਰਾਂਗੇ, ਪਲੈਨੇਟਰੀ ਵਿੰਡਸ ਐਂਡ ਹੋਰ ਵੀ ਜਿਹੜੀਆਂ ਇਹਦੀਆਂ ਇੰਪਲੀਕੇਸ਼ਨ ਹੈ, ਵਿੰਡਸ ਵਾਲਾ ਪੂਰਾ ਟੌਪਿਕ ਆਪਾਂ ਕਵਰ ਕਰਾਂਗੇ। ਅੱਜ ਦੀ ਕਲਾਸ 'ਚ ਆਪਾਂ ਬੇਸਿਕਲੀ ਟੈਂਪਰੇਚਰ ਕਰੈਕਟਰਿਸਟਿਕਸ ਆਫ ਅਰਥ ਐਂਡ ਪ੍ਰੈਸ਼ਰ ਕਰੈਕਟਰਿਸਟਿਕਸ ਆਫ ਅਰਥ ਆਪਾਂ ਡਿਸਕਸ ਕੀਤੇ ਹੈ। ਕੱਲ੍ਹ ਆਪਾਂ ਵਿੰਡ ਐਂਡ ਰੇਨਫਾਲ ਵਾਲਾ ਟੌਪਿਕ ਕੰਪਲੀਟ ਕਰਾਂਗੇ। ਸੋ ਦੈਟਸ ਆਲ ਐਜ਼ ਫਾਰ ਐਜ਼ ਟੂਡੇਜ਼ ਕਲਾਸ ਇਜ਼ ਕੰਸਰਨਡ। ਥੈਂਕ ਯੂ ਸੋ ਮਚ and enjoy your preparation, love your preparation। ਜੀ ਜਾਨ ਨਾਲ ਪੂਰਾ ਜੇ ਤੁਸੀਂ ਦਿਲ ਨਾਲ ਪ੍ਰਪੇਅਰ ਕਰੋਗੇ ਤਾਂ ਚੀਜ਼ਾਂ ਲੰਬੇ ਟਾਈਮ ਤੱਕ ਰਿਟੇਨ ਹੋਣਗੀਆਂ। ਕਾਫੀ ਸਾਰੇ ਬੱਚੇ ਡਾਊਟ ਪੁੱਛ ਰਹੇ ਕਿ ਸਰ ਤੁਸੀਂ ਇੰਨਾ ਕੁਝ ਪੜ੍ਹਾ ਰਹੇ ਹੋ, ਸਾਨੂੰ ਯਾਦ ਕਿਵੇਂ ਰਹੂਗਾ, ਅਸੀਂ ਰਿਵਾਈਜ਼ ਕਿਵੇਂ ਕਰ ਸਕਦੇ ਹਾਂ? ਦਿਲ ਨਾਲ ਪੜ੍ਹਾਈ ਕਰੋ। ਜੋ ਤੁਸੀਂ ਪੜ੍ਹ ਰਹੇ ਆ ਉਹਨੂੰ ਲਾਈਕ ਇੰਟਰਸਟ ਨਾਲ ਦੇਖੋ, ਉਹਨੂੰ ਲਾਈਕ ਆਈ ਯੂਜੂਅਲੀ ਸੇ ਕਿ ਤੁਸੀਂ ਆਪਣੀ ਪੜ੍ਹਾਈ ਨੂੰ ਪਿਆਰ ਕਰੋ, then you will be able to retain for a longer period of time. So that's all. Keep working hard and all the best for your exam. Thank you.